ਹਾਂਜੀ ਜੀ, ਸੋ ਅੱਜ ਜਿਹੜਾ ਆਪਾਂ ਪੈਸਿਵ ਕਰਨਾ ਜੀ, ਉਹਦਾ ਨਾਮ ਹੈਗਾ ਜੀ ਓਕੇ। ਹਾਂਜੀ, ਫੋਟੋਵੋਲਟਿਕਸ ਔਨ ਦਾ ਰੂਫ ਟॉप। ਅੱਜ ਵਾਲਾ ਜੋ ਆਪਣਾ ਪੈਸਿਵ ਫੋਟੋਵੋਲਟਿਕਸ ਔਨ ਦਾ ਰੂਫ ਟॉप ਤੇ ਨਾਲ ਕੀ ਲਿਖਿਆ, ਇਹ ਇੱਕ ਨੈਚੁਰਲ ਚੁਆਇਸ ਆ, ਕਹਿੰਦੇ ਪਾਵਰਿੰਗ ਦਾ ਫੈਮਿਲੀ ਹੋਮ। ਪਾਵਰਿੰਗ ਦਾ ਮਤਲਬ એનર્ਜੀ ਦੇਣੀ। ਕੋਈ ਨਾ ਕੋਈ ਸਿਸਟਮ ਆ ਜੀ ਇਹ ਜਿਹਦੇ ਨਾਲ ਜਿਹੜੇ ਆਪਣੇ ਹੋਮ ਹੈਗੇ ਆ ਉਹਨਾਂ ਨੂੰ ਪਾਵਰ ਵਗੈਰਾ ਮਿਲਦੀ ਹੈ। ਸੋ ਜੇ ਆਪਾਂ ਇਹਦੀ ਓਕੇ ਤਾਂ ਦੇਖੋ ਤੁਸੀਂ, ਇਹ ਜਾਨੀ ਕਿ ਵੋਲਿਊਮ ਦੀ ਬੁੱਕ ਨਹੀਂ ਗੀ, ਤੇ ਤੁਸੀਂ ਇਹਦੀ ਲੈਂਥ ਦੇਖੋ। ਜੇ ਕਿਤੇ ਵੋਲਿਊਮ ਦੀ ਬੁੱਕ ਹੁੰਦੀ ਤਾਂ ਦੂਸਰਾ ਪੇਜ ਵੀ ਪੂਰਾ ਭਰਿਆ ਹੋਣਾ ਸੀਗਾ ਤੇ ਅੱਗੇ ਵਾਲਾ ਪੇਜ ਵੀ ਇੱਕ ਪੈਰਾ ਹੋਰ ਹੋਣਾ ਸੀਗਾ। ਫਾਈਨਲ ਦੇ ਵਿੱਚ ਜਿਹੜੀ ਲੈਂਥ ਹੁੰਦੀ ਹੈ ਜੀ, ਉਹ ਕਦੇ ਕਦੇ ਆਹ ਜਿਹੜਾ ਪੈਰਾ ਇੰਨਾ ਜਿੱਡੀ ਹੋ ਸਕਦੀ, ਜਿਹੜਾ ਪਹਿਲਾ ਪੈਸੇਜ ਹੁੰਦਾ ਜੀ। ਥਰਡ ਪੈਸੇਜ ਕਿਤੇ ਨਾ ਕਿਤੇ ਜਾ ਕੇ ਥੋੜਾ ਲੌਂਗ ਹੋ ਸਕਦਾ। ਨਹੀਂ ਤੇ ਦੇਖਿਆ ਗਿਆ ਕਿ ਜਿਵੇਂ ਤੁਸੀਂ ਕੈਂਬਰਿਜ ਦੀਆਂ ਬੁੱਕਸ ਚੱਕਦੇ ਹੋ ਤਾਂ ਲੈਂਥ ਜਿਹੜੀ ਹੁੰਦੀ ਆ ਉਹ ਜ਼ਿਆਦਾ ਲੌਂਗ ਨਹੀਂ ਪਾਈ ਜਾਂਦੀ ਉਹਦੇ ਵਿੱਚ। ਤੇ ਜੇ ਆਪਾਂ ਹੁਣ ਡਿਜ਼ਾਈਨਿੰਗ ਦੇਖੀਏ ਜੀ ਤਾਂ ਆਪਣੇ ਕੋਲ ਇੱਧਰ 4 ਪੈਰਾਗ੍ਰਾਫ ਤੇ 8 ਪੈਰਾਗ੍ਰਾਫਸ ਆ ਜੀ ਆਪਣੇ ਕੋਲ। ਓਕੇ, ਤੇ ਜਾ ਕੇ ਆਪਾਂ ਜਿਵੇਂ ਤੁਹਾਨੂੰ ਮੈਂ ਕਿਹਾ ਸੀ ਕਿ ਹੁਣ ਆਪਾਂ ਜਿਹੜੀਆਂ ਹੈਡਿੰਗਸ ਤੇ ਕਮਾਂਡ ਕਰਨੀ ਆ ਉਹ ਹੈਗੀ ਹੈ ਵਿੱਚ ਪੈਰਾਗ੍ਰਾਫ ਕੰਟੇਨ ਦਾ ਇਨਫੋਰਮੇਸ਼ਨ। ਸੋ ਪਹਿਲੀਆਂ 6 ਆ ਜੀ ਆਪਣੇ ਕੋਲ, ਪਹਿਲੀਆਂ 6 ਆਪਣੇ ਕੋਲੇ ਵਿੱਚ ਪੈਰਾਗ੍ਰਾਫ ਕੰਟੇਨ ਦਾ ਇਨਫੋਰਮੇਸ਼ਨ। ਤਾਂ ਧਿਆਨ ਨਾਲ ਜਾ ਕੇ ਦੇਖਿਓ ਜੀ, ਆਪਣੇ ਕੋਲੇ ਉਤੋਂ ਇਹਨਾਂ ਨੇ ਆਪਾਂ ਨੂੰ ਕਿਹਾ ਵੀ ਤੁਸੀਂ ਇੱਕ ਨੂੰ ਇੱਕ ਤੋਂ ਜ਼ਿਆਦਾ ਵਾਰ ਯੂਜ਼ ਕਰ ਸਕਦੇ ਹੋ, ਪੱਕਾ ਕੋਈ ਨਾ ਕੋਈ ਰਿਪੀਟ ਹੋਈ ਹੋ ਤਾਂ ਹੀ ਇਹ ਲਾਈਨ ਲਿਖਦੇ ਹੁੰਦੇ ਆ ਜੀ। ਤਾਂ ਇਹਦਾ ਮਤਲਬ ਆਪਣੇ ਕੋਲੇ ਪੈਰਾਗ੍ਰਾਫਸ ਹੈਗੇ ਆ ਜੀ 8, ਇਹ ਆਪਣੇ ਕੋਲੇ 6 ਆ। ਕੋਈ 2 ਪੈਰੇ ਰਿਪੀਟ ਹੀ ਹੋ ਜਾਣੇ ਆ, ਸਮਝ ਲਓ ਆਪਣੇ ਕੋਲੇ 5 ਰਹਿ ਗਏ ਜੀ। ਇਹਦਾ ਮਤਲਬ ਉਹ ਜਿਹੜੇ 8 ਪੈਰੇ ਤੁਹਾਨੂੰ ਦਿੱਤੇ ਆ ਉਹਨਾਂ ਵਿੱਚੋਂ ਕੋਈ 3 ਪੈਰਾਗ੍ਰਾਫ ਏਦਾਂ ਦੇ ਆ ਜਿਹੜੇ ਫਾਲਤੂ ਹੈ ਜੀ, ਕੋਈ 3 ਕਹਿ ਰਹੇ ਆ ਜੀ। ਕਿਉਂਕਿ ਜੇ ਇੱਕ ਸਿੰਗਲ 2 ਵਾਰੀ ਰਿਪੀਟ ਵੀ ਹੋਇਆ ਤਾਂ ਪਿੱਛੇ ਆਪਣੇ ਕੋਲੇ ਕਿੰਨੇ ਰਹਿ ਗਏ ਜੀ, ਇਹਨਾਂ ਵਿੱਚੋਂ ਇੱਕ ਦਾ ਤਾਂ ਸੇਮ ਹੀ ਆ ਜਾਣਾ ਦੋਵਾਂ ਦਾ ਜੀ। ਮੰਨ ਕੇ ਚਲੋ ਚੌਥੇ ਦਾ ਵੀ ਡੀ ਆ ਗਿਆ, 6ਵੇਂ ਦਾ ਵੀ ਡੀ ਆ ਗਿਆ, ਤਾਂ ਆਪਣੇ ਕੋਲੇ 5 ਰਹਿ ਜਾਣੀਆਂ ਚੀਜ਼ਾਂ। ਤਾਂ 3 ਪੈਰੇ ਆਪਣੇ ਜਿਹੜੇ ਹੈਗੇ ਆ ਜੀ ਉਹ ਫਾਲਤੂ ਜਾਣਗੇ। ਤੇ 1 ਤੋਂ 6 ਆਪਣੇ ਕੋਲੇ ਹੈਗੀਆਂ ਜੀ ਹੈਡਿੰਗਸ। ਅੱਗੇ ਜਾ ਕੇ 7 ਤੋਂ ਲੈ ਕੇ ਆਪਾਂ 13 ਤੱਕ ਦੇਖੀਏ ਤਾਂ ਆਪਣੇ ਕੋਲੇ ਹੈਗਾ ਜੀ ਟਰੂ ਫਾਲਸ ਨੋਟ ਗਿਵਨ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹੁੰਦੇ, ਜੇ ਮੈਂ ਤੁਹਾਨੂੰ ਕਿ ਟ੍ਰੈਡੀਸ਼ਨਲ ਤਰੀਕਾ ਦੱਸਾਂ। ਹਾਂਜੀ, ਟ੍ਰੈਡੀਸ਼ਨਲ ਕਿਹੜਾ ਕਹਿ ਰਿਹਾ ਵਾਂ, ਜਿਵੇਂ ਜ਼ਿਆਦਾਤਰ 99% ਬੱਚੇ ਜਾਨੀ ਕਿ ਕਰਦੇ ਆ ਜੀ, ਜਿਹੜਾ ਟ੍ਰੈਡੀਸ਼ਨਲ ਮੈਥਡ ਹੈ ਜੀ। ਟ੍ਰੈਡੀਸ਼ਨਲ ਮੈਥਡ ਕੀ ਹੁੰਦਾ ਜੀ? ਟ੍ਰੈਡੀਸ਼ਨਲ ਮੈਥਡ ਹੁੰਦਾ ਕਿ ਸਭ ਤੋਂ ਪਹਿਲਾਂ ਬਸ ਆਹ ਦੇਖਣਾ ਕਿ ਆ ਮੇਰੀਆਂ ਹੈਡਿੰਗਸ ਆ ਜੀ, ਅੱਗੇ ਜਾ ਕੇ ਦੇਖਣਾ ਕਿ ਆਹ ਬਸ ਮੇਰੇ ਟਰੂ ਫਾਲਸ ਆ, ਬਸ ਵੇ ਪਤਾ ਲੱਗ ਗਿਆ ਤੇ ਬਾਅਦ ਚੋਂ ਜਾ ਵੜਨਾ ਉਧਰ ਸਿੱਧਾ ਪੈਰਾਗ੍ਰਾਫ ਏ ਤੇ, ਜਾਨੀ ਕਿ ਪਹਿਲੇ ਤੋਂ ਬਲਾਈਂਡਲੀ ਲੱਗ ਜਾਣਾ ਬਸ ਸਿੱਧਾ। ਤੇ ਹੁਣ ਚਲੋ ਆਪਾਂ ਦੇਖਦੇ ਹਾਂ, ਜਾਨੀ ਕਿ ਟ੍ਰੈਡੀਸ਼ਨਲ ਵੇ ਨੂੰ ਇੱਕ ਵਾਰੀ ਫੋਲੋ ਕਰਕੇ ਦੇਖਦੇ ਹਾਂ ਜੀ। ਤਾਂ ਟ੍ਰੈਡੀਸ਼ਨਲ ਵੇ ਦੇ ਅਕੋਰਡਿੰਗ ਆਪਾਂ ਪੈਰਾਗ੍ਰਾਫ ਪਹਿਲਾਂ ਪੜ੍ਹਨ ਲੱਗੀ, ਧਿਆਨ ਨਾਲ ਦੇਖਿਓ। ਕਹਿੰਦੇ ਪਾਸਟ ਦੇ ਵਿੱਚ ਜਿਹੜੇ ਅਰਬਨ ਹੋਮ ਓਨਰਸ ਸੀਗੇ have not always had much choice in the way of electricity is supplied to their home। ਜਿਹੜੇ ਪਾਸਟ ਵਿੱਚ ਕਹਿੰਦੇ ਹੋਮ ਓਨਰ ਹੁੰਦੇ ਸੀ ਉਹਨਾਂ ਦੇ ਕੋਲੇ ਕਹਿੰਦੇ ਜ਼ਿਆਦਾ ਚੁਆਇਸਸ ਨਹੀਂ ਹੈਗੀਆਂ ਸੀਗੀਆਂ ਜੀ। ਹਾਂਜੀ, ਕਾਹਦੀਆਂ ਚੁਆਇਸਸ? ਇਲੈਕਟ੍ਰਿਸਿਟੀ ਦੇ ਵੇ ਨੂੰ ਲੈ ਕੇ, ਜਿਹੜੀ ਸਪਲਾਈ ਉਹਨਾਂ ਦੇ ਘਰੇ ਆਉਂਦੀ ਹੁੰਦੀ ਸੀ ਉਹਨਾਂ ਨੂੰ ਲੈ ਕੇ ਪੁਰਾਣੇ ਜਿਹੜੇ ਹੋਮ ਓਨਰ ਸੀ ਉਹਨਾਂ ਦੇ ਕੋਲੇ ਕਹਿੰਦੇ ਚੁਆਇਸਸ ਨਹੀਂ ਹੁੰਦੀਆਂ ਸੀਗੀਆਂ ਜੀ। ਪਰ ਹੁਣ ਕਹਿੰਦੇ ਕੀ ਹੈ ਜੀ, देयर इज अ चॉइस। ਹੁਣ ਚੁਆਇਸ ਹੈ ਜੀ। ਕਹਿੰਦੇ ਰੈਪਿਡਲੀ ਇਨਕਰੀਜ਼ਿੰਗ ਨੰਬਰ ਜਿਹੜੇ ਹਾਊਸ ਹੋਲਡਰ ਜਿਹੜੇ ਲੋਕ ਉਹ ਹੈਗੇ ਆ ਜੀ, ਹੁਣ ਕੀ ਚੂਜ਼ ਕਰੀ ਜਾਂਦੇ ਆ? ਸੋਲਰ એનર્ਜੀ ਚੂਜ਼ ਕਰੀ ਜਾਂਦੇ ਆ ਜੀ। ਸੋਲਰ એનર્ਜੀ ਬਾਰੇ ਬਾਅਦ ਚ ਦੱਸੇ ਕੀ ਹੁੰਦੀ ਆ? ਇਹ ਸਨਲਾਈਟ ਕਨਵਰਟ ਹੋ ਜਾਂਦੀ ਹੁੰਦੀ એનર્ਜੀ ਦੇ ਵਿੱਚ ਜੀ। ਕਹਿੰਦੇ ਤੇ ਇਹ ਚੀਜ਼ ਪੋਸੀਬਲ ਕਿਹੜੀ ਚੀਜ਼ ਦੇ ਰਾਹੀਂ ਹੁੰਦੀ ਆ? ਫੋਟੋਵੋਲਟਿਕਸ ਦੇ ਰਾਹੀਂ। ਫੋਟੋਵੋਲਟਿਕਸ ਇੱਕ ਸਿੰਪਲ ਮਸ਼ੀਨ ਆ, ਕਹਿੰਦੇ ਐਪਲੀਐਂਸਸ ਦਾ ਮਤਲਬ ਡਿਵਾਈਸ, ਮਸ਼ੀਨ, ਜਿਹੜੀ ਕਹਿੰਦੇ ਫਿੱਟ ਹੋ ਜਾਂਦੀ ਹੈ ਰੂਫ ਦੇ ਉੱਪਰ। ਸੋ ਠੀਕ ਹੈ ਜੀ, ਬੱਚੇ ਨੇ ਪਹਿਲਾ ਪੈਰਾਗ੍ਰਾਫ ਪੜ੍ਹਿਆ ਜੀ, ਛੋਟਾ ਸੀਗਾ ਉਹਨੂੰ ਪਤਾ ਲੱਗ ਗਿਆ ਤਾਂ ਥੀਮ ਕੀ ਹੈ। ਕਿਉਂਕਿ ਜੇ ਤਾਂ ਇਹ ਦੂਸਰੀਆਂ ਐਡਿੰਗ ਹੁੰਦੀਆਂ ਤਾਂ ਆਪਾਂ ਟੌਪਿਕ ਸੈਂਟੈਂਸ ਪੜ੍ਹ ਲੈਂਦੇ। ਜੇ ਵਿੱਚ ਪੈਰਾਗ੍ਰਾਫ ਕੰਟੇਨ ਦਾ ਇਨਫੋਰਮੇਸ਼ਨ ਆ ਤਾਂ ਇਹ ਕਿਤੋਂ ਵੀ ਹੋ ਸਕਦੀ ਹੁੰਦੀ ਹੈ। ਵੈਸੇ ਵੀ ਇਹ ਗਿਣਤੀ ਦੇ ਕਿੰਨੇ ਸੈਂਟੈਂਸ ਸੀਗੇ? 2 ਸੈਂਟੈਂਸ ਹੈ ਜੀ। ਇਹ ਪਹਿਲਾ ਸੈਂਟੈਂਸ ਇੱਥੋਂ ਖਤਮ ਹੋ ਰਿਹਾ ਤੇ ਦੂਸਰਾ ਇੱਥੋਂ। ਸਾਰਾ ਪੈਰਾ ਨਹੀਂ ਪੜਿਆ, ਜਸਟ 2 ਸੈਂਟੈਂਸ ਪੜ੍ਹੇ ਆ ਮੈਂ। 10 ਸੈਂਟੈਂਸ ਦੀ ਬਸ ਗਿਣਤੀ ਦੇ ਜਾ ਕੇ ਦੇਖਦੇ ਹਨ ਕੀ ਮੈਚ ਹੋਇਆ ਜੀ। ਸਮਰੀ ਪਤਾ ਲੱਗ ਗਈ। ਪੁਰਾਣੇ ਸਮੇਂ 'ਚ ਕਹਿੰਦੇ ਜ਼ਿਆਦਾ ਚੁਆਇਸਸ ਹੈ ਨਹੀਂ ਸੀਗੀਆਂ, ਹੁਣ ਆਪਣੇ ਕੋਲ ਹੈਗੀਆਂ। ਹੁਣ ਸੋਲਰ એનર્ਜੀ ਜਿਹੜੀ ਹੈਗੀ ਉਹ ਲੋਕੀ ਲਵਾ ਲੈਂਦੇ ਆ ਜੀ। ਤਾਂ ਜਦੋਂ ਹੀ ਬੱਚਾ ਗਿਆ ਜੀ ਇੱਧਰ ਧਿਆਨ ਨਾਲ ਦੇਖਿਆ ਤਾਂ ਉਹਨੇ ਦੇਖਿਆ ਐਗਜ਼ਾਮਪਲ ਆਫ ਕੰਟਰੀਜ਼, ਕੋਈ ਗੱਲ ਹੀ ਨਹੀਂ ਹੋਈ ਜੀ। ਡਿਸਕ੍ਰਿਪਸ਼ਨ ਦਿੱਤੀ ਕਿਹਦੀ? ਐਕਸਪੈਰੀਮੈਂਟ ਦੀ। ਐਕਸਪੈਰੀਮੈਂਟ ਤਾਂ ਕੋਈ ਦੱਸਿਆ ਹੀ ਨਹੀਂ ਸੀ ਜੀ। ਨੈਗੇਟਿਵ ਇਫੈਕਟ ਤਾਂ ਦੱਸੇ ਹੀ ਨਹੀਂ ਪਹਿਲੇ ਪੈਰੇ ਵਿੱਚ ਜੀ। ਕਹਿੰਦੇ ਐਕਸਪਲੇਨੇਸ਼ਨ ਕੀਤੀ ਹੈ ਕਿਹਦੀ? ਫੋਟੋਵੋਲਟਿਕ ਸਿਸਟਮ ਦੀ। ਉਹਨੇ ਨੂੰ ਟਿਕ ਕਰ ਦੇਣਾ ਜੀ।
ਮੈਂ ਤੁਹਾਨੂੰ ਕਹਿ ਰਿਹਾ ਫੋਟੋਵੋਲਟਿਕ ਸਿਸਟਮ ਦੀ ਐਕਸਪਲੇਨੇਸ਼ਨ ਤਾਂ ਦਿੱਤੀ ਨਹੀਂ ਜੀ, ਉਹ ਤਾਂ ਇੱਕ ਲਾਈਨ ਦੇ ਵਿੱਚ ਏਦਾਂ ਲਿਖਿਆ ਕਿ ਸੋਲਰ ਸਿਸਟਮ ਦੇ ਵਿੱਚ ਫੋਟੋਵੋਲਟਿਕ ਮਸ਼ੀਨ ਯੂਜ਼ ਹੁੰਦੀ ਆ, ਉਹਦੀ ਐਕਸਪਲੇਨੇਸ਼ਨ ਥੋੜੀ ਦਿੱਤੀ ਹੁੰਦੀ ਜੀ। ਆਪਾਂ ਨੂੰ ਕੀ ਪਤਾ ਜੇ ਮਸ਼ੀਨ ਦੇ ਬਾਰੇ ਕੀ ਆ, ਕਿੱਦਾਂ ਕਿੱਦਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਦੇ ਵਿੱਚ, ਤਾਂ ਇਹ ਵੀ ਨਹੀਂ ਹੈਗਾ ਜੀ। ਲੌਂਗ ਟਰਮ ਬੈਨੀਫਿਟ ਨਹੀਂ ਹੈਗਾ ਜੀ, ਕਿਤੇ ਲਿਖਿਆ ਹੀ ਨਹੀਂ। ਵੈਲਦੀ ਕੰਟਰੀ ਨਹੀਂ ਹੈਗਾ ਜੀ। ਤਾਂ ਹੁਣ ਇਹਦਾ ਟ੍ਰੈਡੀਸ਼ਨਲ ਤਰੀਕਾ ਸੀਗਾ ਜੀ, ਹੁਣ ਬੱਚਾ ਸ਼ਾਇਦ ਏਦਾਂ ਸੋਚ ਰਿਹਾ ਕਿ ਜੀ ਮੈਂ ਗਲਤ ਨਾ ਹੋਵਾਂ, ਮੈਂ ਇਹਨੂੰ ਇੱਕ ਵਾਰੀ ਫੇਰ ਪੜ੍ਹ ਲਵਾਂ। ਸੋਹਣੇ ਆਹ ਜਿਹੜੀ ਚੀਜ਼ ਪੜ੍ਹੀ 2 ਮਿੰਟ ਲਾ ਕੇ, ਪਹਿਲੇ 2 ਮਿੰਟ ਲਾਏ ਉਹਨੇ ਇਹਦੇ ਤੇ, 1.5 ਜਾਂ 2 ਮਿੰਟ, ਤੇ ਉਹਦਾ ਪਹਿਲਾ ਕੁਐਸਚਨ ਹੀ ਵੇਸਟ ਆਫ ਟਾਈਮ ਜਾ ਵੜਿਆ। ਹੁਣ ਇਹ ਇੱਕ ਨੈਗੇਟਿਵ ਸਿਗਨਲ ਹੈ ਜੀ ਖੁਦ ਵਿੱਚ ਹੀ। ਇੱਥੇ ਹੁਣ ਲੈਂਗੁਏਜ ਆਉਂਦੀ ਹੈ ਜਾਂ ਨਹੀਂ ਆਉਂਦੀ, ਇਹ ਚੀਜ਼ ਮਾਇਨੇ ਨਹੀਂ ਰੱਖਦੀ ਜੀ। ਆਪਣਾ ਬ੍ਰੇਨ ਇਹ ਇੱਕ ਸਾਈਕੋਲੋਜੀਕਲ ਪ੍ਰੋਸੈਸ ਚੱਲਦਾ ਆਪਣੇ ਜਾਣੀ ਕਿ ਮਾਈਂਡ ਦੇ ਵਿੱਚ। ਜੇ ਤੁਹਾਡੀ ਸਪੀਕਿੰਗ ਦੇ ਵਿੱਚ ਫਸਟ ਇੰਪ੍ਰੈਸ਼ਨ ਹੀ ਤੁਸੀਂ ਉਹਨੂੰ ਖਰਾਬ ਕਰ ਦਵੋ, ਜਾਂ ਤੁਹਾਨੂੰ ਪਹਿਲਾ ਕੁਐਸਚਨ ਹੀ ਨਾ ਸੁਣੇ ਮੰਨ ਕੇ ਚੱਲੋ, ਤਾਂ ਤੁਸੀਂ ਥਰੂ ਆਊਟ ਦਾ ਸਪੀਕਿੰਗ ਉਹਨੂੰ ਖਰਾਬ ਕਰ ਦੇਣਾ। ਕਿਉਂ? ਕਿਉਂਕਿ ਤੁਹਾਡੇ ਮਾਈਂਡ 'ਚ ਇੱਕ ਗੱਲ ਚੱਲਦੀ ਰਹਿਣੀ ਵੀ ਮੇਰੇ ਤੋਂ ਗਲਤੀ ਹੋ ਗਈ। ਸੇਮ ਰੀਡਿੰਗ ਹੈ ਜੀ, ਰੀਡਿੰਗ ਦੇ ਵਿੱਚ ਵੀ ਤੁਸੀਂ ਪਹਿਲਾ ਕੁਐਸਚਨ ਪੜ੍ਹਿਆ, ਅੱਛਾ ਹੁਣ ਮੰਨ ਕੇ ਚਲੋ ਇਹ ਪਹਿਲਾ ਸੀਗਾ ਜੀ, ਤੁਸੀਂ ਹੁਣ ਬੀ ਪੜ੍ਹਨ ਬਹਿ ਗਏ ਉੱਤੇ ਸਾਰਾ, ਤੇ ਸਡਨਲੀ ਬੀ ਵੀ ਕਿਸੇ ਦੀ ਹੈਡਿੰਗ ਨਹੀਂ ਜੀ। ਹੁਣ ਇੱਥੇ ਤੁਹਾਡੇ ਕੋਲੇ ਕੋਈ ਚੁਆਇਸ ਨਹੀਂ, ਤੁਸੀਂ 5 ਮਿੰਟ ਖਰਾਬ ਕਰਤੇ। ਹੁਣ ਤੁਹਾਡੇ ਤੋਂ ਤੀਜੇ ਪੈਸੇਜ ਤੇ ਪਹੁੰਚਿਆ ਨਹੀਂ ਜਾ ਸਕਦਾ ਜੀ, ਇੰਪੋਸੀਬਲ ਹੀ ਹੈ ਨਹੀਂ। ਇਹ ਸੌਰੀ, ਇਹ ਪੋਸੀਬਲ ਹੀ ਹੈ ਨਹੀਂ ਹੁਣ, ਕਿਉਂਕਿ ਤੁਸੀਂ ਅਪਰੋਚ ਗਲਤ ਸਟਾਰਟ ਕਰਤੀ ਜੀ। ਹੁਣ ਤੁਹਾਡੇ ਤੋਂ ਅਟੈਂਪਟ ਫਾਈਨਲ ਚ ਕਿੰਨੇ ਹੋਣਗੇ? ਮਸਾ 31 ਖਿੱਚ ਧੂ ਕੇ 9 ਉੱਪਰ ਤੁੱਕੇ ਲਾਉਣੇ ਪੈਣੇ ਤੁਹਾਨੂੰ ਜੀ। ਤੀਸਰੇ ਪੈਰੇ ਤੇ ਜਦੋਂ ਤੁਸੀਂ ਜਾਓਗੇ, ਗਿਣਤੀ ਦੇ ਤੁਹਾਡੇ ਕੋਲ 6 ਤੋਂ 7 ਮਿੰਟ ਬਚਣੇ ਆ ਜੀ। ਤਾਂ ਇਦਾਂ ਹੋਇਆ ਕਿਉਂ? ਇਦਾਂ ਹੋਇਆ ਕਿ ਰੋਂਗ ਅਪਰੋਚ ਨੂੰ ਫੋਲੋ ਕਰਨ ਤੇ। ਯੈਸ ਔਰ ਨੋ ਜੀ? ਪਤਾ ਲੱਗ ਗਿਆ ਜੀ ਮੈਂ ਕੀ ਸਮਝਾਉਣਾ ਚਾਹੁੰਦਾ ਸੀ ਤੁਹਾਨੂੰ? ਹਾਂਜੀ ਹਾਂਜੀ ਸਰ, ਲੱਗ ਗਿਆ ਪਤਾ ਜੀ? ਇਹ ਚੀਜ਼ ਨੂੰ ਫਾਈਨਲ ਚ ਮਾਇਨੇ ਰੱਖਣਾ ਹੀ। ਜੇ ਤੁਸੀਂ ਜ਼ਿਆਦਾ ਨੰਬਰ ਆਫ ਕੁਐਸਚਨਸ ਨੂੰ ਅਟੈਂਪਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਰੋਚ ਚੇਂਜ ਕਰਨੀ ਪੈਣੀ, ਕਿਉਂਕਿ ਪੈਰਾਗ੍ਰਾਫ ਪਹਿਲਾ ਆਨਸਰ ਕਿਸੇ ਦਾ ਹੈ ਹੀ ਨਹੀਂਗਾ। ਤੇ ਮੈਂ ਤੁਹਾਨੂੰ ਦੱਸਦਾ, ਬਹੁਤ ਰੀਡਿੰਗ ਇਦਾਂ ਦੀਆਂ ਹੁੰਦੀਆਂ ਜਿਹਦੇ ਵਿੱਚ ਨਾ ਹੀ ਤਾਂ ਹੁੰਦਾ ਜੀ ਪਹਿਲਾ, ਨਾ ਹੀ ਹੁੰਦਾ ਬੀ, ਤੇ ਇੱਕ ਦਿਨ ਮੈਂ ਇੱਕ ਰੀਡਿੰਗ ਕਰਵਾਈ, ਹੁੰਦਾ ਸੀ ਵੀ ਹੈ ਨਹੀਂ ਸੀ, ਉਹਦਾ ਸਟਾਰਟ ਹੀ ਡੀ ਤੋਂ ਹੋਇਆ ਸੀ। ਹੁਣ ਦੇਖੋ ਪਹਿਲੇ 3 ਪੈਸੇਜ ਕਿਸੇ ਦੀ ਹੈਡਿੰਗ ਹੀ ਨਹੀਂ ਸੀ। ਬੱਚੇ ਨੂੰ ਕੀ ਪਤਾ, ਬੱਚਾ ਤਾਂ ਬਸ ਉਹਦੀ ਰੀਡਿੰਗ ਰੁੜ ਜਾਣੀ ਹੁੰਦੀ ਸਾਰੀ, ਕਿਉਂਕਿ ਉਹਦਾ ਸਾਈਕੋਲੋਜੀਕਲ ਪ੍ਰੋਸੈਸ ਉਹ ਨੈਗੇਟਿਵ ਹੋ ਗਿਆ ਬਹੁਤ ਜ਼ਿਆਦਾ। ਹੁਣ ਨੋ ਮੈਟਰ ਕਿ ਪੈਰਾਗ੍ਰਾਫ ਦੂਜਾ ਕਿੰਨਾ ਕੁ ਸੌਖਾ ਵਾ ਜਾਂ ਪੈਸੇਜ ਤੀਸਰਾ ਕਿੰਨਾ ਕੁ ਸੌਖਾ, ਮੈਟਰ ਹੀ ਨਹੀਂ ਰੱਖਦੀ ਚੀਜ਼ ਜੀ, ਕਿਉਂਕਿ ਸਟਾਰਟਿੰਗ ਦੇ ਵਿੱਚੋਂ ਇੱਕ ਜਿਹੜਾ ਇੰਪ੍ਰੈਸ਼ਨ ਸੀਗਾ ਉਹ ਨੈਗੇਟਿਵ ਪਾਤਾ ਬੱਚੇ ਨੇ ਖੁਦ। ਤਾਂ ਕਰਕੇ ਮੈਂ ਕਹਿੰਦਾ ਹੁੰਦਾ ਕਿ ਏਦਾਂ ਦੀ ਗਲਤੀ ਨਹੀਂ ਕਰਨੀ ਜੀ ਕਦੇ ਵੀ। ਅਪਰੋਚ ਸਹੀ ਨੂੰ ਫੋਲੋ ਕਰੋਗੇ, ਜ਼ਿਆਦਾ ਸੋਲਵ ਹੋਣਗੇ, ਕਨਫਿਊਜ਼ ਵੀ ਨਹੀਂ ਹੋਵੋਗੇ, ਤੇ ਸਭ ਤੋਂ ਮੇਨ ਗੱਲ ਪੈਨਿਕ ਵੀ ਨਹੀਂ ਹੋਵੋਗੇ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ ਆਪਣੀ ਅਪਰੋਚ ਉੱਪਰ ਹੀ। ਆਪਣੀ ਅਪਰੋਚ ਕੀ ਕਹਿੰਦੀ ਹੁੰਦੀ ਆ? ਸਭ ਤੋਂ ਪਹਿਲਾਂ ਤਾਂ ਕੁਐਸਚਨਸ ਦੇਖੋ ਜੀ, ਹੈਡਿੰਗ ਪਹਿਲੇ ਨੰਬਰ ਤੇ ਆ, ਇਹਨਾਂ ਨੂੰ ਕ੍ਰਾਸ ਕਰੋ। ਇਹਨਾਂ ਨੂੰ ਆਪਾਂ ਕਰਾਂਗੇ ਜਦੋਂ ਆਪਾਂ ਨੀਚੇ ਵਾਲੇ ਟਰੂ ਫਾਲਸ ਕਰ ਲਏ, ਇਹਨਾਂ ਨੂੰ ਕ੍ਰਾਸ ਕਰੋ ਜੀ ਸਾਰਿਆਂ ਨੂੰ। ਚਲੋ ਜੀ, ਹੁਣ ਇੱਥੇ ਚੱਲਦੇ ਹਾਂ ਆਪਾਂ। ਇਹਦੇ ਵਿੱਚ ਦੇਖੋ ਅੱਜ ਕਿਸਮਤ ਚੰਗੀ ਆ, ਕਿਉਂਕਿ ਅੱਜ ਆਪਾਂ ਨੂੰ ਦਿਖ ਰਹੇ ਆ ਪ੍ਰੋਪਰ, ਅੱਜ ਆਪਾਂ ਨੂੰ ਆਹ ਵਾਲੀਆਂ ਚੀਜ਼ਾਂ ਦਿਖ ਰਹੀਆਂ ਜੀ। ਇਹਦਾ ਮਤਲਬ ਅੱਜ ਕਾਫੀ ਜ਼ਿਆਦਾ ਕਿਸਮਤ ਚੰਗੀ ਹੈ ਜੀ। ਜੇ ਲਾਸਟ ਵਾਲੇ ਵਿੱਚ ਜਾ ਕੇ ਦੇਖੋ ਤਾਂ ਲਾਸਟ ਵਾਲੇ ਵਿੱਚ ਭਾਵੇਂ ਕੋਈ ਹੈ ਨਹੀਂ ਸੀਗਾ, ਉੱਥੇ ਵੀ ਆ ਕੋਲੋਕੇਸ਼ਨ ਲਿਖੀ ਪਈ એનર્ਜੀ ਸੇਵਿੰਗ ਮੈਜ਼ਰਸ, ਪਰ ਜਿਹੜੀਆਂ ਆਪਣੀਆਂ ਮੇਨ ਇੱਥੋਂ ਕੁਐਸਚਨ ਟਾਰਗੇਟ ਕਿਹੜੇ ਹੋਏ ਜੀ? ਇੱਕ ਤਾਂ 1970 ਹੋ ਗਿਆ ਜੀ, ਇੱਕ 1994 ਹੋ ਗਿਆ ਜੀ, ਤੇ ਇੱਕ ਗੱਲ ਕਿਹਨਾਂ ਦੀ ਕੀਤੀ ਪਈ ਜੀ ਇਹਨਾਂ ਨੇ, ਆ ਜਰਮਨ ਵਗੈਰਾ ਦੀ। ਤਾਂ ਆਪਾਂ ਕੀ ਕਰੀਏ, 1994 ਲੱਭੀਏ ਜੀ, 10ਵੇਂ ਨੰਬਰ ਵਾਲਾ ਟਾਰਗੇਟ ਕਰੋ, ਕਿਉਂਕਿ ਬਾਕੀ ਕਿੱਧਰ ਹੋਣਗੇ? ਬਾਕੀ ਤਾਂ ਉੱਪਰ ਪਏ ਹੋਣਗੇ, ਤੇ ਨੀਚੇ ਵਾਲੇ 3 ਪੈਰੇ ਚ ਨੀਚੇ ਪਏ ਹੋਣਗੇ। ਚਲੋ ਜੀ, 1970 ਆਪਾਂ 1994 ਲੱਭਦੇ ਆ। ਜ਼ੂਮ ਆਊਟ ਕਰਦਾ ਜੀ ਇਹਨੂੰ, ਤਾਂ ਪਹਿਲੇ ਪੈਰਿਆਂ ਦੇ ਵਿੱਚ ਕਿਤੇ ਨਹੀਂ ਲਿਖਿਆ ਜੀ 1994। ਅੱਗੇ ਜਾ ਕੇ ਦੇਖੀਏ ਤਾਂ ਕਿਤੇ ਨਹੀਂ ਲਿਖਿਆ ਜੀ 1994, 1980 ਜ਼ਰੂਰ ਲਿਖਿਆ। ਇਹਦਾ ਮਤਲਬ ਕਾਫੀ ਜ਼ਿਆਦਾ ਲੈਂਥ ਕਵਰ ਕਰਾਉਣਗੇ ਜੀ ਤੁਹਾਡੇ ਤੋਂ। ਤੇ ਜੇ ਤੁਸੀਂ ਦੂਸਰੇ ਪੈਰੇ ਤੇ ਜਾ ਕੇ ਦੇਖੋ ਤਾਂ 1994 ਆ ਤੁਹਾਡੇ ਸਾਹਮਣੇ ਪਿਆ ਜੀ। ਇਹਦਾ ਮਤਲਬ ਕੀ ਨਿਕਲਿਆ? ਆ ਤੁਹਾਡਾ 10ਵੇਂ ਨੰਬਰ ਵਾਲਾ ਕੁਐਸਚਨ ਹੈ ਜੀ, ਇਹ ਤੁਹਾਡਾ 10ਵੇਂ ਨੰਬਰ ਵਾਲਾ। ਹੁਣ 1970 ਲੱਭ ਲਓ ਜੀ, 1970 ਵੀ ਇੱਕ ਚ ਲਿਖਿਆ ਪਿਆ ਸੀ ਜੀ ਆਪਾਂ ਨੂੰ, 1970 ਜੀ, ਆ ਪਿਆ ਜੀ 1970, ਆ ਪਿਆ ਜੀ 1970 ਨੰਬਰ ਵਾਲਾ। ਆਪਣਾ ਕਿੰਨਾ ਸੀਗਾ ਜੀ? ਇਹ ਆਪਣਾ ਸੀਗਾ ਜੀ 8ਵੇਂ ਨੰਬਰ ਵਾਲਾ ਕੁਐਸਚਨ ਹੈ। ਇਹ ਤੁਹਾਡਾ ਹੈਗਾ 8ਵੇਂ ਨੰਬਰ ਵਾਲਾ ਕੁਐਸਚਨ। ਸੋ 8ਵਾਂ ਤੁਹਾਡਾ ਸੀ ਦੇ ਵਿੱਚ ਪਿਆ ਜੀ, ਤੇ 10ਵਾਂ ਤੁਹਾਡਾ ਐਫ ਵਿੱਚ ਪਿਆ। ਇਹਦਾ ਮਤਲਬ 9ਵਾਂ ਕਿੱਥੇ ਆ ਜੀ? 9ਵਾਂ ਵਿੱਚ ਵਿਚਾਲੇ ਆ ਜੀ। 9ਵੇਂ ਦੇ ਵਿੱਚ ਕਿਹੜਾ ਕੀਵਰਡ ਕੰਮ ਕਰਦਾ? ਰੋਕੋ। ਇੱਕ ਹੋਰ ਪ੍ਰੋਪਰ ਨਾਉਨ ਮਿਲ ਗਿਆ ਜੀ। ਇੱਥੇ ਕੋਈ ਪਾਵਰ, ਉਹ ਕਹਿੰਦੇ ਸੋਲਰ ਪਾਵਰਡ ਹਾਊਸ ਦੀ ਗੱਲ ਕਰੀ ਜਾਂਦੇ ਆ, ਰੋਕੋ।
ਚਲੋ ਜਾ ਕੇ ਦੇਖਦੇ ਹਾਂ ਜੀ ਕਿ ਰੁਕੋ ਕੀਵਰਡ ਕਿਤੇ ਲਿਖਿਆ ਹੋਵੇ। ਸੀ ਤੋਂ ਗਾਂ ਦੇਖਦੇ ਹਾਂ ਕਰੀ ਜਾ ਕੇ, ਤਾਂ ਔਰ ਆ ਤੁਹਾਡਾ ਪਿਆ ਜੀ, ਧਿਆਨ ਨਾਲ ਦੇਖਿਓ ਜੀ, ਆ ਤੁਹਾਡਾ ਰੁਕੋ ਵਰਡ ਪਿਆ ਜੀ ਇੱਥੇ। ਹਲੋ ਜੀ, ਇਹਦਾ ਮਤਲਬ ਇਹ ਕਿਤੇ ਨਾ ਕਿਤੇ ਤੁਹਾਡਾ ਕੀ ਹੋ ਸਕਦਾ ਜੀ, 9ਵੇਂ ਨੰਬਰ ਵਾਲਾ ਹੋ ਸਕਦਾ ਜੀ। ਔਰ ਰੁਕੋ ਜਾ ਕੇ ਕਿਤੇ ਜੇ ਹੋਰ ਨਾ ਲਿਖਿਆ ਹੋਵੇ ਤਾਂ ਉਹ ਤੁਹਾਡਾ 9ਵੇਂ ਨੰਬਰ ਵਾਲਾ ਪੱਕਾ ਹੋ ਜਾਣਾ ਜੀ ਉੱਥੇ। ਅੱਗੇ ਜਾ ਕੇ ਵੀ ਦੇਖ ਲਈਏ, ਬਾਕੀ ਵੀ ਲੱਭ ਲਈਏ ਜੀ। 8ਵਾਂ ਆਪਾਂ ਟਾਰਗੇਟ ਕਰ ਲਿਆ, 9ਵਾਂ ਆਪਾਂ ਟਾਰਗੇਟ ਕਰ ਲਿਆ, 10ਵੀਂ ਲੋਕੇਸ਼ਨ ਆਪਾਂ ਨੂੰ ਲੱਭ ਗਈ। ਹਾਂਜੀ ਜੀ, ਉਦੋਂ ਉੱਪਰ ਜਾ ਕੇ ਦੇਖਦੇ ਆ ਜੀ, ਫੋਟੋਵੋਲਟਿਕ ਆਰ ਯੂਜ਼ਡ, ਆਹ ਵਾਲੀ ਚੀਜ਼। ਇਹ ਹੁਣ ਜੇ ਮੰਨ ਕੇ ਚੱਲੋ ਇਹਨਾਂ ਨੇ ਸੀ ਦੇ ਵਿੱਚ ਪਾਇਆ 8ਵਾਂ, ਤਾਂ 7ਵਾਂ ਫਿਰ ਕਿੱਥੇ ਹੋਊਗਾ ਜੀ? 7ਵਾਂ ਜਾਂ ਤਾਂ ਆਹ ਵਾਲੀ ਹੈਡਿੰਗ ਹੈ ਜੀ, ਤੇ ਜਾਂ ਫਿਰ ਇਹਦੀ ਕਿਹੜੀ ਹੈ ਜੀ, ਆਹ ਵਾਲੀ ਜੀ, ਫੋਟੋਵੋਲਟਿਕ। ਇਹ ਤੁਹਾਡਾ 7ਵੇਂ ਕੁਐਸਚਨ ਦਾ ਆਨਸਰ ਪਿਆ ਜੀ, ਇੰਨੀ ਜਗ੍ਹਾ ਦੇ ਵਿੱਚ। 7ਵਾਂ ਹੋ ਗਿਆ, 8ਵਾਂ ਹੋ ਗਿਆ, 9ਵਾਂ ਹੋ ਗਿਆ, 10ਵਾਂ ਹੋ ਗਿਆ, ਤੇ ਜਿਹੜੇ 10ਵੇਂ ਤੋਂ ਨੀਚੇ ਵਾਲੇ ਹੁਣ ਹੈਗੇ ਆ ਜੀ, ਕਿਹੜਾ 11ਵਾਂ 12ਵਾਂ ਤੇ 13ਵਾਂ। ਤੁਹਾਡਾ 11ਵਾਂ 12ਵਾਂ 13ਵਾਂ ਸਿਰਫ ਜੀ ਤੇ ਐਚ, ਇਹਨਾਂ ਤਿੰਨਾਂ ਚ ਹੀ ਪਏ ਆ ਜੀ, 11ਵਾਂ 12ਵਾਂ ਤੇ 13ਵਾਂ, ਇਹ ਤੁਹਾਡੇ ਪਏ ਆ ਜੀ। ਹਾਂਜੀ ਜੀ, ਲੱਗ ਗਿਆ ਪਤਾ ਜੀ? ਯਾਨੀ ਕਿ ਆਪਾਂ ਨੂੰ ਕਮ ਸੇ ਕਮ 1 ਮਿੰਟ ਲੱਗਾ ਹੋਣਾ ਸਾਰੇ ਟਰੂ ਫਾਲਸ ਨੂੰ ਸਕੈਨ ਕਰਨ ਦੇ ਲਈ। ਕਲੀਅਰ ਹੈ ਜੀ? ਹਾਂਜੀ ਸਰ। ਠੀਕ ਹੈ, ਚਲੋ ਜੀ ਹੁਣ ਆਪਾਂ ਇਹਨਾਂ ਨੂੰ ਪੜ੍ਹਦੇ ਹਾਂ ਜੀ। ਇਹ ਪੜ੍ਹਦੇ ਪੜ੍ਹਦੇ ਨਾਲੇ ਆਪਾਂ ਹੈਡਿੰਗ ਦੇ ਫੈਮਿਲੀਅਰ ਹੋ ਜਾਾਂਗੇ, ਫਿਰ ਆਪਾਂ ਦੇਖਦੇ ਹਾਂ ਜੀ ਇਹਦਾ ਕੀ ਬਣਦਾ। ਚਲੋ ਜੀ, ਸਭ ਤੋਂ ਪਹਿਲਾਂ ਜਿਹੜੇ ਤੇ ਆਪਾਂ ਬੇਸ ਤੇ ਗਏ ਸੀ, ਆਪਾਂ ਬੇਸ ਨੂੰ ਹੀ ਲੱਭਦੇ ਹਾਂ ਜੀ ਪਹਿਲਾਂ। ਕਿਹੜਾ? ਜਿਹੜਾ 1994 ਵਾਲਾ ਸੀਗਾ ਜੀ, 1994 ਵਾਲਾ। ਹਾਂਜੀ ਜੀ, ਤਾਂ ਕੀ ਕਹਿੰਦੇ 1994 ਦੇ ਵਿੱਚ ਜੀ, ਕਹਿੰਦੇ ਧਿਆਨ ਨਾਲ ਦੇਖਿਓ ਜੀ, ਕਹਿੰਦੇ ਜੀ 1994 ਦੇ ਵਿੱਚ ਜਿਹੜੀ ਜੈਪਨੀਜ਼ ਗਵਰਨਮੈਂਟ ਆ ਵਾਜ਼ ਪ੍ਰੋਵਾਈਡਿੰਗ, ਉਹ ਪ੍ਰੋਵਾਈਡ ਕਰ ਰਹੀ ਸੀਗੀ ਜੀ ਹਾਫ ਆਫ ਦਾ ਮਨੀ, ਕਮ ਸੇ ਕਮ ਹਾਫ ਮਨੀ ਜੀ। ਹਾਂਜੀ, ਪ੍ਰੋਵਾਈਡ ਕਰ ਰਹੀ ਸੀ ਹਾਫ ਆਫ ਦਾ ਮਨੀ ਰਿਕੁਆਇਰਡ, ਜਿਹੜੀ ਮਨੀ ਚਾਹੀਦੀ ਸੀਗੀ ਕਿੱਥੇ ਜੀ, ਫॉर ਇੰਸਟਾਲਿੰਗ ਫੋਟੋਵੋਲਟਿਕ ਔਨ ਹੋਮਸ। ਕਹਿੰਦੇ ਜੀ 1994 ਦੇ ਵਿੱਚ ਜਿਹੜੀ ਜੈਪਨੀਜ਼ ਗਵਰਨਮੈਂਟ ਸੀਗੀ ਉਹ ਹਾਫ ਆਫ ਦਾ ਅਮਾਉਂਟ ਪੇ ਕਰਦੀ ਸੀ ਆਪਣੇ ਕੋਲੋਂ। ਜੇ ਕਿਸੇ ਨੇ ਕਹਿੰਦੇ ਫੋਟੋਵੋਲਟਿਕ ਜਾਨੀ ਕਿ ਘਰੇ ਕਿਸੇ ਨੇ ਇੰਸਟਾਲ ਕਰਾਉਣਾ ਸੀ, ਤਾਂ ਇਹ ਹਾਫ ਆਫ ਦਾ ਮਨੀ ਖੁਦ ਪ੍ਰੋਵਾਈਡ ਕਰਦੀ ਸੀ। ਚਲੋ ਜਾ ਕੇ ਦੇਖੀਏ ਕਿ 1994 ਦੇ ਵਿੱਚ ਇਦਾਂ ਹੋਇਆ ਸੀ ਜੀ। 1994 ਦਾ ਆਪਣੇ 10ਵੇਂ ਨੰਬਰ ਵਾਲੀ ਲੋਕੇਸ਼ਨ ਪਈ ਹੈ ਜੀ, ਆ ਤੁਹਾਡੇ ਸਾਹਮਣੇ ਲਾਈਨ ਉਹ ਪੜਾਂਗੇ ਜਿੱਥੇ ਲਿਖਿਆ ਜੀ, ਧਿਆਨ ਨਾਲ ਦੇਖਿਓ। ਦਾ ਤੋਂ ਹਮ ਲੱਗੇ, ਉਹ ਕਹਿੰਦੇ ਕਿ ਦਾ ਪ੍ਰੋਗਰਾਮ ਕਿਹੜਾ ਜੀ? ਸਿੱਧਾ ਪਹਿਲੀ ਲਾਈਨ ਤੇ ਜਾਨੀ ਕਿ ਵੱਜੋ, ਜਾਪਾਨ ਦਾ ਕੋਈ ਪ੍ਰੋਗਰਾਮ ਆ। ਇਹਦਾ ਮਤਲਬ ਕੀ ਨਿਕਲਿਆ ਜੀ? ਬਿਲਕੁਲ ਕੰਟਰੀ ਸਹੀ ਹੈ, ਬਿਲਕੁਲ ਜੀ। ਜੈਪਨੀਜ਼ ਗਵਰਨਮੈਂਟ ਦਾ ਕੋਈ ਪ੍ਰੋਗਰਾਮ ਵਗੈਰਾ ਹੈਗਾ, ਜਾਪਾਨ ਦਾ ਕੋਈ ਪ੍ਰੋਗਰਾਮ ਹੈ ਜੀ। ਇਹ ਪ੍ਰੋਗਰਾਮ ਕੀ ਕਹਿੰਦਾ ਜੀ? ਧਿਆਨ ਨਾਲ ਦੇਖਿਓ, ਕਹਿੰਦੇ ਦਾ ਪ੍ਰੋਗਰਾਮ ਮੇਡ ਏ ਮੋਡੈਸਟ ਸਟਾਰਟ। ਕਹਿੰਦੇ ਇਹਨੇ ਜੀ ਇੱਕ ਮੋਡੈਸਟ ਸਟਾਰਟ ਕੀਤਾ 1994 ਦੇ ਵਿੱਚ, ਜਦੋਂ ਕਹਿੰਦੇ ਉਹ ਕਹਿੰਦੇ ਕਿ 539 ਸਿਸਟਮ ਸੀਗੇ ਜਿਹੜੇ ਇੰਸਟਾਲ ਕੀਤੇ ਗਏ ਸੀਗੇ ਵਿਦ ਏ ਗਵਰਨਮੈਂਟ ਸਬਸਿਡੀ। ਬਿਲਕੁਲ ਜੀ, ਗਵਰਨਮੈਂਟ ਨੇ ਕੰਮ ਕੀਤਾ ਹੈ, ਯਾਨੀ ਕਿ 539 ਸਿਸਟਮ ਇੰਸਟਾਲ ਕੀਤੇ ਇਹਨਾਂ ਨੇ। ਸਿਸਟਮ ਕਿਹੜੇ ਆ? ਜਿਹੜੇ ਫੋਟੋਵੋਲਟਿਕ ਆ ਜੀ, ਸਾਰੇ ਪਹਿਰੇ ਚ ਗੱਲ ਹੋਈ ਜਾਂਦੀ ਉਹਦੀ। ਤੇ ਇਹਨਾਂ ਨੇ ਸਬਸਿਡੀ ਕਿੰਨੀ ਦਿੱਤੀ ਸੀਗੀ? 50% ਦੀ। ਹੁਣ ਧਿਆਨ ਨਾਲ ਦੇਖੋ, ਤੁਹਾਡਾ ਕੁਐਸਚਨ ਕਹਿੰਦੇ 1994 ਦੇ ਵਿੱਚ ਗਵਰਨਮੈਂਟ ਨੇ ਉਹ ਜਿਹੜੇ ਸਿਸਟਮ ਵਗੈਰਾ ਲਾਉਣੇ ਸੀਗੇ ਫੋਟੋਵੋਲਟਿਕ, ਉਹਨਾਂ ਦੇ ਵਿੱਚ ਹਾਫ ਯੋਗਦਾਨ ਪਾਇਆ ਮਨੀ ਦੇ ਮਾਮਲੇ 'ਚ। ਇਹ ਕਹਿੰਦੇ 1994 ਬਿਲਕੁਲ ਸਿਸਟਮ ਹਾਂਜੀ ਇੰਸਟਾਲ ਹੋਏ ਵੀ ਗਵਰਨਮੈਂਟ ਦੇ ਦੁਆਰਾ। ਸਬਸਿਡੀ ਦਾ ਮਤਲਬ ਗਵਰਨਮੈਂਟ ਨੇ ਪੈਸੇ ਦਿੱਤੇ ਕਿੰਨੇ ਜੀ? 50%। ਤਾਂ ਇਹ ਕੀ ਆ ਗਿਆ ਜੀ? ਸਾਰਾ ਕੁਐਸਚਨ ਕੀ ਹੋ ਗਿਆ ਜੀ? ਹਾਂ ਬਿਲਕੁਲ ਜੀ। ਤਾਂ ਇਹ ਕੀ ਹੋ ਗਿਆ ਜੀ? ਧਿਆਨ ਨਾਲ ਦੇਖਿਓ, ਤਾਂ ਇਹ ਆਪਣਾ ਜਿਹੜਾ ਸੀਗਾ 10ਵੇਂ ਨੰਬਰ ਵਾਲਾ ਇਹ ਟਰੂ ਹੋ ਗਿਆ। ਹੁਣ ਨਾਲ ਦੀ ਨਾਲ ਹੀ ਆਪਾਂ ਕੀ ਕਰਾਂਗੇ ਜੀ, ਆਪਾਂ 1970 ਵਾਲਾ ਤੇ ਵਿੱਚ ਆਪਣਾ ਆਹ ਵਾਲਾ ਕੈਦ ਹੋ ਜਾਊਗਾ 9ਵੇਂ ਨੰਬਰ ਵਾਲਾ। 1970 ਵਾਲਾ ਮਿੰਟੋ ਮਿੰਟ ਹੀ ਜਾ ਕੇ ਪੜ੍ਹ ਕੇ ਆਉਂਦੇ ਆ। ਕਹਿੰਦੇ 1970 ਤੋਂ, ਸਿੰਸ ਦਾ ਮਤਲਬ 1970 ਤੋਂ ਯੂਐਸ ਗਵਰਨਮੈਂਟ ਜਿਹੜੀ ਹੈਗੀ ਆ ਹੈਜ਼ ਪ੍ਰੋਵਾਈਡਡ, ਯੂਐਸ ਗਵਰਨਮੈਂਟ ਪ੍ਰੋਵਾਈਡ ਕਰ ਚੁੱਕੀ ਹੈ। ਕੀ ਪ੍ਰੋਵਾਈਡ ਕਰ ਚੁੱਕੀ ਹੈ? ਕੰਟੀਨਿਊਡ ਸਪੋਰਟ। ਕੰਟੀਨਿਊ ਦਾ ਮਤਲਬ ਲਗਾਤਾਰ। ਕਹਿੰਦੇ ਜੀ 1970 ਤੋਂ ਯੂਐਸ ਗਵਰਨਮੈਂਟ ਲਗਾਤਾਰ ਸਪੋਰਟ ਪ੍ਰੋਵਾਈਡ ਕਰ ਚੁੱਕੀ ਆ, ਕਾਹਦੇ ਲਈ? ਫॉर ਦਾ ਯੂਜ਼ ਆਫ ਫੋਟੋਵੋਲਟਿਕ ਇਨ ਹੋਮ। ਚਲੋ ਜਾ ਕੇ ਦੇਖੀਏ ਜੀ ਕਿ ਯੂਐਸ ਦੀ ਗਵਰਨਮੈਂਟ ਨੇ 1970 ਤੋਂ ਲੈ ਕੇ ਲਗਾਤਾਰ ਸਪੋਰਟ ਪ੍ਰੋਵਾਈਡ ਕੀਤੀ ਹੈ ਜੀ। ਤਾਂ 1970 ਵਾਲਾ ਆਪਣਾ ਗਿਆ ਜੀ ਵਾਲਾ ਜੀ 1970। ਸਿੱਧੀ ਆਪਾਂ ਲਾਈਨ ਪੜਾਂਗੇ ਜੀ, ਕੀ ਕਹਿੰਦੇ ਜੀ, ਜਿਹੜਾ ਫਸਟ ਜਿਹੜਾ ਸਿਸਟਮੈਟਿਕ ਐਕਸਪਲੋਰੇਸ਼ਨ ਸੀਗੀ ਜੀ ਫੋਟੋਵੋਲਟਿਕ ਦੀ, ਸ਼ੁਰੂ ਹੋਈ ਸੀ ਯੂਐਸ 'ਚ 1970 'ਚ। ਹਾਲੇ ਤੱਕ ਤਾਂ ਕੋਈ ਗੱਲ ਹੀ ਨਹੀਂ ਕੀਤੀ ਜੀ ਫੰਡਿੰਗ ਵਗੈਰਾ ਦੀ ਜਾਂ ਸਪੋਰਟ ਵਗੈਰਾ ਦੀ। ਇਹ ਇੱਕ ਪ੍ਰੋਗਰਾਮ ਯਾਨੀ ਕਿ ਵੈਲ ਕਨਵਿੰਸਡ ਸੀਗਾ, ਲੋਕਾਂ ਨੂੰ ਕਨਵਿੰਸ ਕੀਤਾ। ਕਹਿੰਦੇ ਨੰਬਰ ਆਫ ਰੈਜ਼ੀਡੈਂਟ ਸੀਗੇ ਜੀ ਓਕੇ
ਕਿਤੇ ਨਹੀਂ ਗੱਲ ਕੀਤੀ, ਇਹਨੂੰ ਤੇਜ਼ ਪੜਿਆ ਕਰੋ, ਕਲਾਈਮੇਟ ਦੀਆਂ ਗੱਲਾਂ ਕਰੀ ਜਾਂਦੇ ਜੀ। ਇਹ ਜਿਹੜੇ ਸਟੇਸ਼ਨ ਸੀਗੇ ਕੰਟੇਨਡ ਨੰਬਰ ਆਫ ਡੰਮੀ ਹਾਊਸ ਸੀ ਇਹਦੇ ਵਿੱਚ। ਆਪਾਂ ਲੱਭਣਾ ਚਾਹੁੰਦੇ ਕਿ ਕੀ ਗਵਰਨਮੈਂਟ ਨੇ ਲਗਾਤਾਰ ਸਪੋਰਟ ਕੀਤੀ। ਜਦੋਂ ਤੁਹਾਨੂੰ ਲੱਗ ਰਿਹਾ ਗੱਲਾਂ ਹੋਰ ਹੋ ਜਾਂਦੀਆਂ, ਤੇਜ਼ ਪੜਿਆ ਕਰੋ। ਹੋਮਸ ਕਹਿੰਦੇ ਜੀ ਕਮਿਊਨਿਟੀ ਕਲੋਜ਼ ਟੂ ਸਟੇਸ਼ਨਾਂ ਦੇ ਕੋਲੇ ਸੀ, ਕੋਈ ਗੱਲ ਨਹੀਂ ਕੀਤੀ ਜੀ ਹਲੇ ਤੱਕ। ਕਹਿੰਦੇ ਜੀ એનર્ਜੀ ਇੱਥੇ ਤਾਂ ਹਜੇ ਗੱਲ ਦੱਸੀ ਜਾਂਦੇ ਚੀਜ਼ ਕਿੱਦਾਂ ਕਿੱਦਾਂ ਹੋਈ ਸੀਗੀ ਜੀ। ਲਾਸਟ ਲਾਈਨ ਤੇ ਦੇਖੋ, ਅ ਚੇਂਜ ਇਨ ਯੂਐਸ ਗਵਰਨਮੈਂਟ ਪ੍ਰਾਇੋਰਟੀਜ਼। ਆ ਦੇਖਿਓ ਜੀ 1970 ਤੋਂ ਇਹ ਚੀਜ਼ ਸਟਾਰਟ ਹੋਈ ਸੀਗੀ ਜੀ। ਬਾਅਦ ਚੋਂ ਕੀ ਹੋਇਆ ਜੀ, ਅ ਚੇਂਜ ਇਨ ਯੂਐਸ ਗਵਰਨਮੈਂਟ ਪ੍ਰਾਇੋਰਟੀਜ਼। ਗਵਰਨਮੈਂਟ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਸੀਗੀਆਂ ਜੀ ਉਹਨਾਂ ਦੇ ਵਿੱਚ ਚੇਂਜ ਹੋ ਗਿਆ। ਕਦੋਂ ਹੋਇਆ ਜੀ, 1980 ਦੀ ਜਿਹੜੀ ਸ਼ੁਰੂਆਤ ਸੀਗੀ ਉਦੋਂ ਕੁਝ ਕੁ ਚੇਂਜਸ ਹੋਈਆਂ। ਉਹਨੇ ਹਾਲਟਡ ਦਿਸ ਪ੍ਰੋਗਰਾਮ, ਇਹ ਪ੍ਰੋਗਰਾਮ ਨੂੰ ਹਾਲਟ ਕਰਤਾ ਜੀ ਉਹਨਾਂ ਨੇ। ਤਾਂ ਧਿਆਨ ਨਾਲ ਦੇਖਿਓ ਜੀ, ਇਹਨਾਂ ਨੇ ਕਿਹਾ ਜੀ ਇੱਕ ਸਿਸਟਮੈਟਿਕ ਐਕਸਪਲੋਨੇਸ਼ਨ ਸਟਾਰਟ ਹੋਈ ਸੀਗੀ ਜੀ। ਕਹਿੰਦੇ ਯੂਐਸ ਨੇ ਇਹ ਸਟਾਰਟ ਕੀਤੀ ਸੀ 1970 ਦੇ ਵਿੱਚ। ਵੈਲ ਕਨਵਿੰਸਡ ਪ੍ਰੋਗਰਾਮ ਸੀ, ਲੋਕਾਂ ਨੇ ਗਵਰਨਮੈਂਟ ਨੇ ਲੋਕਾਂ ਨੂੰ ਰਾਜੀ ਕੀਤਾ ਸੀ ਇਹ ਚੀਜ਼ ਦੇ ਲਈ। ਤੇ ਗਵਰਨਮੈਂਟ ਨੇ ਸਟੇਸ਼ਨ ਵਗੈਰਾ ਸਿਲੈਕਟ ਕੀਤੇ ਆ, ਸਾਰੀਆਂ ਚੀਜ਼ਾਂ ਕੀਤੀਆਂ ਜੀ, ਜੋ ਵੀ ਚੀਜ਼ਾਂ ਸੀਗੀਆਂ ਜੀ। ਡਮੀ ਹਾਊਸ ਬਣਾ ਕੇ ਦਿੱਤੇ ਜੀ ਉਹਨਾਂ ਨੇ, ਗਵਰਨਮੈਂਟ ਨੇ। ਆਪਣਾ ਕੁਐਸਚਨ ਕੀ ਕਹਿੰਦਾ, 1970 ਤੋਂ ਇਹ ਜਿਹੜੀ ਸਪੋਰਟ ਸੀ ਗਵਰਨਮੈਂਟ ਦੇ ਦੁਆਰਾ ਉਹ ਲਗਾਤਾਰ ਹੀ ਹੁੰਦੀ ਰਹੀ 1970 ਤੋਂ। ਲਾਸਟ ਲਾਈਨ ਦੇ ਵਿੱਚ ਲਿਖਿਆ ਪਿਆ ਜੀ ਗਵਰਨਮੈਂਟ ਦੀਆਂ ਪ੍ਰਾਇੋਰਟੀਆਂ ਚੇਂਜ ਹੋ ਗਈਆਂ ਸੀਗੀਆਂ ਤੇ 1980 ਤੋਂ ਪਹਿਲਾਂ ਇਹ ਪ੍ਰੋਗਰਾਮ ਹਾਲਟਡ ਹੋ ਗਿਆ ਸੀਗਾ ਜੀ। ਹੁਣ ਇਹ ਵੋਕੈਬਲਰੀ ਤੇ ਆ ਕੇ ਖੜ ਗਿਆ ਜੀ, ਹਾਲਟਡ। ਕੀ ਲਵਾਂ ਜੀ ਇਹਦਾ, ਸਪੋਰਟ ਕੰਟੀਨਿਊ ਰਹੀ 1970 ਤੋਂ ਜੀ। ਫਾਲਸ ਆਊ ਸਰ, False, ਫਾਲਸ ਕੀ ਹੁੰਦਾ, ਹਾਲਟ ਦਾ ਮਤਲਬ ਕੀ ਹੁੰਦਾ? ਹਾਲਟ ਦਾ ਮਤਲਬ ਕਿ ਪ੍ਰੋਸੈਸ ਨੂੰ ਵੀ ਉਹਨਾਂ ਨੇ ਰੋਕਤਾ ਜਾਂ ਕੋਈ Stop ਹੋਣਾ। ਬਿਲਕੁਲ ਜੀ, ਹਾਂ। ਤਾਂ ਇਹਦਾ ਮਤਲਬ ਹਾਲਟ ਦਾ ਮਤਲਬ ਜੀ ਡਿੱਕਾ ਲੱਗਣਾ, ਯਾਨੀ ਕਿ ਰੁਕਾਵਟ ਲੱਗਣੀ, ਜਾਂ ਯਾਨੀ ਕਿ ਬੈਰੀਅਰ। ਆ ਇਹਦੇ ਸਾਰੇ ਕੀਵਰਡ। ਤਾਂ ਉਹਨਾਂ ਨੇ ਕਿਹਾ ਕੰਟੀਨਿਊਸ ਆ, ਇਹਨਾਂ ਨੇ ਕਿਹਾ ਹਾਲਟ ਹੋ ਗਿਆ। ਇਹ ਤਾਂ ਫਾਲਸ ਹੋ ਗਿਆ ਜੀ। ਫਿਰ ਇਹਦਾ ਮਤਲਬ ਇਹ ਆਪਣਾ ਕੀ ਹੋ ਗਿਆ ਜੀ, ਇਹ ਤਾਂ ਆਪਣਾ ਫਾਲਸ ਹੋ ਗਿਆ ਜੀ। 8ਵੇਂ ਨੰਬਰ ਵਾਲਾ ਜੀ। 9ਵੇਂ ਵਾਲਾ ਰਹਿ ਗਿਆ ਜੀ ਆਪਣਾ। 9ਵੇਂ ਵਾਲਾ ਇਹਦੇ ਵਿੱਚ ਕਹਿਦਾ ਜੀ, ਚਲੋ 9ਵੇਂ ਵਾਲਾ ਵੀ ਲੱਭਦੇ ਹਾਂ। ਸੋਲਰ ਪਾਵਰ ਹਾਊਸ ਜਿਹੜੇ ਸੀਗੇ ਜੀ, ਸੋਲਰ ਪਾਵਰਡ ਹਾਊਸ ਜਿਹੜੇ ਹੈਗੇ ਕਿੱਥੇ, ਰੋਕੋ ਆਈਲੈਂਡ ਦੇ ਉੱਪਰ। ਉਹ ਜਿਹੜੇ ਸੋਲਰ ਪਾਵਰਡ ਹਾਊਸ ਹੈਗੇ ਕਿੰਦੇ ਉੱਪਰ ਜੀ, ਰੋਕੋ ਯਾਨੀ ਕਿ ਆਈਲੈਂਡ ਦੇ ਉੱਪਰ। ਉਹ ਇਨਹੈਬਿਟੇਟਡ ਆ, ਸੌਰੀ, ਜੇ ਆਪਾਂ ਇਨਹੈਬਿਟੇਟਡ ਦਾ ਮੀਨਿੰਗ ਦੇਖੀਏ, ਇਨਹੈਬਿਟਡ ਇਹਦਾ ਮਤਲਬ ਕੀ ਹੁੰਦਾ? ਓਕੇ, ਇਨਹੈਬਿਟੈਂਟਸ ਹੁੰਦੇ ਆ ਰਹਿਣ ਵਾਲੇ, ਤੇ ਇਨਹੈਬਿਟੈਂਟ ਦਾ ਮਤਲਬ ਕਿ ਉੱਥੇ ਕੋਈ ਨਾ ਕੋਈ ਰਹਿੰਦਾ ਸੀਗਾ ਜੀ। ਇਨਹੈਬਿਟਡ ਦਾ ਮਤਲਬ ਉਹ ਸਪੇਸ, ਉਹ ਜਗ੍ਹਾ ਤੇ ਜਿਹੜੇ ਇਨਹੈਬਿਟੈਂਟਸ ਉਹ ਰਹਿੰਦੇ ਸੀਗੇ। ਤੇ ਮੂਹਰੇ ਇਹਦੇ ਇੱਕ ਇਹਨਾਂ ਨੇ ਆਹ ਵਾਲਾ ਵਰਡ ਲੱਖਤਾ ਜੀ, ਅਨ। ਇਹਦਾ ਮਤਲਬ ਆਹ ਜਿਹੜੇ ਵੀ ਵਰਡ ਦੇ ਮੂਹਰੇ ਆਹ ਵਾਲਾ ਆਪਾਂ ਨੇ ਕੀ ਪ੍ਰੀਫਿਕਸ ਰੱਖ ਦਈਏ, ਉਹ ਤਾਂ ਨੈਗੇਟਿਵ ਮੀਨਿੰਗ ਧਾਰਨ ਕਰ ਲੈਂਦਾ ਜੀ। ਇਹਦਾ ਮਤਲਬ ਕੀ ਨਿਕਲਿਆ ਕਿ ਜਿਹੜਾ ਰੋਕੋ ਆਈਲੈਂਡ ਸੀਗਾ, ਜਿਹੜੇ ਉਹਦੇ ਤੇ ਸੋਲੋ ਪਾਵਰਡ ਹਾਊਸ ਸੀਗੇ ਜੀ, ਉਹ ਅਨਇਨਹੈਬਿਟੈਂਟ ਸੀਗੇ। ਇਹਦਾ ਮਤਲਬ ਕੀ ਆ, ਉੱਥੇ ਕੋਈ ਰਹਿੰਦਾ ਨਹੀਂ ਸੀਗਾ, ਉੱਥੇ ਇਨਹੈਬਿਟਡ ਨਹੀਂ ਕੀਤਾ ਸੀ ਉਹ ਜਗ੍ਹਾ ਨੂੰ। ਇਨਹੈਬਿਟਡ ਦਾ ਮਤਲਬ ਲੋਕਾਂ ਨੇ ਰੋਕੀ ਹੋਈ ਸੀ, ਲੋਕ ਰਹਿੰਦੇ ਸੀ, ਤੇ ਮੂਹਰੇ ਇੱਕ ਆਹ ਵਾਲਾ ਪ੍ਰੀਫਿਕਸ ਲਾਤਾ। ਇਹਦਾ ਮਤਲਬ ਕੀ ਨਿਕਲਿਆ ਕਿ ਨਹੀਂ ਰਹਿੰਦਾ ਸੀ, ਨਾਟ ਇਨਹੈਬਿਟਡ। ਚਲੋ ਜੀ ਆਪਾਂ ਜਾ ਕੇ ਵੈਰੀਫਾਈ ਕਰਕੇ ਆਉਂਦੇ ਹਾਂ ਕਿ ਰੋਕੋ ਆਈਲੈਂਡ ਦੇ ਉੱਪਰ ਜਿਹੜੇ ਸੋਲਰ ਪਾਵਰਡ ਹਾਊਸਸ ਸੀਗੇ ਜੀ, ਉਹਨਾਂ ਤੇ ਕੋਈ ਰਹਿੰਦਾ ਨਹੀਂ ਸੀਗਾ ਜੀ। ਇੱਕ ਵਰਡ ਦਿੱਤਾ ਸੀ ਅਨਇਨਹੈਬਿਟਡ। ਚਲੋ ਜੀ, ਆਹ ਆਪਾਂ ਨੂੰ ਇੱਥੇ ਗੱਲ ਕੀਤੀ ਜੀ ਇਹਨਾਂ ਨੇ, ਰੋਕੋ ਆਈਲੈਂਡ। ਆਪਾਂ ਚਲੋ ਜੀ ਵੈਰੀਫਾਈ ਕਰਦੇ। ਇੱਕ ਕਹਿੰਦੇ ਨੇ ਕਿ ਲਾਰਜ ਰੈਜ਼ੀਡੈਂਸ਼ੀਅਲ, ਓਕੇ, ਰੈਜ਼ੀਡੈਂਸ਼ੀਅਲ ਟੈਸਟ ਸਟੇਸ਼ਨ ਸੀਗਾ ਜਿਹੜਾ ਇੰਸਟਾਲ ਕੀਤਾ ਗਿਆ ਸੀ ਰੋਕੋ ਆਈਲੈਂਡ ਦੇ ਉੱਪਰ। ਸ਼ੁਰੂ ਹੋਇਆ ਸੀ 1986 ਚ। ਆਪਾਂ ਦੇਖਣਾ ਵੀ ਕੀ ਇੱਥੇ ਕੋਈ ਰਹਿੰਦਾ ਸੀਗੇ। ਇਹ ਇੰਸਟਾਲੇਸ਼ਨ ਸੀਗੀ, ਆ ਦੱਸੀ ਜਾਂਦੀ 18 ਡੰਮੀਆਂ ਸੀ। ਇਹਨਾਂ ਵਿੱਚ ਇਕਵਿਪਡ ਦਾ ਮਤਲਬ ਕੀ ਹੁੰਦਾ, ਸਪਲਾਈ ਕੀਤੀ ਗਈ ਸੀ ਕਾਹਦੀ, ਹਾਂਜੀ 2 to 5 ਕਿਲੋਵਾਟ ਸਿਸਟਮ ਸੀ ਜੀ ਇੱਥੇ। ਕੁਝ ਇੱਥੇ some of the stimulated homes have their own, ਇੱਥੇ ਇਲੈਕਟ੍ਰੀਕਲ ਐਪਲੀਐਂਸਸ ਸੀਗੀਆਂ, ਇਹਦੇ ਵਿੱਚ ਟੀਵੀ ਸੀਗਾ ਜੀ, ਆ ਸਾਰਾ ਕੁਝ ਸੀਗਾ, ਵਿੱਚ ਸਵਿਚ ਔਨ ਆਫ ਹੁੰਦੀ ਸੀ ਜੀ। ਤੇ ਅੱਗੇ ਜਾ ਕੇ ਕੀ ਕਿਹਾ ਜੀ ਉਹਨਾਂ ਨੇ, ਰੈਫਰੀਜਰੇਟਰ ਸੀਗੇ ਤੇ ਕੰਡੀਸ਼ਨਰ ਸੀਗੇ, ਵਿੱਚ ਸਵਿਚ ਔਨ ਐਂਡ ਆਫ ਅੰਡਰ ਕੰਪਿਊਟਰ ਕੰਟਰੋਲ ਹੁੰਦਾ ਸੀ। ਪ੍ਰੋਵਾਈਡਿੰਗ ਏ ਲੈਵਿਸ਼ ਲਾਈਫਸਟਾਈਲ, ਲੈਵਿਸ਼ ਲਾਈਫਸਟਾਈਲ ਇਹ ਜਾਨੀ ਕਿ ਪ੍ਰੋਵਾਈਡ ਕਰਦਾ ਸੀਗਾ ਫॉर ਦਾ ਕਿਹਨਾਂ ਨੂੰ ਜੀ, ਨॉन ਐਗਜ਼ਿਸਟੈਂਟ ਆਕੂਪੈਂਟਸ ਨੂੰ। ਅੱਗੇ ਜਾ ਕੇ ਕੀ ਕਹਿੰਦੇ ਜੀ, ਫॉर ਅਦਰ ਸਿਸਟਮ, ਬਾਕੀ ਸਿਸਟਮ ਦੀ ਗੱਲ ਕਰਨ ਲੱਗੇ। ਓਕੇ ਜੀ,
ਆਪਣਾ ਹੁਣ ਕੁਐਸਚਨ ਕੀ ਸੀਗਾ ਜੀ? ਆਪਣਾ ਕੁਐਸਚਨ ਸੀਗਾ ਜੀ ਕਿ ਜਿਹੜਾ ਰੋਕੋ ਆਈਲੈਂਡ ਸੀਗਾ, ਇੱਥੇ ਜਿਹੜੇ ਸੋਲਰ ਪਾਵਰਡ ਹਾਊਸਸ ਸੀਗੇ ਜੀ ਉਹ ਅਨਇਨਹੈਬਿਟਡ ਸੀਗੇ, ਉੱਥੇ ਕੋਈ ਰਹਿੰਦਾ ਨਹੀਂ ਸੀਗਾ। ਇਹਨਾਂ ਨੇ ਕੀ ਕਿਹਾ ਜੀ, ਕਹਿੰਦੇ ਜੀ ਇੱਕ ਉਹ ਕਹਿੰਦੇ ਕਿ ਰੈਜ਼ੀਡੈਂਸ਼ੀਅਲ ਇੱਕ ਟੈਸਟ ਸਟੇਸ਼ਨ ਕੀਤਾ ਸੀ ਇੰਸਟਾਲ ਉਹਨਾਂ ਨੇ, ਇੱਕ ਟੈਸਟ ਸਟੇਸ਼ਨ ਸੀਗਾ ਕੋਈ ਨਾ ਕੋਈ ਟੈਸਟ ਕਰਨ ਵਾਸਤੇ। ਉਹਦੇ ਵਿੱਚ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜੀ, ਜਿਵੇਂ ਕਿ ਉਹਦੇ ਵਿੱਚ ਟੀਵੀ ਸੈੱਟ ਹੋ ਗਿਆ, ਰੈਫਰੀਜਰੇਟਰ ਹੋ ਗਿਆ, ਸਾਰਾ ਕੁਝ ਜੋ ਕਿ ਕੰਪਿਊਟਰ ਦੇ ਨਾਲ ਹੀ ਸਵਿਚ ਆਨ ਆਫ ਹੁੰਦੇ ਸੀ। ਲੈਵਿਸ਼ ਲਾਈਫਸਟਾਈਲ ਪ੍ਰੋਵਾਈਡ ਕਰਦਾ ਸੀ ਇਹ ਕਿਹਨਾਂ ਨੂੰ ਜੀ? ਨੌਨ ਐਗਜ਼ਿਸਟੈਂਟ ਆਕੂਪੈਂਟਸ ਜੀ, ਨੌਨ ਐਗਜ਼ਿਸਟੈਂਟ। ਮੈਨੂੰ ਦੱਸੋ ਜੀ ਕੀ ਲਾਉਣਾ ਚਾਹੀਦਾ ਜੀ ਮੈਨੂੰ ਇਹਦੇ 'ਚ? ਹਾਂਜੀ तो ट्रू ਟਰੂ ਲੱਗਾ ਸਰ ਨਾਮ ਟਰੂ ਆਊਗਾ ਜੀ ਟਰੂ। ਟਰੂ ਹੈ ਨਾ? ਧਿਆਨ ਨਾਲ ਦੇਖਿਓ, हाँ ਧਿਆਨ जी ਨਾਲ ਦੇਖੋ। ਇਹਦਾ ਜਾਣੀ ਕਿ ਐਗਜ਼ਿਸਟ ਦਾ known- ਮਤਲਬ ਕੀ ਹੁੰਦਾ? ਐਗਜ਼ਿਸਟ ਦਾ ਮਤਲਬ ਹੁੰਦਾ ਕੋਈ ਚੀਜ਼ ਸਟੋਰ ਹੈਗੀ ਆ। ਕਰਦੇ ਨੇ। ਹਾਂ ਹਾਂਜੀ ਨਾਮ ਦਾ ਹਾਂਜੀ। ਮਤਲਬ ਪੂਰੇ ਨੌਨ ਲਾਤਾ, ਇਹਦਾ ਮਤਲਬ ਕੋਈ ਚੀਜ਼ ਨਹੀਂ ਹੈਗੀ। ਤੇ ਕਿਹੜੀ ਚੀਜ਼ ਨਹੀਂ ਹੈਗੀ? ਆਕੂਪੈਂਟਸ ਕੌਣ ਹੁੰਦੇ ਆ? ਜਿਹੜੇ ਜਗ੍ਹਾ ਨੂੰ ਘੇਰਦੇ ਆ ਜੀ। ਘੇਰਦੇ ਨੇ। ਬਿਲਕੁਲ, ਇਹਦਾ ਮਤਲਬ ਸਰ ਇਹ ਤੋਂ ਪਹਿਲਾਂ ਕੁਐਸਚਨ ਸਮਝਾ ਦਿਓ ਜੀ, ਉਹ ਮੈਨੂੰ ਨੋਟ ਗਿਵਨ ਲੱਗਿਆ ਸੀਗਾ ਮੈਨੂੰ। ਕਿਹੜੇ ਵਾਲਾ ਜੀ? ਜਿਹੜਾ ਇਸ ਤੋਂ ਪਹਿਲਾਂ ਵਾਲਾ ਕੀਤਾ ਉਹ ਨੋਟ ਇਹ ਗਿਵਨ ਤੋਂ ਨਹੀਂ ਸੀ? ਪਹਿਲਾਂ ਵਾਲਾ, ਇਹ ਤੋਂ ਪਹਿਲਾਂ ਵਾਲਾ ਜੀ ਹਾਂਜੀ ਉਹ ਫਾਲਸ ਕਿਵੇਂ ਹੋ ਗਿਆ? ਫਾਲਸ। ਉਹਨਾਂ ਨੇ ਕਿਹਾ ਸੀ 1970 ਤੋਂ ਲਗਾਤਾਰ ਸਪੋਰਟ ਕੀਤੀ ਤੇ ਸਪੋਰਟ ਤਾਂ 1980 ਵਿੱਚ ਆ ਕੇ ਹਾਲਟ ਹੋ ਗਈ। ਨਹੀਂ ਜੀ ਸਪੋਰਟ ਦੀ ਗੱਲ ਤਾਂ ਕੀਤੀ ਨਹੀਂ ਸੀ ਉਹਨਾਂ ਨੇ ਜੀ। ਧਿਆਨ ਨਾਲ ਦੇਖੋ ਨਾ, ਇਹ ਇੱਕ ਵੈਲ ਕਨਵਿੰਸਡ ਪ੍ਰੋਗਰਾਮ ਸਟਾਰਟ ਕੀਤਾ ਸੀ ਜੀ ਉੱਥੋਂ ਦੇ ਯੂਐਸ ਨੇ। ਠੀਕ ਹੈ ਜੀ। ਸਮਝ ਲੱਗ ਗਈ? ਹਾਂਜੀ ਹਾਂਜੀ ਯੂਐਸ ਨੇ, ਆ ਦੇਖੋ ਨਾ, ਯੂਐਸ ਗਵਰਨਮੈਂਟ ਨੇ ਕੀਤਾ ਸਾਰਾ ਕੁਝ। ਲੱਗਿਆ ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ। ਤਾਂ ਨੀਚੇ ਵਾਲਾ ਸਾਰਿਆਂ ਨੂੰ ਪਤਾ ਲੱਗ ਗਿਆ। ਦੇਖੋ ਜੀ ਇਹਨਾਂ ਨੇ ਪੈਰਾਫਰੇਜ਼ਿੰਗ ਕੀਤੀ, ਆ ਦੇਖੋ ਅਨਇਨਹੈਬਿਟਡ, ਲੱਗਿਆ ਪਤਾ ਸਾਰਿਆਂ ਨੂੰ ਜੀ? ਅਨਇਨਹੈਬਿਟਡ ਦੇਖੋ ਕਿਹੜੇ ਵੇਦ ਨਾਲ ਇਹਨੂੰ ਉਹਨਾਂ ਨੇ ਪੈਰਾਫਰੇਜ਼ਿੰਗ ਕੀਤੀ। ਮਤਲਬ ਕਿ ਫੈਸਿਲਿਟੀਆਂ ਦਿੱਤੀਆਂ ਗਈਆਂ ਸੀ, ਲੋਕਾਂ ਤੇ ਟੈਸਟ ਹੁੰਦਾ ਸੀ, ਇੱਥੇ ਕੋਈ ਟੈਂਪਰੇਰੀ ਤੌਰ ਤੇ ਰਹਿੰਦਾ ਹੋਊਗਾ, ਬਟ ਇਹ ਵੈਸੇ ਇਲਾਕਾ ਕੀ ਸੀਗਾ? ਨੌਨ ਐਗਜ਼ਿਸਟੈਂਟ ਆਕੂਪੈਂਟਸ ਸੀਗੇ। ਕਲੀਅਰ ਹੈ ਜੀ ਸਾਰਿਆਂ ਨੂੰ? ਜੀ ਸਰ। ਠੀਕ ਹੈ हाँ ਜੀ, जी ਓਕੇ ਜੀ। ਤਾਂ ਇਹ ਆਪਣਾ ਕੀ ਆ ਗਿਆ? ਇਹਦਾ ਮਤਲਬ ਟਰੂ ਆ ਗਿਆ ਜੀ। ਓਕੇ ਜੀ, ਹੁਣ ਦੇਖੋ ਧਿਆਨ ਨਾਲ ਦੇਖਿਓ ਜੀ, ਆਪਣੇ ਜਿਹੜੇ ਨੈਕਸਟ ਹੈਗੇ ਆ 7ਵੇਂ ਦੀ ਲੋਕੇਸ਼ਨ ਆਪਣੇ ਕੋਲੇ ਪਈ ਆ, ਆਪਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਇਦੋਂ ਪਹਿਲਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ ਆਪਣੇ ਜੀ ਤੇ ਐਚ ਸਿਰਫ 2 ਪੈਰੇ ਆ ਜਿਨ੍ਹਾਂ ਦੇ ਵਿੱਚ 3 ਕੁਐਸਚਨ ਸੰਭੀ ਬੈਠੇ ਹੋ। ਪਹਿਲਾ ਕਿਹੜਾ ਜੀ? ਜਰਮਨੀ ਹੋ ਗਿਆ, ਇਟਲੀ ਹੋ ਗਿਆ, ਨੀਦਰਲੈਂਡ, ਆ 3 ਕੀਵਰਡ ਹੋ ਗਏ, ਨਾਲ ਹੀ ਆਸਟ੍ਰੇਲੀਆ, 4 ਕੀਵਰਡ ਜੀ। ਅੱਗੇ ਵਾਲੇ ਤੇ ਜਾ ਕੇ ਕੀਵਰਡ ਕਿਹੜਾ ਕੰਮ ਕਰਦਾ ਜੀ? ਗ੍ਰੀਨ ਹਾਊਸ ਗੈਸ ਨੂੰ ਚੇਂਜ ਥੋੜੀ ਕਰ ਸਕਦੇ ਆ। ਚਲੋ ਗੈਸ ਦੀ ਗੱਲ ਤਾਂ ਹੋਈ ਹੋਊਗੀ ਨਾ ਕਿਤੇ ਨਾ ਕਿਤੇ, ਜੇ ਗ੍ਰੀਨ ਹਾਊਸ ਨੂੰ ਚੇਂਜ ਵੀ ਕਰਤਾ ਤਾਂ। ਚਲੋ ਜੀ, ਤਾਂ ਅੱਗੇ ਜਾ ਕੇ 13ਵੇਂ ਚ ਕੀਵਰਡ ਚੱਕ ਲਓ ਜੀ ਇੱਕ, ਉਹਦੇ ਵਿੱਚ એનર્ਜੀ ਸੇਵਿੰਗ ਮੈਥਡਸ ਦੀ ਗੱਲ ਕੀਤੀ ਗਈ ਹੈ ਜੀ। ਬਾਕੀ ਇੰਪਰੂਵਮੈਂਟਸ ਦੀ ਗੱਲ ਕੀਤੀ ਆ, ਸਿਨੋਨਿਮ ਪਾ ਦੇਣਗੇ ਇਹਦਾ, ਬਿਲਡਿੰਗਸ ਦੀ ਗੱਲ ਕੀਤੀ ਆ। ਚਲੋ ਜੀ, ਇਹ ਆਪਣੇ ਜੀ ਤੇ ਐਚ ਤਿੰਨਾਂ ਦੇ ਵਿੱਚ ਹੀ ਹੈ ਜੀ। ਹੁਣ ਪਹਿਲਾਂ ਆਪਾਂ ਜਰਮਨ ਵਾਲਾ ਆਪਾਂ ਪੜ੍ਹ ਲਈਏ ਜੀ। ਕਹਿੰਦੇ ਜਰਮਨੀ ਹੋ ਗਿਆ, ਇਟਲੀ ਹੋ ਗਿਆ, ਨੈਦਰਲੈਂਡ ਹੋ ਗਿਆ ਤੇ ਆਸਟ੍ਰੇਲੀਆ, ਇਹ ਸਾਰੇ ਕਹਿੰਦੇ ਜਿਹੜੇ ਹੈਗੇ ਆ ਜੀ, ਇਹ ਸਾਰੇ ਹੈਵ ਸਟ੍ਰਿਕਟ ਗੋਲਸ। ਇਹਨਾਂ ਦਾ ਸਟ੍ਰਿਕਟ ਗੋਲ ਹੈ ਜੀ ਵਿਦ ਰਿਗਾਰਡ ਟੂ ਗ੍ਰੀਨ ਹਾਊਸ ਮਿਸ਼ਨ। ਗ੍ਰੀਨ ਹਾਊਸ ਮਿਸ਼ਨ ਨੂੰ ਲੈ ਕੇ ਇਹਨਾਂ 4 ਕੰਟਰੀਆਂ ਦੇ ਸਟ੍ਰਿਕਟ ਗੋਲਸ ਆ ਜੀ। ਚਲੋ ਜਾ ਕੇ ਦੇਖਦੇ ਜੀ। ਅੱਛਾ ਜੀ, ਆਪਾਂ ਨੂੰ ਜਿੱਥੇ ਸ਼ੱਕ ਪੈਂਦੀ ਸੀਗੀ, ਕਿਉਂਕਿ ਆਪਾਂ 1994 ਵਾਲਾ ਇੱਥੇ ਲੱਭਿਆ ਸੀ ਜੀ, ਤੁਹਾਨੂੰ ਪਤਾ ਹੈ ਸੀਕੁਐਂਸ ਵਾਈਜ਼ ਚੱਲਦੇ ਹੁੰਦੇ ਆ। 1994 ਵਾਲਾ ਇੱਥੋਂ ਆਪਣਾ ਡਨ ਹੋ ਗਿਆ ਸੀ, ਉਹ 10ਵੇਂ ਨੰਬਰ ਵਾਲਾ। ਇਹਦਾ ਮਤਲਬ ਅਕੋਰਡਿੰਗ ਟੂ ਮੈਪ ਰੀਡਿੰਗ ਤਾਂ ਇਹ ਜੀ ਤੇ ਐਚ ਵਿੱਚ ਹੀ ਹੋਣਾ ਚਾਹੀਦਾ। ਹੁਣ ਦੇਖੋ ਜਰਮਨ ਹੋ ਗਿਆ ਜੀ, ਫਿਰ ਇਟਲੀ ਹੋ ਗਿਆ, ਫਿਰ ਆਸਟ੍ਰੇਲੀਆ ਹੋ ਗਿਆ ਤੇ ਫਿਰ ਨੈਦਰਲੈਂਡ ਹੋ ਗਿਆ। ਜੇ ਮੈਂ ਇਹਦੇ ਵਿੱਚ ਦੇਖਾਂ ਤਾਂ ਮੈਨੂੰ ਤਾਂ ਕੋਈ ਕੰਟਰੀ ਨਹੀਂ ਦਿਖ ਰਹੀ ਜੀ। ਤੁਹਾਨੂੰ ਦਿਖ ਰਹੀ ਹੈ ਜੀ ਇਹਦੇ ਚ? नो सर। ਆਪਾਂ ਨੀਚੇ ਵਾਲੇ ਵਿੱਚ ਜਾ ਕੇ ਦੇਖੀਏ ਤਾਂ 4 ਕੰਟਰੀਆਂ ਕਿਤੇ ਇਕੱਠੀਆਂ ਦਿਖ ਹੀ ਨਹੀਂ ਰਹੀਆਂ ਜੀ। ਚਲੋ ਇੱਕ ਪਲ ਲਈ ਮੰਨ ਲੈਂਦੇ ਕਿ ਇਹ ਥੋੜਾ ਜਿਹਾ ਸੀਕੁਐਂਸ ਤੋਂ ਬਾਹਰ ਨਿਕਲ ਗਿਆ। ਜੇ ਸੀਕੁਐਂਸ ਤੋਂ ਬਾਹਰ ਵੀ ਨਿਕਲ ਗਿਆ ਤਾਂ ਆਪਾਂ ਉੱਪਰ ਜਾ ਵੜਨੇ ਜੀ। ਉੱਪਰ ਵਾਲੇ ਵਿੱਚ ਮੈਨੂੰ ਕਿਤੇ ਨਹੀਂ ਇਕੱਠੀਆਂ ਕੰਟਰੀਆਂ ਦਿਖ ਰਹੀਆਂ। ਜਰਮਨ ਜ਼ਰੂਰ ਹੈਗੀ, ਕਿਤੇ ਇਟਲੀ ਹੈ ਨਹੀਂ, ਕਿਤੇ ਆਸਟ੍ਰੇਲੀਆ ਹੈ ਨਹੀਂ ਜੀ, ਕਿਤੇ ਨੈਦਰਲੈਂਡ ਨਹੀਂ ਪਿਆ। ਜੇ ਮੈਂ ਉਦੋਂ ਵੀ ਉੱਪਰ ਜਾ ਵੜਾਵਾਂ ਤਾਂ ਮੈਨੂੰ ਜਰਮਨ ਤੇ ਯੂਰਪ ਹੀ ਦਿਖ ਰਿਹਾ, ਨਾ ਕਿਤੇ ਨੈਦਰਲੈਂਡ ਹੈ, ਨਾ ਕਿਤੇ ਇਟਲੀ ਆ, ਨਾ ਕਿਤੇ ਆਸਟ੍ਰੇਲੀਆ ਵਾ। ਤੇ ਜੇ ਮੈਂ ਉਦੋਂ ਪਿੱਛੇ ਵੀ ਜਾ ਵੜਾਵਾਂ ਜੀ, ਉਦੋਂ ਪਿੱਛੇ ਵੀ ਨਹੀਂ ਜੀ। ਕੀ ਲਾਉਣਾ ਚਾਹੀਦਾ ਜੀ ਇਹਦਾ? ਇਹਦਾ ਨੋਟ ਗਿਵਨ ਨਹੀਂ ਹੋਊਗਾ। ਦੇਖੋ ਉਹਨਾਂ ਨੇ ਕੰਟਰੀਆਂ ਸਿੱਧੀਆਂ ਉਦਾਂ ਦੀਆਂ ਸਿੱਟੀਆਂ ਪਈਆਂ ਜਿਹੜੀਆਂ ਲਿਖੀਆਂ ਹੀ ਨਹੀਂ ਹੈਗੀਆਂ ਜੀ ਉਹਦੇ ਚ। ਆਪਾਂ ਕਹਿੰਦੇ ਕੀ ਹੋ ਗਿਆ ਜੀ? ਨਾਲੇ ਆਪਾਂ ਸੀਕੁਐਂਸ ਨਹੀਂ ਤੋੜਨੀ, ਆਪਾਂ ਗਾਂ ਜਾ ਕੇ ਦੇਖਿਆ ਤਾਂ ਇਹ ਬਿਨਾਂ ਪੜ੍ਹੇ ਇਹਨੂੰ ਤਾਂ ਪੜ੍ਹਨ ਦੀ ਲੋੜ ਵੀ ਨਹੀਂ ਬਾਲੀ ਪਈ ਫਿਰ ਆਪਾਂ ਨੂੰ ਉਧਰ। ਜੇ ਗ੍ਰੀਨ ਉੱਥੇ ਗ੍ਰੀਨ ਹਾਊਸ ਗੈਸਸ ਲਿਖਿਆ ਪਿਆ ਵਾ, ਬਟ ਵਿੱਚ ਕੰਟਰੀਆਂ ਵੀ ਤਾਂ ਹੋਣ ਨਾ, ਤਾਂ ਜਾਣੀ ਕਿ ਜਨਰਲ ਗੱਲਾਂ ਕਰੀ ਜਾਂਦੇ ਆ।
ਕੁਐਸਚਨ ਤਾਂ ਆਪਣਾ ਸਪੈਸੀਫਿਕ ਆ ਕੰਟਰੀਆਂ ਨੂੰ ਲੈ ਕੇ ਜੀ। ਤਾਂ ਇਹ ਆਪਣਾ ਕੀ ਹੋ ਗਿਆ 11ਵਾਂ ਨੋਟ ਗਿਵਨ ਹੋ ਗਿਆ ਜੀ। ਚਲੋ ਜੀ 12ਵਾਂ ਦੇਖਦੇ ਹਾਂ, ਧਿਆਨ ਨਾਲ ਦੇਖਿਓ। ਅੱਛਾ ਹਾਂਜੀ 12ਵੇਂ ਲਈ ਆਪਾਂ ਨੂੰ ਆਹ ਕੀਵਰਡ ਉਧਰ ਜਾ ਕੇ ਟਾਰਗੇਟ ਕਰਨਾ ਪੈਣਾ ਜਿੱਥੇ ਵੀ ਲਿਖਿਆ ਹੋਇਆ। ਤੇ ਕਿਹਾ ਕੀ ਇਹਨਾਂ ਨੇ, ਕਹਿੰਦੇ ਰੈਜ਼ੀਡੈਂਸ਼ੀਅਲ ਜਿਹੜੀ ਇਲੈਕਟ੍ਰਿਸਿਟੀ ਯੂਜ਼ ਆ, ਰੈਜ਼ੀਡੈਂਸ਼ੀਅਲ ਕਿਹੜੀ ਹੁੰਦੀ ਹੈ ਜਿਹੜੀ ਆਪਾਂ ਘਰਾਂ 'ਚ ਯੂਜ਼ ਕਰਦੇ ਹਾਂ। ਕਹਿੰਦੇ ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ ਯੂਜ਼ ਆ, ਇਹ ਮੇਜਰ ਸੋਰਸ ਆ ਜੀ। ਕਹਿੰਦੇ ਇਹਦਾ ਗ੍ਰੀਨ ਹਾਊਸ ਐਮਿਸ਼ਨ ਦਾ ਜੀ। ਆ ਮੇਜਰ ਵਰਡ ਤੇ ਵੀ ਧਿਆਨ ਰੱਖਣਾ ਜੀ। ਬਾਈ ਚਾਂਸ ਉਹਨਾਂ ਨੇ ਜਾ ਕੇ ਮਾਈਨਰ ਕਹਿਤਾ ਫੇਰ, ਜਾਂ ਉਹਨਾਂ ਨੇ ਕਹਿਤਾ ਵੀ ਇਹ ਚੀਜ਼ ਤਾਂ ਸਿਰਫ 20% ਹੀ ਯੋਗਦਾਨ ਪਾਉਂਦੀ ਹੈ। 20 ਮੇਜਰ ਹੁੰਦਾ ਕਿ ਮਾਈਨਰ ਹੁੰਦਾ ਜੀ? ਮਾਈਨਰ। ਅੱਛਾ ਜੇ ਫਿਗਰ ਦੇ ਵਿੱਚ ਕਹਿ ਦੇਣ ਜੀ ਇਹਦਾ ਯੋਗਦਾਨ ਤਾਂ ਕਮ ਸੇ ਕਮ 59% ਆ, ਹੁਣ ਇਹ ਮੇਜਰ ਆ ਕੀ ਚੀਜ਼? ਬਿਲਕੁਲ ਜੀ ਹੁਣ ਮੇਜਰ ਮੇਜਰ ਆ ਜੀ। 50 ਤਾਂ ਟੱਪ ਗਿਆ ਏ। ਜਾਨੀ ਕਿ ਉਹ ਫਿਗਰਸ ਦੇ ਵਿੱਚ ਵੀ ਗੱਲ ਕਰ ਸਕਦੇ ਆ, ਉਹ ਇਹਦੇ ਕੰਟਰਾਡਿਕਟਰੀ ਵਰਡ ਵੀ ਲਿਖ ਸਕਦੇ ਆ ਜੀ। ਹੈਲੋ ਹਾਂਜੀ ਸਰ, ਇੱਕ ਜਿਵੇਂ ਕੁਐਸਚਨ ਹੈ ਤੇ ਮਿਨੀਮਲ ਲਿਖਿਆ ਹੁੰਦਾ ਤੇ ਹਾਂਜੀ ਉੱਥੇ ਮਿਨੀਮਲ ਦਾ ਮਤਲਬ ਵੀ ਜਾਨੀ ਕਿ ਮਾਈਨਰ। ਹਾਂਜੀ ਤੇ ਉੱਥੇ ਸਿਗਨੀਫੀਕੈਂਟ ਹੋਵੇ, ਮਤਲਬ ਉਹ ਚ ਦੇਖੋ ਸਿਗਨੀਫੀਕੈਂਟ ਹੁੰਦਾ ਜੀ, ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੋਵੇ ਜਿਹੜੀ ਚੀਜ਼ ਤੇ ਮਿਨੀਮਲ ਹੁੰਦੀ ਜਿਹਦੀ ਘੱਟ ਅਹਿਮੀਅਤ ਹੋਵੇ। ਇਹ ਕੰਟਰਾਡਿਕਟਰੀ ਵਰਡ ਹੈ ਇੱਕ ਦੂਜੇ ਦੇ। ਸਰ ਬਟ ਅੱਜ ਮੈਂ ਇੱਕ ਕੁਐਸਚਨ ਕੀਤਾ, ਉਹ ਗਲਤ ਗਿਆ ਮੇਰਾ, ਐਵੇਂ ਸੀ। ਤੁਸੀਂ ਸਕਰੀਨਸ਼ਾਟ ਭੇਜ ਦਿਓ, ਆਪਾਂ ਦੇਖ ਲੈਨੇ ਜੀ। ਵੈਸੇ ਜਿਹੜਾ ਠੀਕ ਹੈ। ਜਾਨੀ ਕਿ ਮਿਨੀਮਲ ਤੇ ਸਿਗਨੀਫੀਕੈਂਟ ਇੱਕ ਦੂਜੇ ਦੇ ਕੰਟਰਾਡਿਕਟਰੀ ਟਰਮ ਆ। ਸਮਝ ਲੱਗੀ ਠੀਕ ਹੈ ਜੀ? ਸਰ। ਪੱਕਾ ਉਹਦੇ ਵਿੱਚ ਕੋਈ ਹੋਰ ਵਰਡ ਪਿਆ ਹੋਊਗਾ, ਵੈਸੇ ਟਰਮਾਂ ਇੱਕ ਦੂਜੇ ਦੇ ਕੰਟਰਾਡਿਕਟਰੀ। ਓਕੇ ਹਾਂਜੀ ਤੇ ਕੀ ਕਹਿੰਦੇ ਜਿਹੜੇ ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ ਯੂਜ਼ ਆ, ਕਹਿੰਦੇ ਜੀ ਉਹ ਇੱਕ ਮੇਜਰ ਸੋਰਸ ਆ ਇਹਨਾਂ ਦਾ। ਚਲੋ ਜਾ ਕੇ ਵੈਰੀਫਾਈ ਕਰੇ ਉਹਨੇ ਜੀ। ਆਪਾਂ ਪਹਿਲਾਂ ਤਾਂ ਹੁਣ ਇੱਥੇ ਆਪਾਂ ਗ੍ਰੀਨ ਹਾਊਸ ਐਮਿਸ਼ਨ ਜਿਹੜਾ ਉਹ ਵੀ ਟਾਰਗੇਟ ਕਰਨਾ, ਤੇ ਕਿਤੇ ਨਾ ਕਿਤੇ ਰੈਜ਼ੀਡੈਂਸ਼ੀਅਲ ਦੀ ਗੱਲ ਹੋਈ ਹੋਊਗੀ ਜੀ। ਰੈਜ਼ੀਡੈਂਸ਼ੀਅਲ ਓਕੇ ਜੀ। ਤਾਂ ਪਹਿਲੇ ਦੇਖੀਏ ਫੋਟੋ ਵੋਲਟਿਕ ਇਹਦੀ ਫੋਸਲ ਫਿਊਲ ਦੀ ਗੱਲ ਹੋਈ ਜਾਂਦੀ ਹੈ ਜੀ। ਤੁਸੀਂ ਕੀ ਕਰਿਆ ਕਰੋ, ਸਾਰੀ ਲਾਈਨ ਨਹੀਂ ਪੜ੍ਹੀ ਦੀ ਹੁੰਦੀ, ਆਪਣੇ ਹੱਥ ਦੇ ਵਿੱਚ ਪੈਨਸਲ ਰੱਖਿਆ ਕਰੋ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਕਦੇ ਕਦੇ ਸਬਜੈਕਟ ਪੜ੍ਹ ਲਿਆ ਕਰੋ ਜੀ ਸੈਂਟੈਂਸ ਦੇ। ਜੇ ਸਬਜੈਕਟ ਪੜ੍ਹ ਲਈਏ ਪਤਾ ਲੱਗ ਜਾਂਦਾ ਜੀ। ਜਿਵੇਂ ਆ ਮੈਂ ਪਹਿਲੀਆਂ 4 ਲਾਈਨਾਂ ਪੜ੍ਹ ਕਿ ਯੂਜ਼ ਆਫ ਫੋਟੋ ਇਹਦੀ ਗੱਲ ਹੋਈ ਜਾਂਦੀ ਹੈ ਜੀ। ਯਾਨੀ ਕਿ ਛੱਡ ਕੇ ਪੜ੍ਹਨ ਲੱਗ ਜਾਇਆ ਕਰੋ ਥੋੜਾ ਜਿਹਾ ਜੀ। ਹੁਣ ਇੱਥੇ ਇਹਨਾਂ ਨੇ ਕਿਹਾ ਜੀ ਫੋਟੋਵੋਲਟਿਕ ਇੰਡਸਟਰੀ ਦੀ ਗੱਲ ਹੁੰਦੀ, ਹਜੇ ਤੱਕ ਆਪਾਂ ਨੂੰ ਕੋਈ ਗ੍ਰੀਨ ਹਾਊਸ ਐਮਿਸ਼ਨ ਇੱਥੇ ਪਿਆ ਆਪਣਾ। ਪਹਿਲੀ ਗੱਲ ਤੇ ਇਹਦੇ ਉੱਪਰ ਗੈਸਸ ਦੀ ਜ਼ਰੂਰ ਗੱਲ ਹੋਈ ਹੈ, ਬਿਲਕੁਲ ਪਹਿਲੀ ਲਾਈਨ 'ਚ ਤਾਂ ਹੋਈ ਨਹੀਂ। ਚਲੋ ਜਾ ਕੇ ਦੇਖਦੇ ਆ, ਗੈਸਸ ਪ੍ਰੋਡਿਊਸ ਬਾਈ ਬਰਨਿੰਗ ਫੋਸਲ ਫਿਊਲ। ਫੋਸਲ ਫਿਊਲ ਦੇ ਰਾਹੀਂ ਜਿਹੜੀਆਂ ਗੈਸਸ ਪੈਦਾ ਹੁੰਦੀਆਂ ਵਾ, ਉਹ ਮੇਜਰ ਕੰਟਰੀਬਿਊਟਰ ਆ ਜੀ। ਉਹ ਕਹਿੰਦੇ ਕਿਹਦੇ ਵਿੱਚ ਜੀ? ਗ੍ਰੀਨ ਹਾਊਸ ਇਫੈਕਟ ਦੇ ਵਿੱਚ। ਜਿਹੜੀਆਂ ਕਹਿੰਦੇ ਫੋਸਲ ਫਿਊਲ ਯਾਨੀ ਕਿ ਗੈਸਾਂ ਨੂੰ ਅਮਿਟ ਕਰਦੇ ਆ, ਉਹ ਕਹਿੰਦੇ ਮੇਜਰ ਕੰਟਰੀਬਿਊਟਰ ਹੈ ਕਿਹਨੂੰ ਜੀ? ਗ੍ਰੀਨ ਹਾਊਸ ਇਫੈਕਟ ਨੂੰ। ਆਪਣਾ ਕੁਐਸਚਨ ਕੀ ਹੈ ਜੀ? ਆਪਣਾ ਕੁਐਸਚਨ ਜਿਹੜਾ ਯਾਨੀ ਕਿ ਰੈਜ਼ੀਡੈਂਸ਼ੀਅਲ ਯੂਜ਼ ਆ ਜੀ, ਕਹਿੰਦੇ ਇਲੈਕਟ੍ਰਿਸਿਟੀ ਦਾ, ਉਹ ਸਭ ਤੋਂ ਵੱਡਾ ਕਾਰਨ ਹੈ ਜੀ। ਇਹ ਚ ਕਿਹਾ ਜੀ ਟੂ ਡੀਲ ਵਿਦ ਦਿਸ ਪ੍ਰੋਬਲਮ ਗਵਰਨਮੈਂਟ। ਓਕੇ ਜੀ ਹਾਂਜੀ ਆਹ ਵਾਲਾ ਵਰਡ ਨੋਟ ਕਰਿਓ ਜੀ। ਹਾਂਜੀ ਸਟ੍ਰਿੰਜੈਂਟ। ਸਟ੍ਰਿੰਜੈਂਟ ਦਾ ਹੁੰਦਾ ਸਟ੍ਰਿਕਟ। ਟਾਸਕ 2 ਦੇ ਲਈ ਬਹੁਤ ਵਧੀਆ। ਤੁਸੀਂ ਕਹਿੰਦੇ ਹੁੰਦੇ ਹੋ ਸਟ੍ਰਿਕਟ ਰੂਲ ਐਂਡ ਰੈਗੂਲੇਸ਼ਨਸ, ਉਹਦੀ ਜਗ੍ਹਾ ਤੇ ਆਹ ਵਰਡ ਲਾਇਆ ਕਰੋ ਜੀ, ਬਹੁਤ ਵਧੀਆ। ਇਹ ਟਾਰਗੇਟਡ ਮੀਨਸ ਓਕੇ ਜੀ। ਮੈਨੀ ਗਵਰਨਮੈਂਟ ਜਿਹੜੀ ਕਹਿੰਦੇ ਹੈਗੀ ਆ, ਹੁਣ ਸਟ੍ਰਿਕਟ ਟਾਰਗੇਟ ਬਣਾਈ ਜਾਂਦੀ ਹੈ ਜੀ ਗ੍ਰੀਨ ਹਾਊਸ ਗੈਸ ਐਮਿਸ਼ਨ ਤੇ। ਜਿਹੜੇ ਟਾਰਗੇਟ ਹੈਗੇ ਆ ਮੀਨਸ, ਇਹਦਾ ਮਤਲਬ ਸਾਰੇ ਜਿਹੜੇ ਰਿਸੋਰਸਸ ਆ ਗ੍ਰੀਨ ਹਾਊਸ ਦੇ ਜੀ, ਇਨਕਲੂਡਿੰਗ ਰੈਜ਼ੀਡੈਂਸ਼ੀਅਲ। ਆ ਆਪਣੀ ਐਂਡ ਵਾਲੀ ਲਾਈਨ ਦੇ ਵਿੱਚ ਗੱਲ ਕੀਤੀ ਪਈ ਉਹ ਚੀਜ਼ ਦੀ, ਧਿਆਨ ਨਾਲ ਦੇਖਿਓ ਜੀ। ਗ੍ਰੀਨ ਹਾਊਸ ਐਮਿਸ਼ਨ ਜਿਹੜਾ ਹੈਗਾ ਵਾ, ਜਿਹਦੇ ਵਿੱਚ ਸ਼ਾਮਿਲ ਕੀ ਆ? ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ ਵੀ ਹੈਗੀ ਆ। ਕਹਿੰਦੇ ਸਾਰੇ ਸੋਰਸਸ ਜਿਹੜੇ ਹੈਗੇ ਆ ਜੀ use okay will receive closer attention in future। ਗਵਰਨਮੈਂਟ ਇਹਨਾਂ ਤੇ ਧਿਆਨ ਰੱਖਿਆ ਕਰੂਗੀ। ਉੱਪਰ ਇੱਕ ਲਾਈਨ ਸੀਗੀ ਗੈਸਸ ਕਹਿੰਦੇ ਪ੍ਰੋਡਿਊਸ ਹੁੰਦੀਆਂ ਵਾ ਕਿਹਦੇ ਨਾਲ? ਓਕੇ ਬਰਨਿੰਗ ਆਫ ਫੋਸਲ ਫਿਊਲ ਦੇ ਨਾਲ, ਇਨ ਦਾ ਪ੍ਰੋਡਕਸ਼ਨ ਆਫ ਇਲੈਕਟ੍ਰਿਸਿਟੀ। ਇਹ ਸਭ ਤੋਂ ਵੱਡਾ ਮੇਜਰ ਕੰਟਰੀਬਿਊਟਰ ਆ। ਹੁਣ ਦੇਖੋ ਜੀ ਇੱਥੇ ਲਾਇਆ ਪਿਆ ਪ੍ਰੋਡਕਸ਼ਨ ਆਫ ਇਲੈਕਟ੍ਰਿਸਿਟੀ, ਇੱਥੇ ਲਾਇਆ ਪਿਆ ਮੇਜਰ ਕੰਟਰੀਬਿਊਟਰ, ਤੇ ਹੈ ਵੀ ਗ੍ਰੀਨ ਹਾਊਸ ਇਫੈਕਟ ਦੇ ਵਿੱਚ। ਨੀਚੇ ਵਾਲੀ ਲਾਈਨ ਦੇ ਵਿੱਚ ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ ਲਿਖਿਆ ਪਿਆ, ਤੇ ਲਾਈਨ ਲਿਖੀ ਪਈ ਹੈ ਵੀ ਗਵਰਨਮੈਂਟ ਇਹਨਾਂ ਤੇ ਧਿਆਨ ਦਊਗੀ। ਇਹ ਤਾਂ ਇਹਦਾ ਮਤਲਬ ਟ੍ਰੈਪ ਹੀ ਬਹੁਤ ਹੋਰ ਹੀ ਹਿਸਾਬ ਦਾ ਜੀ। ਕੀ ਲਾਉਣਾ ਚਾਹੀਦਾ ਜੀ? ਜੇ ਚਾਹੁੰਦੇ ਹੋ ਮੈਂ ਤੁਹਾਨੂੰ ਕੁਐਸਚਨ ਤੇ ਲੈ ਜਾਣਾ ਜੀ ਇੱਕ। ਆ ਤੁਹਾਡੇ ਸਾਹਮਣੇ ਕੁਐਸਚਨ ਹੈ ਜੀ। ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ ਯੂਜ਼ ਸਭ ਤੋਂ ਵੱਡਾ ਸੋਰਸ ਆ ਗ੍ਰੀਨ ਹਾਊਸ ਐਮਿਸ਼ਨ ਦਾ, ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ। ਤੁਸੀਂ ਇਹਦੇ ਤੇ ਗਏ, ਮੈਨੂੰ ਲੱਗਦਾ ਇਹ ਫਾਲਸ ਹੈ। ਕਹਿੰਦੇ ਜਿਹੜੀ ਇਲੈਕਟ੍ਰਿਸਿਟੀ ਦੀ ਪ੍ਰੋਡਕਸ਼ਨ ਆ, ਉਹ ਮੇਜਰ ਕੰਟਰੀਬਿਊਟਰ ਆ ਜੀ ਕਿਹਦੇ ਵਿੱਚ? ਗ੍ਰੀਨ ਹਾਊਸ ਇਫੈਕਟ ਦੇ ਵਿੱਚ। ਤੇ ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ ਦੇ ਨੀਚੇ ਆ ਕੇ ਗੱਲ ਹੋਈ ਆ, ਉਹਦੇ ਵਿੱਚ ਫਿਊਚਰ ਦੀਆਂ ਗੱਲਾਂ ਕਰੀ ਜਾਂਦੇ ਆ। ਰੂਲ ਆ ਸਰ ਗਿਆ ਨੋਟ ਕਿਉਂ ਲੱਗਦਾ? ਹਾਂਜੀ
ਹਾਂਜੀ ਨਾਟ ਗਿਵਨ ਹੀ ਲੱਗ ਰਿਹਾ ਹੈਗਾ। ਨਾਟ ਗਿਵਨ ਜੀ, ਕਈਆਂ ਨੂੰ ਟਰੂ ਲੱਗਦਾ। ਹੁਣ ਧਿਆਨ ਨਾਲ ਦੇਖਿਓ ਜੀ, ਹੁਣ ਮੈਂ ਤੁਹਾਨੂੰ ਇਹ ਸਮਝਾਉਣਾ, ਬਸ ਥੋੜਾ ਜਿਹਾ ਤੇ ਫੋਕਸ ਰੱਖਿਓ ਜੀ। ਸਹੀ ਆਨਸਰ ਇਹਦਾ ਹੈਗਾ ਜੀ ਨਾਟ ਗਿਵਨ। ਹੁਣ ਧਿਆਨ ਨਾਲ ਦੇਖਿਓ ਜੀ, ਬਾਜੀ ਨੇ ਆਹ ਵਾਲੀ ਚੀਜ਼ ਸਮਝ ਲਈ ਤੇ ਉਹਨੂੰ ਇੱਕ ਹੋਰ ਚੀਜ਼ ਪਤਾ ਲੱਗ ਗਿਆ ਨਹੀਂ ਜੀ। ਕੀ ਕਹਿੰਦੇ ਜੀ, ਧਿਆਨ ਨਾਲ ਦੇਖਿਓ ਜੀ। ਇੱਕ ਤਾਂ ਨਿੱਕੀ ਜਿਹੀ ਚੀਜ਼ ਹੈ ਜੀ, ਜਿਹਦੇ ਵਿੱਚ ਇਹਨਾਂ ਵਾਲੀਆਂ ਚੀਜ਼ਾਂ ਦੀ ਖਾਸੀਅਤ ਬੜੀ ਪਤਾ ਲੱਗਦੀ ਹੈ ਜੀ। ਐਡਜੈਕਟਿਵ ਨਾਉਨ ਪੇਅਰ, ਕਾਹਤੋਂ ਆਪਾਂ ਇਹਨਾਂ ਤੇ ਇੰਨਾ ਜ਼ੋਰ ਦਿੰਦੇ ਰਹਿੰਦੇ ਹਾਂ। ਜੇ ਮੈਂ ਆਹ ਵਰਡ ਨੂੰ ਗਾਇਬ ਕਰ ਦੇਵਾਂ ਜੀ, ਰੈਜ਼ੀਡੈਂਸ਼ੀਅਲ ਵਰਡ ਨੂੰ ਚੱਕ ਦੇਵਾਂ, ਤਾਂ ਫੇਰ ਇਹ ਆਉਂਦਾ ਜੀ ਇਲੈਕਟ੍ਰਿਸਿਟੀ ਯੂਜ਼ ਆ ਜੀ। ਕਹਿੰਦੇ ਜਿਹੜਾ ਇਲੈਕਟ੍ਰਿਸਿਟੀ ਯੂਜ਼, ਉਹ ਇੱਕ ਮੇਜਰ ਸੋਰਸ ਆ ਜੀ, ਕਹਿੰਦੇ ਗ੍ਰੀਨ ਹਾਊਸ ਐਮਿਸ਼ਨ ਦੇ ਵਿੱਚ ਇਲੈਕਟ੍ਰਿਸਿਟੀ ਯੂਜ਼ ਆ ਜਿਹੜਾ। ਮੈਂ ਗਿਆ ਜੀ ਪੈਰੇ ਦੇ ਉੱਪਰ, ਰੈਜ਼ੀਡੈਂਸ਼ੀਅਲ ਮੈਂ ਕੱਟਿਆ ਹੋਇਆ ਜੀ, ਸਮਝ ਲਓ ਲੱਗਾ ਨੀਗਾ, ਉਹ ਵਰਡ ਹੈ ਹੀ ਨੀਗਾ, ਭੁੱਲ ਜਾਓ ਉਹਨੂੰ, ਉਹ ਵਰਡ ਨੂੰ ਭੁੱਲ ਜਾਓ ਜੀ। ਇਹਨੂੰ ਇਲੈਕਟ੍ਰਿਸਿਟੀ ਯੂਜ਼ ਜਿਹੜਾ ਹੈਗਾ, ਸਭ ਤੋਂ ਵੱਡਾ ਕਾਰਨ ਹੈ ਗ੍ਰੀਨ ਹਾਊਸ ਐਮਿਸ਼ਨ ਦਾ ਜੀ। ਮੈਂ ਗਿਆ ਜੀ ਪੈਰੇ ਉੱਪਰ, ਤਾਂ ਮੈਂ ਜਦੋਂ ਪੈਰੇ ਉੱਪਰ ਜਾ ਕੇ ਦੇਖਿਆ ਜੀ, ਤਾਂ ਧਿਆਨ ਨਾਲ ਦੇਖਿਓ ਜੀ, ਇੱਥੇ ਮੈਨੂੰ ਪਤਾ ਲੱਗਿਆ ਕਿ ਜਿਹੜੀ ਇਲੈਕਟ੍ਰਿਸਿਟੀ ਦੀ ਪ੍ਰੋਡਕਸ਼ਨ ਆ, ਬਿਲਕੁਲ ਜਾਨੀ ਕਿ ਇਲੈਕਟ੍ਰਿਸਿਟੀ ਜਿਹੜੀ ਆਪਾਂ ਯੂਜ਼ ਕਰਦੇ ਆ ਜੀ, ਇਲੈਕਟ੍ਰਿਸਿਟੀ ਪ੍ਰੋਡਕਸ਼ਨ ਜਿਹੜੀ ਹੈਗੀ ਆ, ਇਹ ਬਹੁਤ ਵੱਡਾ ਮੇਜਰ ਕੰਟਰੀਬਿਊਸ਼ਨ ਪਾਉਂਦੀ ਹੈ ਜੀ। ਕਿਹਦੇ ਵਿੱਚ ਜੀ? ਗ੍ਰੀਨ ਹਾਊਸ ਇਫੈਕਟ ਦੇ ਵਿੱਚ ਜੀ। ਗ੍ਰੀਨ ਹਾਊਸ ਇਫੈਕਟ, ਗ੍ਰੀਨ ਹਾਊਸ ਇਫੈਕਟ ਕੀ ਹੈ ਜੀ? ਇਹ ਉਹਦਾ ਸਿਨੋਨਿਮ ਹੈ ਜੀ ਗ੍ਰੀਨ ਹਾਊਸ ਐਮਿਸ਼ਨ ਦਾ, ਯਾਨੀ ਕਿ ਗੈਸਾਂ ਦੀ ਗਿਣਤੀ এনवायरमेंट ਦੇ ਵਿੱਚ ਵੱਧ ਜਾਣੀ, ਇਹ ਇੱਕ ਦੂਜੇ ਸਿਨੋਨਿਮ ਆ। ਤਾਂ ਜੇ ਮੈਂ ਮੂਰੋਂ ਰੈਜ਼ੀਡੈਂਸ਼ੀਅਲ ਵਰਡ ਕੱਟਤਾ, ਉਧਰ ਕੀ ਲਿਖਿਆ ਸੀ? ਜਿਹੜਾ ਇਲੈਕਟ੍ਰਿਸਿਟੀ ਯੂਜ਼ ਆ, ਉਹ ਸਭ ਤੋਂ ਵੱਡਾ ਕੰਟਰੀਬਿਊਟਰ ਆ। ਇਹਨਾਂ ਨੇ ਵੀ ਕੀ ਕਿਹਾ? ਬਿਲਕੁਲ ਜੀ, ਇਲੈਕਟ੍ਰਿਸਿਟੀ ਪ੍ਰੋਡਕਸ਼ਨ ਜਿਹੜੀ ਹੁੰਦੀ ਆ, ਇਹ ਜਿਹੜੀ ਆਪਾਂ ਯੂਜ਼ ਕਰਦੇ ਆ, ਇਹ ਮੇਜਰ ਕੰਟਰੀਬਿਊਟਰ ਹੈ ਜੀ ਕਿਹਦੇ ਵਿੱਚ? ਗ੍ਰੀਨ ਹਾਊਸ ਇਫੈਕਟ ਦੇ ਵਿੱਚ। ਇਹ ਤਾਂ ਇੱਥੋਂ ਟਰੂ ਲੱਗਦਾ ਜੀ। ਬਟ ਉਹਨਾਂ ਨੇ ਆਪਾਂ ਨੂੰ ਨਾਉਨ ਦੇ ਅੱਗੇ ਇੱਕ ਵਰਡ ਲਿਖਿਆ ਜੀ, ਇਲੈਕਟ੍ਰਿਸਿਟੀ। ਏਦਾਂ ਨਹੀਂ ਕਿ ਜਿੱਥੇ ਮਰਜੀ, ਇਲੈਕਟ੍ਰਿਸਿਟੀ ਏਦਾਂ ਨਹੀਂ ਵੀ ਜਿੱਥੇ ਮਰਜੀ। ਜੇ ਆ ਮੂਰਲਾ ਵਰਡ ਕੱਟ ਦਵਾਂ, ਇਹਦਾ ਮਤਲਬ ਇਲੈਕਟ੍ਰਿਸਿਟੀ ਜਿੱਥੇ ਮਰਜੀ ਜੀ, ਚਾਹੇ ਉਹ ਕੋਈ ਫੈਕਟਰੀ ਦੇ ਵਿੱਚ ਆ, ਚਾਹੇ ਉਹ ਕੋਈ ਆਫਿਸ ਆ ਜੀ, ਚਾਹੇ ਉਹ ਕੋਈ ਪਲਾਂਟ ਲੱਗਾ, ਚਾਹੇ ਉਹ ਕੋਈ ਘਰ ਆ ਜੀ, ਆ ਸਾਰੀਆਂ ਚੀਜ਼ਾਂ ਵਿੱਚ ਇਨਕਲੂਡ ਹੁੰਦੀਆਂ ਹੁੰਦੇ। ਤੇ ਇਹਨਾਂ ਨੇ ਮੂਹਰੇ ਇੱਕ ਖਾਸ ਵਰਡ ਪਤਾ ਹੈ ਕਿ ਰੈਜ਼ੀਡੈਂਸ਼ੀਅਲ। ਰੈਜ਼ੀਡੈਂਸ਼ੀਅਲ ਹੁਣ ਇੱਕ ਖਾਸ ਹੋ ਗਿਆ ਜੀ। ਹੁਣ ਇਹ ਆਪਾਂ ਫੈਕਟਰੀਆਂ ਥੋੜੀ ਵਿੱਚ ਗਿਣਾਂਗੇ ਇਹਦੇ ਜੀ, ਇਹ ਤਾਂ ਇਕੱਲੇ ਹੁਣ ਜਿੱਥੇ ਰੈਜ਼ੀਡੈਂਟਸ ਰਹਿੰਦੇ ਆ ਜੀ। ਹੁਣ ਤਾਂ ਘਰਾਂ ਵੱਲ ਜਾ ਵੜਿਆ। ਇਹ ਕੱਲੀ ਬਿਜਲੀ ਨੂੰ ਨਹੀਂ ਕਹਿ ਰਹੇ ਸੀਗੇ, ਇਹ ਕਹਿ ਰਹੇ ਵੀ ਜਿਹੜੀ ਘਰਾਂ ਦੇ ਵਿੱਚ ਬਿਜਲੀ ਯੂਜ਼ ਹੁੰਦੀ ਆ, ਉਹ ਇੱਕ ਮੇਜਰ ਸੋਰਸ ਆ ਗ੍ਰੀਨ ਹਾਊਸ ਇਫੈਕਟ ਦਾ। ਮੈਂ ਗਿਆ ਜੀ ਪੈਰੇ ਉੱਪਰ, ਪੈਰਾ ਕਹਿੰਦਾ ਜੀ ਜਿਹੜਾ ਇਲੈਕਟ੍ਰਿਸਿਟੀ ਦੀ ਪ੍ਰੋਡਕਸ਼ਨ ਆ, ਉਹ ਸਭ ਤੋਂ ਵੱਡਾ ਮੇਜਰ ਕੰਟਰੀਬਿਊਟਰ ਆ। ਮੈਂ ਜਦੋਂ ਕੁਐਸਚਨ ਪੜ੍ਹ ਕੇ ਰੀਡਿੰਗ ਕੋਲੇ ਆਇਆ, ਤਾਂ ਮੈਂ ਰੀਡਿੰਗ ਨੂੰ ਕਿਹਾ ਵੀ ਇਹ ਕੱਲੀ ਇਲੈਕਟ੍ਰਿਸਿਟੀ ਆ ਜੀ, ਮੈਂ ਕੱਲੀ ਇਲੈਕਟ੍ਰਿਸਿਟੀ ਥੋੜੀ ਲੱਭਣ ਆਇਆ। ਮੈਂ ਨਾਲੇ ਚੀਜ਼ ਦੇਖਣਾ ਵੀ ਇਹ ਇਲੈਕਟ੍ਰਿਸਿਟੀ ਕੱਲੀ ਰੈਜ਼ੀਡੈਂਟਸ ਦੀ ਹੋਣੀ ਚਾਹੀਦੀ ਆ, ਬਾਕੀ ਚੀਜ਼ਾਂ ਦੀ ਨਹੀਂ। ਤਾਂ ਇੱਥੇ ਤਾਂ ਮੈਨੂੰ ਪਤਾ ਹੀ ਨਹੀਂ ਲੱਗ ਪਾਉਂਦਾ। ਹੁਣ ਤਾਂ ਮੈਂ ਕੁਐਸਚਨ ਨੂੰ ਜਾ ਕੇ ਕਹੂੰਗਾ ਵੀ ਕੱਲੀ ਇਲੈਕਟ੍ਰਿਸਿਟੀ ਜ਼ਰੂਰ ਜਾਣੀ ਕਿ ਮੇਜਰ ਕੰਟਰੀਬਿਊਟਰ ਆ, ਬਟ ਰੈਜ਼ੀਡੈਂਸ਼ੀਅਲ ਹੈਗੀ ਹੈ ਕਿ ਨਹੀਂ, ਇਹ ਨਹੀਂ ਮੈਨੂੰ ਪਤਾ ਜੀ। ਧਿਆਨ ਨਾਲ ਦੇਖਿਓ ਜੀ, ਮੈਂ ਕੁਐਸਚਨ ਨੂੰ ਜਾ ਕੇ ਵਾਪਸ ਕੀ ਕਹੂੰਗਾ? ਹੁਣ ਮੈਂ ਕੁਐਸਚਨ ਨੂੰ ਵਾਪਸ ਜਾ ਕੇ ਕਹਿ ਰਿਹਾ ਕਿ ਜੀ ਕੱਲੀ ਇਲੈਕਟ੍ਰਿਸਿਟੀ ਤਾਂ ਜ਼ਰੂਰ ਮੇਜਰ ਕਾਜ਼ ਹੈਗਾ, ਬਿਲਕੁਲ, ਬਟ ਜਿਹੜਾ ਤੁਸੀਂ ਆਹ ਨਾਲ ਵਰਡ ਪਾਇਆ ਵਾ, ਇਹ ਮੇਜਰ ਹੈਗਾ ਕਿ ਨਹੀਂ, ਇਹ ਨਹੀਂ ਮੈਨੂੰ ਪਤਾ ਜੀ। ਮੈਂ ਇਹਦਾ ਨਾਟ ਗਿਵਨ ਲਾਤਾ। ਤਾਂ ਜੇ ਉੱਪਰ ਵਾਲੀ ਲਾਈਨ ਪੜ੍ਹਦਾ ਤਾਂ ਨਾਟ ਗਿਵਨ। ਹੁਣ ਇੱਕ ਨੀਚੇ ਵਾਲੀ ਲਾਈਨ ਪਾਈ ਹੈ ਜੀ, ਨੀਚੇ ਵਾਲੀ ਵੈਰੀਫਾਈ ਕਰਿਆ ਉਹਨਾਂ ਜੀ। ਨੀਚੇ ਵਾਲੀ ਲਾਈਨ 'ਚ ਕੀ ਕਹਿੰਦੇ ਜੀ? ਕਹਿੰਦੇ ਜਿਹੜੇ ਟਾਰਗੇਟ ਆ, ਹੁਣ ਟਾਰਗੇਟ ਜਿਹੜੇ ਇਹ ਸਟ੍ਰਿਕਟ ਰੂਲ ਐਂਡ ਰੈਗੂਲੇਸ਼ਨ ਆ ਗ੍ਰੀਨ ਹਾਊਸ ਐਮਿਸ਼ਨ ਤੇ, ਇਹਦੇ ਵਿੱਚ ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ ਵੀ ਸ਼ਾਮਲ ਹੈ ਜੀ। ਇਹਨਾਂ ਦੇ ਉੱਪਰ ਫਿਊਚਰ ਦੇ ਵਿੱਚ ਧਿਆਨ ਰੱਖਿਆ ਜਾਊਗਾ। ਇਹ ਤਾਂ ਲਾਈਨ ਹੀ ਹੋ ਰਿਹਾ ਜੀ। ਇਹ ਤਾਂ ਮੈਨੂੰ ਦੱਸ ਹੀ ਨਹੀਂ ਪਾਉਂਦੀ ਕਿ ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ ਦਾ ਯਾਨੀ ਕਿ ਮੇਜਰ ਕੰਟਰੀਬਿਊਟਰ ਹੈਗਾ ਕਿ ਨਹੀਂ ਹੈਗਾ। ਇਹ ਤੋਂ ਤਾਂ ਵੈਸੇ ਨਾਟ ਗਿਵਨ ਨਿਕਲ ਗਿਆ। ਜਾਨੀ ਕਿ ਮੈਂ ਦੋਨੇ ਲਾਈਨਾਂ ਪੜ੍ਹਦਾ ਤੇ ਦੋਨਾਂ ਤੋਂ ਨਾਟ ਗਿਵਨ ਲਾ ਰਿਹਾ ਜੀ, ਨਾ ਕਿ ਇੱਕ ਸਿੰਗਲ ਲਾਈਨ ਤੋਂ। ਹੁਣ ਮੈਨੂੰ ਦੱਸੋ ਜੀ, ਯੈਸ ਔਰ ਨੋ? ਕਲੀਅਰ ਹੈ ਜੀ? ਹਾਂਜੀ ਸਰ। ਹੁਣ ਕਲੀਅਰ ਹੈ ਜੀ ਸਾਰਿਆਂ ਨੂੰ? ਇਹਦਾ ਜੀ ਹਾਂਜੀ ਸਰ। ਓਕੇ ਜੀ। ਰੈਜ਼ੀਡੈਂਸ਼ੀਅਲ ਜੀ, ਨਾਉਨ ਦੇ ਮੂਰੇ ਐਡਜੈਕਟਿਵ ਰੱਖਿਆ ਪਿਆ, ਉਹਦੀ ਬਹੁਤ ਵੱਡੀ ਖਾਸੀਅਤ ਹੈ ਜੀ। ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ, ਤੁਹਾਡੇ ਸਾਹਮਣੇ ਤੇ ਲਿਖਿਆ ਪਿਆ ਕਿਹੜੇ ਸਟੂਡੈਂਟਸ ਆ ਜੀ। ਸਟੂਡੈਂਟਸ ਅਕਸਰ ਕਹਿੰਦੇ ਕਾਲਜ ਤੋਂ ਲੈਕਚਰ ਬੰਕ ਕਰਦੇ ਆ ਜੀ। ਇਹ ਤੁਹਾਡਾ ਕੁਐਸਚਨ ਹੈ ਜੀ। ਸਟੂਡੈਂਟ ਅਕਸਰ ਕਹਿੰਦੇ ਕਾਲਜ ਤੋਂ ਲੈਕਚਰ ਬੰਕ ਕਰਦੇ ਆ। ਤੁਸੀਂ ਰੀਡਿੰਗ 'ਚ ਗਏ ਜੀ, ਰੀਡਿੰਗ 'ਚ ਵੀ ਲਿਖਿਆ ਪਿਆ ਕਿ ਜ਼ਿਆਦਾਤਰ ਜਿਹੜੇ ਸਟੂਡੈਂਟ ਹੈਗੇ ਆ ਜੋ ਕਲਾਸਾਂ ਘੱਟ ਹੀ ਲਾ ਕੇ ਰਾਜੀ, ਉਹ ਕਿਤੇ ਮੂਵੀ ਦੇਖਣ ਜਾ ਵੜਦੇ, ਜਾਨੀ ਕਿ ਇਹ ਬੰਕ ਹੀ ਹੋ ਗਿਆ ਉਹਨਾਂ ਦੇ ਕਹਿਣ ਦਾ ਮਤਲਬ। ਤਾਂ ਤੁਸੀਂ ਆ ਕੇ ਟਰੂ ਲਾਤਾ ਜੀ।
ਹੁਣ ਤੁਹਾਡੇ ਸਟੂਡੈਂਟ ਨਾਉਨ ਦੇ ਮੂਹਰੇ ਇੱਕ ਐਡਜੈਕਟਿਵ ਰੱਖਿਆ ਪਿਆ ਸੀ, ਉਹਨਾਂ ਨੇ ਕਿਹਾ ਮੈਡੀਕਲ ਸਟੂਡੈਂਟ। ਹੁਣ ਇਹ ਨਾਰਮਲ ਸਟੂਡੈਂਟ ਨਹੀਂ। ਪਹਿਲਾਂ ਸਟੂਡੈਂਟ ਕਿਹੜੇ ਸੀਗੇ? ਪਹਿਲਾਂ ਸਟੂਡੈਂਟ ਕਿਹੜੇ ਸੀਗੇ ਜੀ? ਉਹਦੇ ਵਿੱਚ ਆਰਟਸ ਵਾਲੇ ਵੀ ਵਿੱਚ ਹੀ ਆਉਂਦੇ ਆ, ਉਹਦੇ ਵਿੱਚ ਯਾਨੀ ਕਮਰਸ ਵਾਲੇ ਵੀ ਵਿੱਚ ਹੀ ਆਉਂਦੇ ਆ, ਉਹਦੇ ਵਿੱਚ ਸਾਇੰਸ ਵਾਲੇ ਵਿੱਚ ਹੀ ਆਉਂਦੇ ਆ, ਹੋਰ ਸਟਰੀਮ ਵਾਲੇ ਵੀ ਆਉਂਦੇ ਆ। ਹੁਣ ਕੱਲਾ ਮੈਡੀਕਲ ਸਟੂਡੈਂਟ ਤੇ ਆ, ਬਾਕੀ ਸਾਰਿਆਂ ਤੇ ਕ੍ਰਾਸ ਕਰ ਦੋ। ਤੁਸੀਂ ਗਏ ਜੀ ਰੀਡਿੰਗ ਦੇ ਵਿੱਚ, ਉੱਥੇ ਲਿਖਿਆ ਹੀ ਜ਼ਿਆਦਾਤਰ ਸਟੂਡੈਂਟ ਜਿਹੜੇ ਹੈਗੇ ਆ ਉਹ ਬੰਕ ਕਰਦੇ ਆ। ਉੱਥੇ ਕਿਤੇ ਮੈਡੀਕਲ ਦੇ ਬਾਰੇ ਲਿਖਿਆ ਜੀ? ਯੈਸ ਔਰ ਨੋ ਜੀ? ਤੇ ਤੁਹਾਨੂੰ ਪਤਾ ਵੀ ਮੈਡੀਕਲ ਦੇ ਸਟੂਡੈਂਟ ਦਾ ਨੇਚਰ ਕੀ ਆ? ਨਹੀਂ ਪਤਾ ਨਾ। ਸਿਰਫ ਮੈਂ ਤੁਹਾਨੂੰ ਕਹਿ ਰਿਹਾ, ਤੁਹਾਨੂੰ ਇਲੈਕਟ੍ਰਿਸਿਟੀ ਦਾ ਨੇਚਰ ਤਾਂ ਪਤਾ ਲੱਗ ਗਿਆ ਪਹਿਲੇ ਚ ਜਾ ਕੇ। ਰੈਜ਼ੀਡੈਂਸ਼ੀਅਲ ਇਲੈਕਟ੍ਰਿਸਿਟੀ ਦਾ ਪਤਾ ਲੱਗਿਆ ਜੀ ਨੇਚਰ? ਯੈਸ ਔਰ ਨੋ? ਤਾਂ ਇਹ ਨਾਟ ਗਿਵਨ ਆ ਜੀ। ਇਹਦਾ ਮਤਲਬ ਵੈਸੇ ਹੀ ਨਹੀਂ ਆਪਾਂ ਆਹ ਚੀਜ਼ ਕਰਦੇ ਰਹਿੰਦੇ ਹੁੰਦੇ ਜੀ। ਇਹ ਚੀਜ਼ ਟਰੂ ਫਾਲਸ ਦੇ ਵਿੱਚ ਵੀ ਆਉਂਦੀ ਹੈ ਜੀ। ਹਾਂਜੀ, ਤਾਂ ਆਪਣਾ ਜੋ ਸੀਗਾ ਜੀ 11ਵਾਂ ਨਾਟ ਗਿਵਨ, 12ਵਾਂ ਨਾਟ ਗਿਵਨ, 13ਵੇਂ ਤੇ ਚੱਲਦੇ ਹਾਂ ਜੀ ਆਪਾਂ। ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਮਾਈਂਡ 'ਚ ਰੱਖਿਆ ਕਰੋ ਜੀ, ਬਹੁਤ ਕੰਮ ਦੀਆਂ ਚੀਜ਼ਾਂ ਹੁੰਦੀਆਂ। ਕਹਿੰਦੇ ਜੀ એનર્ਜੀ ਸੇਵਿੰਗ ਮੈਜ਼ਰਸ ਆ ਜਿਹੜੀਆਂ, એનર્ਜੀ ਸੇਵਿੰਗ ਮੈਜ਼ਰਸ, એનર્ਜੀ ਸੇਵਿੰਗ ਮੈਥਡਸ ਦਾ ਮਤਲਬ ਨੋਟ ਕਰ ਲਓ ਜੀ, ਮੈਥਡਸ। ਦੇਖੋ ਕਿੰਨੀ ਵਧੀਆ ਕੋਲੋਕੇਸ਼ਨ, ਮੈਥਡ ਨੂੰ ਇਹਨਾਂ ਨੇ ਬਦਲ ਕੇ ਲਿਖਿਆ। એનર્ਜੀ ਸੇਵਿੰਗ ਮੈਥਡ ਕਹਿ ਰਿਹਾ ਇਹਦਾ ਮਤਲਬ। એનર્ਜੀ ਸੇਵਿੰਗ ਮੈਥਡ ਜਿਹੜੇ ਹੈਗੇ ਆ, ਕਹਿੰਦੇ ਮਸਟ ਨਾਓ ਬੀ ਇਨਕਲੂਡਡ, ਹੁਣ ਉਹ ਸ਼ਾਮਿਲ ਕਰ ਦੇਣੇ ਚਾਹੀਦੇ ਆ। ਕੋਈ ਬੰਦਾ ਸੁਜੈਸ਼ਨ ਦੇ ਰਿਹਾ ਜੀ, ਕੋਈ ਆਪਣਾ ਸੁਜੈਸ਼ਨ ਦੇ ਰਿਹਾ ਜੀ। ਕਹਿੰਦੇ ਜੀ એનર્ਜੀ ਸੇਵਿੰਗ ਮੈਥਡਸ ਹੁਣ, ਹੈਲੋ ਹਾਂਜੀ ਸਰ, ਜਿਵੇਂ ਹੁਣ ਇਹ ਮੇਜਰਸ ਲਿਖਿਆ ਹੈ, ਤੁਹਾਨੂੰ ਪਤਾ ਚੱਲ ਗਿਆ ਮੈਥਡ, ਬਟ ਸਾਨੂੰ ਇਹ ਚੀਜ਼ ਨਹੀਂ ਪਤਾ ਚੱਲਦੀ ਕਿ ਇਹ ਮੈਥਡ ਹੈ। ਇਹ ਮੈਂ ਪਹਿਲਾਂ ਇੱਕ ਵਾਰੀ ਪਾਸਟ ਵਿੱਚ ਨੋਟ ਕਰਾਇਆ ਹੋਊਗਾ, ਤਾਂ ਇਹਦਾ ਸਰ ਇਹਦਾ ਸਟੈਪ ਵੀ ਆ, ਇਨੀਸ਼ੀਏਟਿਵ ਸ਼ੁਰੂਆਤ ਹੋ ਕਹਿੰਦੇ ਨੇ ਆਪਾਂ, ਉਹ ਵੀ ਹੁੰਦੇ ਨੇ ਤੇ ਕਾਫੀ। ਹੋ ਗਿਆ ਬੇਸ ਸਟੈਪਸ ਹੋ ਗਿਆ, ਸਟੇਜ ਵੀ ਕਿਤੇ ਨਾ ਕਿਤੇ ਕਹਿ ਦਿੰਦੇ ਨੇ ਸਰ ਉਹਨਾਂ ਨੂੰ, ਸਟੇਜ ਵੀ ਕਹਿ ਦਿੰਦੇ ਨੇ ਇਹਨੂੰ। ਚਲੋ ਮੰਨ ਲਓ ਤੁਹਾਨੂੰ ਨਹੀਂ ਪਤਾ ਜੀ, ਮੈਂ ਤਾਂ ਤੁਹਾਨੂੰ ਇਹ ਤਾਂ ਦੱਸਦਾ ਨਾ, ਹਜੇ ਰੀਡਿੰਗ 'ਚ ਕੀ ਲਿਖਿਆ ਪਿਆ ਆਪਾਂ ਨੂੰ ਥੋੜੀ ਪਤਾ, ਸੁਪਨੇ ਥੋੜੀ ਆਉਂਦੇ ਆ। ਚਲੋ ਤੁਸੀਂ ਇਹਨੂੰ ਸਿੱਧਾ ਹੀ ਪੜੋ। ਕਹਿੰਦੇ એનર્ਜੀ ਸੇਵਿੰਗ ਮੈਥਡਸ ਜਿਹੜੀਆਂ ਹੈਗੀਆਂ ਵਾ, ਉਹਨਾਂ ਨੂੰ ਇਨਕਲੂਡ ਕਰ ਲੈਣਾ ਚਾਹੀਦਾ। ਹੁਣ ਕਿਹਦੇ ਵਿੱਚ? ਇਨ ਦਾ ਡਿਜ਼ਾਈਨ ਦੇ ਵਿੱਚ, ਸਾਰੀਆਂ ਨਿਊ ਹੋਮਸ ਦੇ ਵਿੱਚ। ਤੇ ਕਹਿੰਦੇ ਜੀ ਹੋਰ ਕਿਹੜੀ ਚੀਜ਼ ਦੇ ਵਿੱਚ? ਬਿਲਡਿੰਗ ਦੀ ਜਿਹੜੀ ਇੰਪਰੂਵਮੈਂਟ ਆ ਉਹਦੇ ਵਿੱਚ ਵੀ। ਮੰਨ ਕੇ ਚੱਲੋ ਜੀ ਤੁਹਾਨੂੰ ਮੈਥਡ ਦਾ ਮੀਨਿੰਗ ਨਹੀਂ ਪਤਾ, ਡੋਂਟ ਵਰੀ ਜੀ, ਆਪਾਂ ਨੂੰ ਜੇ ਸੁਪਨੇ ਥੋੜੀ ਆਉਂਦੇ ਵੀ ਰੀਡਿੰਗ ਕੀ ਲਿਖੀ ਜਾਂਦੀ ਹੈ। ਤਾਂ ਕਹਿੰਦੇ ਜੀ એનર્ਜੀ ਸੇਵਿੰਗ ਮੈਥਡਸ ਜਿਹੜੀਆਂ ਹੈਗੀਆਂ ਵਾ, ਉਹਨਾਂ ਨੂੰ ਇਨਕਲੂਡ ਕਰ ਲੈਣਾ ਚਾਹੀਦਾ। ਇੱਕ ਤਾਂ ਮੈਨੂੰ ਅੰਦਾਜ਼ਾ ਮੇਰੇ ਬ੍ਰੇਨ ਨੂੰ, ਚਲੋ ਜੇ ਮੈਨੂੰ ਇਹਦਾ ਮਤਲਬ ਨਹੀਂ ਪਤਾ, ਬਟ ਇੰਨਾ ਕੁ ਤਾਂ ਗੈਸ ਲੱਗ ਗਿਆ ਨਾ, ਇਹ ਕੋਈ ਨਾ ਕੋਈ ਚੀਜ਼ਾਂ ਵਾ, ਤਾਂ ਹੀ ਤਾਂ ਇਹ ਸ਼ਾਮਿਲ ਹੋ ਸਕਦੀਆਂ ਵਾ। ਕਹਿੰਦੇ ਜੀ એનર્ਜੀ ਸੇਵਿੰਗ ਮੈਥਡਸ ਆ, ਇਹਨਾਂ ਨੂੰ ਸ਼ਾਮਿਲ ਕਰ ਲੈਣਾ ਚਾਹੀਦਾ। ਹੁਣ ਕਿਹਦੇ ਵਿੱਚ? ਡਿਜ਼ਾਈਨ ਦੇ ਵਿੱਚ। ਡਿਜ਼ਾਈਨ ਕਿਹਦਾ? ਸਾਰੇ ਜਿਹੜੇ ਨਵੇਂ ਘਰ ਆ, ਤੇ ਜਿਹੜੀਆਂ ਇੰਪਰੂਵਮੈਂਟਸ ਆ ਕਿਹਦੀਆਂ? ਬਿਲਡਿੰਗ ਦੀਆਂ। ਚਲੋ ਜਾ ਕੇ ਦੇਖਿਓ ਨੇ ਜੀ, એનર્ਜੀ ਸੇਵਿੰਗ ਮੈਥਡਸ, એનર્ਜੀ ਸੇਵਿੰਗ। ਮੈਂ ਇਹ ਕੋਲੋਕੇਸ਼ਨ ਲੱਭੂਗਾ ਜੀ ਕਿ એનર્ਜੀ ਸੇਵਿੰਗ ਕਿੱਥੇ ਲਿਖੀ ਪਈ ਹੈ ਜੀ। ਪਹਿਲੇ ਹੁਣ ਜੀ ਵਿੱਚ ਤਾਂ ਹੈ ਨਹੀਂ ਜੀ, ਇਹ ਲਾਸਟ ਵਿੱਚ ਹੈ ਜੀ। એનર્ਜੀ ਸੇਵਿੰਗ ਆਹ ਪਿਆ ਜੀ। ਹੁਣ ਯੈਸ ਔਰ ਨੋ? ਮੈਨੂੰ ਤਾਂ ਲੱਗਦਾ ਆਨਸਰ ਤੁਹਾਡਾ ਰੁਕਿਆ ਹੀ ਨਹੀਂ। ਮੈਨੂੰ ਪਤਾ ਨਹੀਂ ਸੀ ਰੀਡਿੰਗ 'ਚ ਕੀ ਲਿਖਿਆ, ਮੈਥਡ ਮੈਂ ਤੁਹਾਨੂੰ ਵੈਸੇ ਦੱਸਿਆ, ਤੇ ਉਹਨਾਂ ਨੇ ਮੈਥਡ ਸਿੱਧਾ ਹੀ ਲਿਖਿਆ ਪਿਆ, ਯਾਨੀ ਕਿ ਕੋਈ ਡਿੱਕਾ ਨਹੀਂ ਆਇਆ ਜੀ। ਸਮਝ ਗਏ ਨਾ ਇਹ ਗੱਲ? ਕੋਈ ਡਿੱਕਾ ਨਹੀਂ ਪਰ ਇਹ ਲੱਗਾ। ਚਾਂਸ ਹੁੰਦੇ ਆ ਜੀ ਵੀ ਕੋਲੋਕੇਸ਼ਨ ਨੂੰ ਸੇਮ ਲਿਖਣ ਦੇ ਚਾਂਸ ਹੁੰਦੇ ਆ ਕਾਫੀ ਵਾਰ, ਹਨਾ? ਹੁੰਦੇ ਆ, ਦੇਖੋ ਲਿਖੀ ਪਈ ਤੁਹਾਡੇ ਸਾਹਮਣੇ। ਐਵੇਂ ਤਾਂ ਪਤਾ ਸਰ ਮੇਜਰਸ ਨੂੰ ਕੀ ਕਹਿੰਦੇ ਆ, ਬਟ ਜਿਵੇਂ ਹੁਣ ਤੁਸੀਂ ਦੱਸਤਾ ਕਿ ਮੈਥਡ ਵੀ ਕਹਿੰਦੇ ਆ, ਕਈ ਵਾਰੀ ਐਵੇਂ ਨਹੀਂ ਪਤਾ ਹੁੰਦਾ ਸਰ ਵੀ ਇਹ ਮੈਥਡ ਦੀ ਫਾਰਮ 'ਚ ਲਿਖਿਆ ਹੈ ਮੇਜਰਸ ਇਹਨਾਂ ਨੇ। ਇਹਨੂੰ ਥੋੜਾ ਜਿਹਾ ਟ੍ਰਾਂਸਲੇਸ਼ਨ ਕਰਕੇ ਵੋਕੈਬ ਤੇਜ਼ ਕਰ ਸਕਦੇ ਹੋ ਪ੍ਰਿੰਟ। ਬਾਕੀ ਡੋਂਟ ਵਰੀ, ਦੇਖੋ ਵੋਕੈਬ ਦੇ ਕਰਕੇ ਤੁਹਾਡੇ ਆਨਸਰ ਉੱਥੇ 1 ਜਾਂ 2 ਰੁਕਣੇ ਆ, ਜ਼ਿਆਦਾ ਨਹੀਂ ਰੁਕਣੇ। ਹਾਂਜੀ ਹਾਂ, ਇਹ ਤਾਂ ਹੈ। ਸਮਝ ਗਏ? ਹਾਂ, ਇਹਦੀ ਨਾ ਟੈਨਸ਼ਨ ਲਓ, ਕਿਉਂਕਿ ਆਪਾਂ ਜਦੋਂ 13 ਕੁਐਸਚਨ ਕਰਦੇ ਹੁੰਨੇ ਆ, 13 ਦੇ ਵਿੱਚੋਂ ਇੱਕ ਸਿੰਗਲ ਆਨਸਰ ਇਦਾਂ ਦਾ ਹੁੰਦਾ ਜਿਹੜਾ ਵੋਕੈਬਲਰੀ ਤੇ ਖੜਾ ਹੁੰਦਾ। ਜ਼ਿਆਦਾਤਰ ਦੀ ਵੋਕੈਬ ਤੁਹਾਨੂੰ ਪਤਾ ਹੀ ਹੁੰਦੀ ਹੈ ਜੀ। ਚਲੋ ਜੀ ਆਪਾਂ ਜਾ ਕੇ ਉੱਥੇ ਮੈਚ ਕਰਦੇ ਹਾਂ। ਕੋਲੋਕੇਸ਼ਨ ਆਪਾਂ ਨੂੰ ਬਣੀ ਤਾਂ ਨਹੀਂ ਮਿਲ ਗਈ? ਮੈਨੂੰ ਸ਼ੱਕ ਸੀ ਕਿ ਸ਼ਾਇਦ ਜਾਣੀ ਕਿ ਮੈਥਡ ਲਿਖ ਦੇਣ ਜੀ। ਕੀ ਕਹਿੰਦੇ ਜੀ, ਹੁਣ ਧਿਆਨ ਨਾਲ ਦੇਖਿਓ ਜੀ। ਕਹਿੰਦੇ ਅਪਰੂਵਲ ਜਿਹੜੀ ਹੈਗੀ ਆ ਬਿਲਡਿੰਗ ਦੀ, ਬਿਲਡਿੰਗ ਰੈਨੋਵੇਸ਼ਨ ਦੀ, ਬਿਲਡਿੰਗ ਰੈਨੋਵੇਸ਼ਨ ਦੀ ਅਪਰੂਵਲ ਆ ਜਿਹੜੀ, ਮੇ ਸੋ ਬੀ ਕੰਡੀਸ਼ਨਲ। ਉਹ ਜੀ ਕਹਿੰਦੇ ਸ਼ਾਇਦ ਕੰਡੀਸ਼ਨਲ ਹੋ ਸਕਦੀ ਆ, ਅਪੋਨ ਟੇਕਿੰਗ ਸੱਚ એનર્ਜੀ ਸੇਵਿੰਗ ਮੈਜ਼ਰਸ। ਏਦਾਂ ਦੇ ਜੇ ਆਪਾਂ એનર્ਜੀ ਸੇਵਿੰਗ ਮੈਜ਼ਰਸ ਨੂੰ ਟੇਕ ਕਰ ਲਈਏ, ਲੈ ਲਈਏ, ਜੇ ਆਪਾਂ ਇਹਨਾਂ ਨੂੰ ਅਪਣਾ ਲਈਏ ਜੇ ਇਹਨਾਂ ਨੂੰ, ਤਾਂ ਜੀ ਕਹਿੰਦੇ ਫਿਰ ਬਿਲਡਿੰਗ ਰੈਨੋਵੇਸ਼ਨ ਦੀ ਅਪਰੂਵਲ ਹੁੰਦੀ ਹੈ ਨਾ, ਜਿਹੜੀ ਪਰਮਿਸ਼ਨ ਮਿਲਦੀ ਹੁੰਦੀ ਆ, ਕਹਿੰਦੇ ਜੀ ਸ਼ਾਇਦ ਉਹ ਕੰਡੀਸ਼ਨਲ ਹੋ ਸਕਦੀ ਹੈ। ਕੰਡੀਸ਼ਨਲ ਦਾ ਮਤਲਬ ਸ਼ਾਇਦ ਅਪਰੂਵ ਨਾ ਮਿਲੇ, ਅਪਰੂਵਮੈਂਟ ਨਾ ਮਿਲੇ ਜੀ, ਕੋਈ ਇਦਾਂ।
ਆਪਣਾ ਕੁਐਸਚਨ ਕਹਿ ਰਿਹਾ ਸੀ, ਆਪਾਂ ਕੁਐਸਚਨ ਤੇ ਚੱਲਦੇ ਹਾਂ। ਉਹ ਕਹਿੰਦੇ ਜੀ ਜਿਹੜੀ એનર્ਜੀ ਸੇਵਿੰਗ ਮੈਜ਼ਰਸ ਆ ਹੁਣ ਇਹਨੂੰ ਸ਼ਾਮਿਲ ਕਰ ਲੈਣਾ ਚਾਹੀਦਾ ਸਾਰੇ ਘਰਾਂ ਦੇ ਵਿੱਚ, ਜਿਹੜੇ ਨਵੇਂ ਘਰ ਆ, ਤੇ ਨਾਲ ਸਾਰੀਆਂ ਜੀ ਕਿੰਨਾਂ ਦੇ ਵਿੱਚ, ਜਿਹੜੀਆਂ ਆਪਣੀਆਂ ਬਿਲਡਿੰਗਸ ਦੇ ਡਿਜ਼ਾਈਨ ਹੈ। ਚਲੋ ਜੀ ਦੇਖਦੇ ਕੋਈ ਘਰ ਵਗੈਰਾ ਕਿਤੇ ਲਿਖਿਆ ਪਿਆ ਹੋਵੇ। ਫੋਰ ਐਗਜ਼ਾਮਪਲ ਦਾ ਯੂਜ਼ ਆਫ ਫੋਟੋ, ਇਹਦਾ ਜਿਹੜਾ ਯੂਜ਼ ਹੈ ਜੀ ਕਹਿੰਦੇ may be okay stipulated the okay lesson demand, reduce fossil fuel emission, ਬਾਅਦ ਚੋਂ ਬਿਲਡਿੰਗ ਰੈਨੋਵੇਸ਼ਨਸ ਕੰਡੀਸ਼ਨਲ ਹੋ ਸਕਦੀਆਂ ਜੀ ਕਹਿੰਦੇ ਇਫ ਦਿਸ। ਅੱਛਾ ਜੀ ਅੱਗੇ ਜਾ ਕੇ ਦੇਖੀਏ ਤੇ ਇੱਥੇ ਤੇ ਕਿਤੇ ਲਿਖਿਆ ਨੇ ਜੀ ਜਿਹੜੇ ਸਾਰੇ ਨਵੇਂ ਘਰ ਆ। ਹਾਂਜੀ ਜੀ ਕੀ ਲੱਗਦਾ ਜੀ ਤੁਹਾਨੂੰ? ਹਾਂਜੀ ਨਾਟ ਗਿਵਨ ਸਰ। ਹਾਂਜੀ ਕੀ ਹੈ ਜੀ? ਏਦਾਂ ਕਿਵੇਂ ਹੋ ਜੂ? ਪਹਿਲਾਂ 3 ਕਿਵੇਂ ਨੋਟ ਕਿਵੇਂ ਹੋ ਜਾਣਗੇ ਸਰ ਲਗਾਤਾਰ? ਹੋ ਵੀ ਸਕਦੇ ਆ ਜੀ ਤਾਂ ਨਹੀਂ 3 ਕਰਤਾ ਆਪਾਂ। ਨਹੀਂ ਹੋ ਵੀ ਸਕਦੇ, ਫਾਲਸ ਵੀ ਹੋ ਸਕਦੇ 3 ਲਗਾਤਾਰ। ਕਈ ਵਾਰ ਬਿਲਕੁਲ ਜੀ, ਆਪ ਨੂੰ ਨਹੀਂ ਤਾਂ ਯਕੀਨ ਦੇਖੋ, ਆਉਂਦਾ, ਕਈ ਵਾਰ ਇਹ ਆਪ ਨੂੰ ਨਹੀਂ ਯਕੀਨ ਆਉਂਦਾ। ਅੱਜ ਮੈਂ ਪਹਿਲੇ 4 ਫਾਲਸ ਸੀ ਜੀ ਉਹਦੇ ਰੀਡਿੰਗ ਦੇ ਜਿਹੜੀ ਮੈਂ ਕੀਤੀ ਸੀ, ਮੈਂ ਕਿਹਾ ਨਹੀਂ ਵੀ 4 ਤਾਂ ਨਹੀਂ ਹੋ ਸਕਦੇ ਇਕੱਠੇ ਫਾਲਸ, ਹਾਂਜੀ ਸਰ ਇੱਕ ਐਵੇਂ ਅੱਧਾ ਤਾਂ ਹੁੰਦਾ। ਗਲਤ ਹੋ। ਮੈਂ ਹੋ ਧੱਕੇ ਜਾਂਦਾ ਨਾਲ ਜੀ। ਹੀ ਉਹਦਾ ਨਾਟ ਗਿਵਨ ਲਾਤਾ, ਮੈਂ ਕਿਹਾ ਚੱਲ ਇੱਥੇ ਸੈੱਟ ਹਾਂ ਧੱਕੇ ਦੇਖੋ ਇਦਾਂ ਕਈ ਵਾਰ ਦੇਖੋ ਸਰ ਹੁਣ ਉੱਤੇ ਕਰ ਆਪਾਂ ਕੀ ਕੀਤਾ, ਆਪਣਾ ਕਈ ਪਹਿਲਾ ਵਾਰੀ ਜਾਣ ਕੁਐਸਚਨ ਕੇ ਜਿਹੜਾ ਚੇਂਜ ਸੀਗਾ ਕਰਨਾ ਉਹ ਪੈਂਦਾ ਜੀ। ਹਾਂਜੀ ਕਿੱਦਾਂ ਕੀ ਕਹਿ ਰਹੇ ਹੋ ਜੀ? ਕਈ ਵਾਰੀ ਲਗਾਤਾਰ ਸੇਮ ਆਏ ਤੇ ਫਿਰ ਜਾਣ ਕੇ ਇੱਕ ਅੱਧਾ ਚੇਂਜ ਕਰ ਜੀਦਾ ਵੀ ਇਦਾਂ ਹੋ ਹੀ ਨਹੀਂ ਸਕਦਾ। ਆਹ ਦੇਖੋ ਆਪਣਾ ਹਜੇ ਆਹ ਵਾਲਾ ਪਿਆ ਵਾ ਲੱਭਣ ਵਾਲਾ ਜੀ ਪਹਿਲਾ, ਤਾਂ ਦੇਖੋ ਆਹ ਚੀਜ਼ ਫੋਲੋ ਹੋਈ ਹਲੇ ਤੱਕ, ਫਾਲਸ ਟਰੂ ਟਰੂ। ਆ ਦੇਖੋ 3 ਨੋਟ ਗਿਵਨ ਜੀ, ਇਹ ਚੀਜ਼ ਪੋਸੀਬਲ ਆ। ਜੇ ਫਾਈਨਲ ਚ ਵੀ 3 ਨੋਟ ਗਿਵਨ ਹੋਏ ਤਾਂ ਇਦਾਂ ਨਾ ਕਿ ਵੀ ਨਹੀਂ ਵੀ ਘਰ ਵਾਲੀ ਰੀਡਿੰਗ ਚ ਤਾਂ ਜ਼ਰੂਰ ਹੋ ਸਕਦੇ ਸੀ, ਫਾਈਨਲ ਚੋਂ ਨਹੀਂ ਐਗਜ਼ਾਮੀਨਰ ਨੋਟ ਗਿਵਨ ਪਾ ਸਕਦਾ ਲਗਾਤਾਰ 3 ਪਾ ਸਕਦਾ ਜੀ ਉੱਥੇ ਵੀ। ਲੱਗਿਆ ਪਤਾ ਜੀ? ਕਈ ਵਾਰੀ ਬੱਚਾ ਕੀ ਸੋਚ ਲੈਂਦਾ, ਇੱਕ ਹੋਰ ਨਵੀਂ ਧਾਰਨਾ ਵੀ ਤਾਂ ਬਣੀ ਸਕਦੀ ਆ ਕਿ ਕੋਈ ਨਾ ਜਿਹੜੀਆਂ ਮੈਂ ਘਰੇ ਰੀਡਿੰਗ ਕਰਦਾ ਉਹ ਤਾਂ ਕਦੇ ਕਦੇ ਜਾਲੀ ਜੀਆਂ ਹੁੰਦੀਆਂ, ਇਹ ਤਾਂ ਅਸਲੀ ਹੋਊ ਪੂਰੀ, ਇਹਦੇ ਵਿੱਚ ਥੋੜੀ 3 ਨੋਟ ਗਿਵਨ ਹੋਣਗੇ। ਸਮਝ ਗਏ ਜੀ? ਹਾਂਜੀ ਹਾਂ ਏਦਾਂ ਹਾਂਜੀ ਦੀ ਕੋਈ ਸਰ। ਚੱਕਰ ਨਹੀਂ, ਉਹ ਵੀ ਡੁਪਲੀਕੇਟ ਜੀ ਹੋ ਸਕਦੀ ਜੀ, ਉੱਤੇ ਵੀ ਲਗਾਤਾਰ 3 ਨੋਟ ਗਿਵਨ ਹੋ ਸਕਦੇ। ਡੋਂਟ ਵਰੀ, ਤੁਹਾਨੂੰ ਪਹਿਲਾ ਲੱਭਿਆ ਨੋਟ ਗਿਵਨ, ਦੂਜਾ ਲੱਭਿਆ ਨੋਟ ਗਿਵਨ, ਤੀਜਾ ਲੱਭਿਆ ਨੋਟ ਗਿਵਨ, ਤਾਂ ਇਹ ਸਮਝੋ ਕਿ ਸੀ ਨੋਟ ਗਿਵਨ। ਸਮਝ ਗਏ ਜੀ? ਚਲੋ ਜੀ ਉਹਨਾਂ ਦੇਖਦੇ ਆਪਾਂ, ਇੱਕ ਰਹਿ ਗਿਆ ਜੀ ਆਪਣਾ ਇਹਦੇ ਚ, ਇੱਕ ਰਹਿ ਗਿਆ ਜੀ ਆਪਣਾ। ਹਲੋ ਜੀ ਕਹਿੰਦੇ ਜਿਹੜੇ ਫੋਟੋ ਵੋਲਟਿਕਸ ਆ ਉਹ ਯੂਜ਼ ਕੀਤੇ ਜਾਂਦੇ ਆ ਜੀ। ਯੂਜ਼ ਕਾਹਦੇ ਲਈ ਕੀਤੇ ਜਾਂਦੇ ਆ? ਇਲੈਕਟ੍ਰਿਸਿਟੀ ਨੂੰ ਸਟੋਰ ਕਰਨ ਦੇ ਲਈ। ਇਹ ਕਹਿੰਦੇ ਯੂਜ਼ ਹੁੰਦੇ ਆ ਜੀ ਇਲੈਕਟ੍ਰਿਸਿਟੀ ਨੂੰ ਸਟੋਰ ਕਰਨ ਦੇ ਲਈ। ਤੇ ਲੋਕੇਸ਼ਨ ਆਪਾਂ ਨੂੰ ਇਹਦੀ ਪਤਾ ਹੀ ਹੈ ਜੀ, ਇਹਦੀ ਲੋਕੇਸ਼ਨ ਇਹਨਾਂ ਦੋਵਾਂ ਜਗ੍ਹਾ ਤੋਂ ਇੱਕ ਜਗ੍ਹਾ ਤੇ ਹੋਊ ਜੀ। ਪਹਿਲੇ ਵਿੱਚ ਕੀ ਲਿਖਿਆ? ਪਹਿਲੀ ਲਾਈਨ ਚ ਲਿਖਿਆ ਕਿ ਜੀ ਸੋਲਰ એનર્ਜੀ ਜਿਹੜੀ ਹੁੰਦੀ ਆ ਇਹ ਕਨਵਰਜ਼ਨ ਹੁੰਦੀ ਆ ਸਨਲਾਈਟ ਨੂੰ એનર્ਜੀ ਦੇ ਵਿੱਚ ਚੇਂਜ ਹੋਣ ਵਾਲੀ ਚੀਜ਼ ਹੁੰਦੀ ਹੈ। ਤੇ ਇਹ ਕਹਿੰਦੇ ਚੀਜ਼ ਪੋਸੀਬਲ ਕਿਹਦੇ ਰਾਹੀਂ ਹੁੰਦੀ ਆ? ਉਹ ਹੁੰਦੀ ਆ ਫੋਟੋਵੋਲਟਿਕ ਦੇ ਰਾਹੀਂ। ਫੋਟੋਵੋਲਟਿਕ ਇੱਕ ਸਿੰਪਲ ਇੱਕ ਗੈਜਟ ਹੈ ਜੀ, ਇੱਕ ਮਸ਼ੀਨ ਆ ਜਿਹੜੀ ਘਰ ਦੀ ਛੱਤ ਦੇ ਉੱਪਰ ਫਿੱਟ ਹੋ ਜਾਂਦਾ। ਇੱਥੋਂ ਤਾਂ ਪਤਾ ਹੀ ਨਹੀਂ ਲੱਗ ਸਕਿਆ ਜੀ ਕਿ ਇਹ ਇਲੈਕਟ੍ਰਿਸਿਟੀ ਨੂੰ ਸਟੋਰ ਕਰਦਾ ਕਿ ਨਹੀਂ ਸਟੋਰ ਕਰਦਾ ਜੀ, ਪਤਾ ਹੀ ਨਹੀਂ ਲੱਗ ਸਕਿਆ ਜੀ ਇੱਥੋਂ। ਇਹ ਬਾਰੇ ਅੱਗੇ ਜਾ ਕੇ ਦੱਸਣਾ ਬੀ ਦੇ ਵਿੱਚ ਜੀ ਫੋਟੋਵੋਲਟਿਕ ਪਾਵਰਡ ਹਾਊਸ ਜਿਹੜਾ ਹੁੰਦਾ ਰਿਮੇਨ ਕਨੈਕਟਡ ਜੁੜਿਆ ਹੁੰਦਾ ਕਿ ਨਾਲ ਪਾਵਰ ਲਾਈਨ ਦੇ ਨਾਲ ਜੁੜਿਆ ਹੁੰਦਾ ਹੈ, ਬਟ ਨੋ ਸਟੋਰੇਜ ਇਜ਼ ਰਿਕੁਆਇਰਡ। ਕਹਿੰਦੇ ਸਟੋਰ ਤਾਂ ਲੋੜ ਹੀ ਨਹੀਂ ਪੈਂਦੀ ਜੀ। ਇਹ ਫਾਲਸ ਆ ਗਿਆ ਜੀ ਨਾ। ਕੀ ਆ ਗਿਆ ਜੀ? ਇਹ ਜਿਹੜਾ ਫੋਟੋਵੋਲਟਿਕ ਗੈਜਟ ਹੈ ਜੀ ਇਹ ਉਹਨੂੰ ਸਟੋਰ ਨਹੀਂ ਕਰਦਾ, ਇਹ ਤਾਂ ਸਿੱਧਾ ਡਾਇਰੈਕਟ ਕਨੈਕਟ ਕਰ ਦਿੰਦਾ ਜੀ ਉਹਦੇ ਨਾਲ, ਪਾਵਰ ਲਾਈਨਸ ਦੇ ਨਾਲ। ਲੱਗਿਆ ਪਤਾ ਜੀ? ਕੀ ਲਿਖਿਆ ਵਾ? ਨੋ ਸਟੋਰੇਜ ਇਜ਼ ਰਿਕੁਆਇਰਡ। ਤੇ ਤੁਹਾਨੂੰ ਕੁਐਸਚਨ ਕੀ ਕਹੀ ਜਾਂਦਾ? ਇਹ ਸਟੋਰ ਕਰਦਾ ਜੀ ਕਿਤੇ? ਅੱਛਾ ਸਟੋਰ ਕਰਦਾ ਕਿ ਇਹਨੂੰ ਲੋੜ ਹੀ ਨਹੀਂ ਪੈਂਦੀ? ਲੋੜ ਹੀ ਨਹੀਂ ਲੋੜ ਪੈਂਦੀ ਹੀ ਨਹੀਂ ਸਰ, ਪੈਂਦੀ। ਤੈਨੂੰ ਰਿਕੁਆਇਰਡ ਪੈਂਦੀ ਜੀ, ਬਿਲਕੁਲ ਜੀ। ਇਹਨੂੰ ਜਦੋਂ ਲੋੜ ਹੀ ਨਹੀਂ ਪੈਂਦੀ ਫਿਰ ਸਟੋਰ ਕਾਹਤੋਂ ਕਰੂਗਾ ਜੀ? ਤਾਂ ਇਹ ਕੀ ਹੋ ਗਿਆ ਜੀ? ਫਾਲਸ ਹੋ ਗਿਆ ਜੀ। ਤਾਂ ਦੇਖੋ ਕਿੰਨਾ ਵਧੀਆ ਡਿਜ਼ਾਈਨ ਸੀਗਾ ਜੀ। ਫਾਲਸ ਫਾਲਸ, ਟਰੂ ਟਰੂ, ਨਾਟ ਗਿਵਨ ਨਾਟ ਗਿਵਨ ਨਾਟ ਗਿਵਨ। ਦੇਖੋ ਇੱਕ ਵਾਰੀ 9th ਸਮਝਾਈਓ ਮਾੜਾ ਜਿਹਾ। 9th ਵਿੱਚ ਕਿਹਾ ਸੀ ਕਿਹੜੇ ਰੋਕੋ ਆਈਲੈਂਡ ਦੇ ਉੱਪਰ ਸੋਲਰ ਪਾਵਰਡ ਹਾਊਸ ਆ ਉਹ ਜਾਨੀ ਕਿ ਇਨਹੈਬਿਟਡ ਆ। ਉਹਨਾਂ ਨੇ ਕੀ ਕਿਹਾ ਸੀ ਕਿ ਰੋਕੋ ਆਈਲੈਂਡ ਦੇ ਉੱਪਰ ਜਿਹੜੇ ਉਹਨਾਂ ਨੇ ਇੱਕ ਸਟੇਸ਼ਨ ਬਣਾਇਆ ਹੋਇਆ ਵਾ, ਉਹਨਾਂ ਨੇ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ, ਉੱਥੇ ਟੀਵੀ ਵਗੈਰਾ ਸਾਰਾ ਕੁਝ ਦਿੱਤਾ ਹੋਇਆ ਵਾ। ਕਿੰਨਾਂ ਨੂੰ ਦਿੱਤਾ ਹੋਇਆ ਜੀ? ਉੱਥੇ ਇੱਕ ਵਰਡ ਲਿਖਿਆ ਪਿਆ ਸੀ ਜੀ, ਨਾਨ ਉਹ ਸਾਰੀਆਂ ਐਗਜ਼ਿਸਟੈਂਸ ਚੀਜ਼ਾਂ ਆਕੂਪੈਂਟ। ਨੌਨ ਐਗਜ਼ਿਸਟੈਂਟ ਆਕੂਪੈਂਟਸ ਨੂੰ, ਜਾਨੀ ਕਿ ਉਹ ਵਾਲੇ ਆਕੂਪੈਂਟਸ, ਜਾਨੀ ਕਿ ਉਹ ਵਾਲੇ ਰੈਜ਼ੀਡੈਂਟਸ
ਜਿਹੜੇ ਉੱਥੇ ਰਹਿੰਦੇ ਹੀ ਨਹੀਂਗੇ, ਨੌਨ ਐਗਜ਼ਿਸਟੈਂਟ ਕਰਦੇ ਆ ਜਿਹੜੇ। ਨੌਨ ਐਗਜ਼ਿਸਟੈਂਟ ਦਾ ਮਤਲਬ ਕੀ ਹੋ ਗਿਆ ਜੀ? ਹ ਵਾਲੇ ਵਰਡ ਦਾ ਮਤਲਬ ਕੀ ਹੋ ਗਿਆ ਜੀ? ਅਨ। ਤੇ ਇਹਦਾ ਮਤਲਬ ਕੀ ਹੋ ਗਿਆ ਜੀ? ਇਨਹੈਬਿਟਡ। ਲੱਗ ਗਿਆ ਪਤਾ ਜੀ? ਹਾਂਜੀ ਸਰ। ਹਾਂਜੀ ਚਲੋ ਜੀ। ਅੱਛਾ ਹੁਣ ਆਪਾਂ ਜਦੋਂ ਟਰੂ ਫਾਲਸ ਕਰ ਲਏ ਜੀ, ਤਾਂ ਹੁਣ ਇੱਥੇ ਇੱਕ ਜਿਹੜੀ ਚੀਜ਼ ਪੈਦਾ ਹੁੰਦੀ ਵਧੀਆ ਜੀ। ਹੁਣ ਆਪਾਂ ਚੱਲਦੇ ਹੈਡਿੰਗ ਤੇ। ਹੁਣ ਪਹਿਲਾਂ ਤਾਂ ਹੈਡਿੰਗ ਨੂੰ ਪੜਾਂਗੇ ਜੀ ਆਪਾਂ। ਪਹਿਲਾਂ ਤਾਂ ਆਪਾਂ ਹੈਡਿੰਗਸ ਨੂੰ ਪੜਨਾ ਵਾ ਜੀ। ਅੱਛਾ ਪਹਿਲੀ ਵਿੱਚ ਕੀ ਕਿਹਾ ਜੀ ਉਹਨਾਂ ਨੇ? ਕਹਿੰਦੇ ਜੀ ਐਗਜ਼ਾਮਪਲਸ ਦਿੱਤੀਆਂ ਹੋਈਆਂ ਵਾ ਉਹ ਪੈਰੇ ਦੇ ਵਿੱਚ ਕੰਟਰੀਜ਼ ਦੀਆਂ, ਜਿੱਥੇ ਕਹਿੰਦੇ ਬਿਜਲੀ ਜ਼ਿਆਦਾ ਯੂਜ਼ ਹੁੰਦੀ ਆ ਦਿਨੇ ਦੇ ਟਾਈਮ। ਕਿਹਦੇ ਕੰਪੈਰੀਜ਼ਨ? ਨਾਈਟ ਦੇ ਕੰਪੈਰੀਜ਼ਨ। ਅਗਲੇ ਚ ਕੀ ਕਿਹਾ ਜੀ ਉਹਨਾਂ ਨੇ? ਕਹਿੰਦੇ ਜੀ ਉਹਦੇ ਵਿੱਚ ਇੱਕ ਡੀਟੇਲਡ ਡਿਸਕ੍ਰਿਪਸ਼ਨ ਦਿੱਤੀ ਵੀ ਆ ਕਿਹਦੀ? ਇੱਕ ਐਕਸਪੈਰੀਮੈਂਟ ਦੀ, ਜਿਹੜਾ ਕਹਿੰਦੇ ਫੋਟੋਵੋਲਟਿਕ ਜਿਹੜਾ ਇਹ ਹੈਗਾ ਵਾ ਇਹਨੂੰ ਕਹਿੰਦੇ ਪ੍ਰਮੋਟ ਕਰਦਾ ਵਾ ਥਰੂ ਆਊਟ ਦਾ ਕੰਟਰੀ ਦੇ ਵਿੱਚ। ਅਗਲੇ ਚ ਕੀ ਕਿਹਾ ਜੀ? ਨੈਗੇਟਿਵ ਪ੍ਰਭਾਵ ਦੱਸੇ ਹੋਏ ਆ ਜੀ ਕਿਹਦੇ? ਕਨਵੈਨਸ਼ਨਲ ਮੀਨਸ ਦੇ। ਕਨਵੈਨਸ਼ਨਲ ਕੀ ਹੁੰਦਾ ਜੀ? ਕਨਵੈਨਸ਼ਨਲ ਹੁੰਦਾ ਨਹੀਂ ਕਿ ਟ੍ਰੈਡੀਸ਼ਨਲ। ਤੇ ਮੀਨਸ ਕੀ ਹੋ ਗਿਆ ਜੀ? ਸਾਧਨ, ਯਾਨੀ ਕਿ ਸੋਰਸਸ। ਜਿਹੜੇ ਪੁਰਾਣੇ ਤਰੀਕੇ ਆ ਬਿਜਲੀ ਪੈਦਾ ਕਰਨ ਦੇ, ਉਹਨਾਂ ਦੀਆਂ ਡਰਾਬੈਕ ਦਿੱਤੀਆਂ ਹੋਈਆਂ ਕਹਿੰਦੇ ਉਹ ਪੈਰੇ ਚ। ਜਿਹੜੇ ਪੁਰਾਣੇ ਤਰੀਕੇ ਆ, ਹਾਂਜੀ, ਕਨਵੈਨਸ਼ਨਲ ਮੀਨਸ ਨੋਟ ਕਰ ਲਓ ਜੀ। ਕਹਿੰਦੇ ਜੀ ਉਹ ਪੈਰੇ ਵਿੱਚ ਐਕਸਪਲੇਨੇਸ਼ਨ ਦਿੱਤੀ ਹੈ ਕਿਹਦੀ? ਫੋਟੋਵੋਲਟਿਕ ਸਿਸਟਮ ਦੀ। ਧਿਆਨ ਨਾਲ ਦੱਸਿਓ, ਫੋਟੋਵੋਲਟਿਕ ਸਿਸਟਮ ਜਿਹੜਾ ਹੈਗਾ ਵਾ ਇਹਦੀ ਐਕਸਪਲੇਨੇਸ਼ਨ ਤਾਂ ਰੀਡਿੰਗ ਨੇ ਕਿਤੇ ਸਟਾਰਟਿੰਗ ਚ ਦਿੱਤੀ ਹੋਊ ਕਿ ਲਾਸਟ ਵਾਲੇ ਪੈਰੇ ਵਿੱਚ ਜਾ ਕੇ ਦਿੱਤੀ ਹੋਊਗੀ? ਸਾਰੀ ਰੀਡਿੰਗ ਕਾਹਦੇ ਤੇ ਆ? ਮੈਨੂੰ ਲੱਗਦਾ ਬਿਲਕੁਲ ਜੀ। ਇਹ ਹੁੰਦਾ ਕਿ ਆਪਣੇ ਮਾਈਂਡ ਦੇ ਨਾਲ ਗੈਸ ਲਾਉਣਾ। ਦੇਖੋ ਸਾਰਾ ਪੈਰਾ ਹੀ ਆਹ ਵਾਲੀ ਚੀਜ਼ ਤੇ ਆ। ਹੁਣ ਇਹ ਸਿਸਟਮ ਕੰਮ ਕਿਵੇਂ ਕਰਦਾ, ਇਹਦੀ ਐਕਸਪਲੇਨੇਸ਼ਨ ਕਿਵੇਂ ਆ, ਇਹ ਸਟਾਰਟਿੰਗ ਚ ਦਿੱਤੀ ਹੋਊ, ਲਾਸਟ ਤੇ ਥੋੜੀ ਦਿੱਤੀ ਹੋਊ ਜੀ। ਸੋ ਆਹ ਤਾਂ ਮੈਨੂੰ ਭੁਲੇਖਾ ਪੈਂਦਾ, ਜਾਂ ਏ ਚ ਹੋਊਗਾ, ਜਾਂ ਬੀ ਚ ਹੋਊਗਾ, ਜਾਂ ਸੀ ਚ ਹੋਊਗਾ। ਇਹ ਡੀ ਨਹੀਂ ਟੱਪਦਾ ਜੀ। ਅੱਛਾ ਲੌਂਗ ਟਰਮ ਬੈਨੀਫਿਟ ਦਿੱਤੇ ਹੋਏ ਆ ਫੋਟੋਵੋਲਟਿਕ ਦੇ। ਲੌਂਗ ਟਰਮ ਦਾ ਮਤਲਬ ਕੀ ਹੁੰਦਾ? ਫਿਊਚਰ ਤੱਕ ਜਾਣ ਵਾਲੇ। ਹਾਂਜੀ ਸਰ। ਯੈਸ ਸਰ ਨੋ। ਫਿਊਚਰ ਦੀਆਂ ਗੱਲਾਂ ਕਿੱਥੇ ਕਰਦੀ ਹੁੰਦੀ ਰੀਡਿੰਗ? ਸਟਾਰਟਿੰਗ ਚ ਹੀ ਕਰਨ ਲੱਗ ਜਾਂਦੀ ਕਿ ਜਿੱਥੇ ਐਂਡ ਖਤਮ ਤੇ ਹੁੰਦੀ ਆ? ਐਂਡ ਵਾਲੇ ਇਹਦਾ ਪੈਰੇ ਚ। ਮਤਲਬ ਇਹ ਤਾਂ ਜੀ ਲਾਸਟ ਵਾਲੇ ਪੈਰਾਗ੍ਰਾਫ ਆ ਜੀ। ਇਹ ਤਾਂ ਲਾਸਟ ਤੇ ਜਾ ਕੇ ਆ ਜੀ। ਅੱਛਾ ਅੱਗੇ ਜਾ ਕੇ ਲਿਖਿਆ ਕਹਿੰਦੇ ਜੀ ਉਹ ਪੈਰੇ ਚ ਰੈਫਰੈਂਸ ਦਿੱਤੀ ਹੋਈ ਆ ਕਿਹਦੀ? ਵੈਲਦੀ ਕੰਟਰੀਜ਼ ਦੀ, ਜਿਹੜੀਆਂ ਅਮੀਰ ਕੰਟਰੀਜ਼ ਆ ਜੀ। ਕਹਿੰਦੇ ਉਹਨਾਂ ਨੇ ਪ੍ਰਪੇਅਰ ਟੂ, ਉਹਨਾਂ ਨੇ ਹੈਲਪ ਕੀਤੀ ਜੀ। ਕਹਿੰਦੇ ਕਿੰਨਾ ਦੀ ਹੈਲਪ ਕੀਤੀ? ਜਿਹੜੀਆਂ ਲੈਸ ਵੈਲਦੀ ਜਿਹੜੀਆਂ ਕੰਟਰੀਜ਼ ਹੈਗੀਆਂ ਜੀ। ਓਕੇ ਜੀ। ਤਾਂ ਹਲਕੇ ਹਲਕੇ ਕੀਵਰਡ ਜੇ ਆਪਾਂ ਆਪਦੇ ਮਾਈਂਡ 'ਚ ਰੱਖ ਲਏ। ਪਹਿਲਾਂ ਤਾਂ ਆਪਾਂ ਸਟਾਰਟਿੰਗ ਵਾਲੇ ਜਾ ਕੇ ਦੇਖੋ ਆਪਾਂ ਪਹਿਲਾ ਪੈਰਾ ਤਾਂ ਸਭ ਤੋਂ ਪੜ੍ਹ ਲਿਆ ਸੀ, ਉਹਦੇ ਵਿੱਚ ਸੀਗੇ ਜੀ ਪਹਿਲੇ ਪੈਰੇ ਵਿੱਚ ਕੋਈ ਹੈਡਿੰਗ ਲੱਭੀ ਸੀ ਆਪਾਂ ਨੂੰ? ਨਹੀਂ ਸਰ, ਲੱਭੀ ਨਹੀਂ ਸੀ। ਹੁਣ ਦੇਖੋ ਪਹਿਲਾਂ ਆਪਣੀ ਕੋਸ਼ਿਸ਼ ਕਿਹੜੀ ਹੋਊਗੀ? ਹੁਣ ਇੱਥੇ ਇੱਕ ਗੇਮ ਸਟਾਰਟ ਹੁੰਦੀ ਆ। ਹੁਣ ਜੇ ਤੁਸੀਂ ਇਹਨੂੰ ਸਟਾਰਟਿੰਗ ਤੋਂ ਹੀ ਕਰਨ ਲੱਗ ਜਾਂਦੇ ਹੋ ਤਾਂ ਫੇਰ ਉਹੀ ਰੌਲਾ ਜੀ। ਜੇ ਤੁਸੀਂ ਇਹਨਾਂ ਨੂੰ ਪੈਰਾਗ੍ਰਾਫ 1 ਤੋਂ ਹੀ ਪੜ੍ਹਨ ਲੱਗ ਜਾਂਦੇ ਹੋ। ਮੈਂ ਕੀ ਚਾਹੁੰਦਾ ਵਾਂ ਜੀ? ਮੈਂ ਚਾਹੁੰਦਾ ਕਿ ਜਿਹੜੇ ਪੈਰਾ ਦੇ ਬਾਰੇ ਤੁਸੀਂ ਪਹਿਲਾਂ ਹੀ ਫੈਮਿਲੀਅਰ ਹੋ। ਫੋਰ ਐਗਜ਼ਾਮਪਲ ਜੀ, ਮੰਨ ਕੇ ਚੱਲੋ ਏ ਵਿੱਚੋਂ ਤੁਹਾਨੂੰ ਹਲੇ ਤੱਕ ਕੋਈ ਵੀ ਕੁਐਸਚਨ ਨਹੀਂ ਲੱਭਿਆ ਸੀਗਾ ਜੀ। ਬੀ ਤੇ ਆਪਾਂ ਪੜ੍ਹਨ ਆਏ ਆ ਨਾ, ਆਪਾਂ ਨੋ ਸਟੋਰੇਜ ਵਾਲੀ ਚੀਜ਼ ਦੇਖੀ ਸੀ ਨਾ ਆਪਾਂ। ਇੱਥੇ ਕੁਐਸਚਨ ਪੜ੍ਹਦੇ ਹੋ, ਬੀ ਦੇ ਨਾਲ ਤੁਸੀਂ ਫੈਮਿਲੀਅਰ ਹੋ। ਅੱਛਾ ਸੀ ਨਾਲ ਆਪਾਂ ਫੈਮਿਲੀਅਰ? ਸੀ ਨਾਲ ਨਹੀਂ ਜੀ। ਪੜਿਆ ਸੀ ਜੀ ਆਪਾਂ, ਇਹ ਵੀ ਪੜਿਆ ਸੀ। ਕੋਈ ਨਹੀਂ ਆਇਆ ਇਹਦੇ ਤੇ? ਨਹੀਂ ਪੜਿਆ ਸੀ, ਪੜਿਆ ਸੀ ਜੀ ਆਪਾਂ ਸਰ। ਹੈਗਾ ਸੀ ਯਾਰ, ਟਰੂ ਫਾਲਸ ਸੀ। ਓਕੇ 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 ਠੀਕ ਹੈ ਜੀ। ਇਹਦੇ ਨਾਲ ਆਪਾਂ ਫੈਮਿਲੀਅਰ ਆ। ਅੱਛਾ ਉਹ ਗਵਰਨਮੈਂਟ ਦੇ ਸਕੂਲ ਜਿਹੜੀ ਮੰਨਦੀ ਸੀ ਉਹਦੇ ਬਾਰੇ ਡੀ ਵੀ ਪੜਿਆ ਸੀ ਯਾਰ, ਡੀ ਵੀ ਪੜਿਆ ਸੀ। ਡੀ ਪੜਿਆ ਸੀਗਾ। ਹੁਣ ਧਿਆਨ ਨਾਲ ਦੇਖਿਓ ਜੀ, ਇੱਥੇ ਸੀ ਪੈਰਾ ਛੋਟਾ ਜਿਹਾ ਵਾ, ਬਿਲਕੁਲ ਇਹਨੂੰ ਪੜਾਂਗੇ। ਬੀ ਦਾ ਸਾਈਜ਼ ਵੀ ਠੀਕ ਆ, ਬੀ ਬਾਰੇ ਆਪਾਂ ਪੜਿਆ ਵੀ। ਡੀ ਨੂੰ ਇੱਕ ਪਲ ਲਈ ਆਪਾਂ ਕ੍ਰੋਸ ਕਰ ਦਾਂਗੇ ਜੀ। ਕਿਉਂ? ਕਿਉਂਕਿ ਪੈਰਾ ਬਹੁਤ ਲੈਂਥੀ ਆ, ਇਹ ਆਪਣੀ ਲਾਸਟ ਆਪਸ਼ਨ ਆ। ਤੇ ਆਹ ਵਾਲਾ ਪੈਰਾ ਬਹੁਤ ਛੋਟਾ ਛੋਟਾ ਜੀ। ਆਹ ਆਪਣੇ ਕੋਲ ਨਿੱਕੇ ਨਿੱਕੇ ਆ ਜੀ ਬਹੁਤ। ਤੇ ਜੇ ਆਪਾਂ ਲਾਸਟ ਵਾਲਾ ਪੈਰਾ ਦੇਖੀਏ, ਲਾਸਟ ਵਾਲਾ ਤਾਂ ਆਪਾਂ ਇੱਕ ਦੇਖਿਆ ਹੀ ਹੈ ਜਿੰਨਾਂ ਤੇ ਆਪਾਂ ਪ੍ਰੈਡਿਕਸ਼ਨਾਂ ਲਾਈਆਂ ਹੋਈਆਂ। ਤਾਂ ਆਪਾਂ ਕੀ ਕਰਦੇ ਹਾਂ ਜੀ? ਧਿਆਨ ਨਾਲ ਦੇਖਿਓ। ਪਹਿਲਾਂ ਤਾਂ ਆਪਾਂ ਬੀ ਨੂੰ ਪੜ੍ਹਦੇ ਹਾਂ। ਇਹ ਵੀ ਹੁੰਦਾ ਜੀ, ਜਿਵੇਂ ਜਿਹੜੇ ਕੁਐਸਚਨ ਮਤਲਬ ਕਿ ਕਿਤੇ ਨਾ ਕਿਤੇ ਇਹ ਵੀ ਹੁੰਦਾ ਵੀ ਜਿਹੜੇ ਜੋ ਆਪਣੇ ਟਰੂ ਫਾਲਸ ਨਹੀਂ ਹੋਏ, ਉਹ ਕੁਐਸਚਨ ਜ਼ਿਆਦਾਤਰ ਉਹ 'ਚ ਹੀ ਹੋਣ ਪਿਛਲੇ ਪੈਸੇਜ ਤੋਂ, ਪਿਛਲੇ ਚੋਂ, ਕਿਉਂਕਿ ਉਹਨਾਂ ਦੇ ਫਿਰ ਖਾਲੀ ਤਾਂ ਕੱਢਦੀ ਨਹੀਂ ਉਹ ਸਾਰੀ ਰੀਡਿੰਗ ਜੀ। ਬਿਲਕੁਲ ਬਿਲਕੁਲ ਜੀ। ਜਿੰਨਾਂ ਤੇ ਆਪਣੇ ਨਹੀਂ ਹੋਏਗੇ, ਜਿਨ੍ਹਾਂ ਦੇ ਆਪਾਂ ਫੈਮਿਲੀਅਰ ਆ, ਉਹਨਾਂ ਨੇ ਸਕਿਪ ਕਰ ਦੇਣੇ ਆ। ਫੋਰ ਐਗਜ਼ਾਮਪਲ ਧਿਆਨ ਨਾਲ ਦੇਖਿਓ, 1994 ਵਾਲਾ ਆਪਾਂ ਪੜ੍ਹਿਆ ਸੀਗਾ ਟਰੂ ਫਾਲਸ ਜੀ, ਇੱਕ 'ਚ ਪੜ੍ਹਿਆ ਸੀ ਨਾ ਆਪਾਂ ਜੀ। ਜੀ ਸਰ। ਤੇ ਚਲੋ ਆਪਾਂ ਇਹਨੂੰ ਪੜ੍ਹ ਕੇ ਦੇਖਦੇ ਵੀ ਇਹਦੀ ਹੈਡਿੰਗ ਹੈਗੀ ਕਿ ਨਹੀਂ ਆ। ਜਾਪਾਨ ਦੇ ਵਿੱਚ ਕਹਿੰਦੇ ਜਾਣੀ ਕਿ 1 ਮਿਲੀਅਨ ਓਕੇ ਰੂਫ ਪ੍ਰੋਗਰਾਮ ਆ ਜਿਹੜੇ ਪ੍ਰਮੋਟਡ ਕੀਤੇ ਗਏ ਆ। ਕਿਹਨਾਂ ਦੇ ਦੁਆਰਾ? ਆ ਜਿਹੜਾ ਰੋਕੋ ਆਈਲੈਂਡ ਹੈਗਾ ਜੀ, ਕਹਿੰਦੇ ਟੈਸਟ ਸਾਈਟ
ਤੇ ਕਹਿੰਦੇ ਸਕਸੈਸ ਆਫ ਦਾ ਜਰਮਨ ਇਹਦੇ ਵਿੱਚ ਕਹਿੰਦੇ 1000 ਆ ਜੀ। ਕਹਿੰਦੇ ਇਨੀਸ਼ੀਅਲੀ ਕੋਟਡ ਏਮ ਜਿਹੜਾ ਮੇਨ ਟਾਰਗੇਟ ਪਹਿਲਾਂ ਵਾਲਾ ਸੀਗਾ ਜਾਪਾਨ ਦਾ ਨਿਊ એનર્ਜੀ ਡਿਵੈਲਪਮੈਂਟ, ਉਹ ਕੀ ਸੀਗਾ ਜੀ 70000 ਨੂੰ ਲੈ ਕੇ ਸੀਗਾ ਜੀ। ਤੇ ਇਕਵਿਪਡ ਵਿਦ ਇਹਨਾਂ ਨੇ 2000 ਨੂੰ ਪੂਰੀ ਫੈਸਿਲਿਟੀ ਦਿੱਤੀ ਜੀ ਇਹਨਾਂ ਨੇ। ਤੇ ਕਹਿੰਦੇ ਰਾਸਤੇ ਦੇ ਉੱਪਰ ਹੀ ਕਹਿੰਦੇ ਓਕੇ 1 ਮਿਲੀਅਨ ਹੋ ਗਿਆ ਜੀ ਕਹਿੰਦੇ 2010 ਦੇ ਦੌਰਾਨ। ਇਦਾਂ ਦੀਆਂ ਗੱਲਾਂ ਕੀਤੀਆਂ, ਕਿੱਦਾਂ ਦੀਆਂ? ਜਾਪਾਨ ਦੇ ਵਿੱਚ ਕਹਿੰਦੇ 1 ਮਿਲੀਅਨ ਰੂਫ ਪ੍ਰੋਗਰਾਮਸ ਹੈਗੇ ਆ ਜੀ, ਜੋ ਕਿ ਪ੍ਰਮੋਟ ਕੀਤੇ ਗਏ ਸੀ ਕਿਹਨਾਂ ਦੁਆਰਾ? ਰੋਕੋ ਆਈਲੈਂਡ ਟੈਸਟ ਸਾਈਟ ਨੇ ਪ੍ਰਮੋਟ ਕੀਤਾ ਸੀ ਜੀ। ਇਹਨਾਂ ਦਾ ਸਕਸੈਸ ਕਿੰਨਿਆਂ ਚ ਮਿਲੀ ਇਹਨਾਂ ਨੂੰ? 1000 ਦੇ ਵਿੱਚ ਜੀ। ਤੇ ਇਹਨਾਂ ਦਾ ਟਾਰਗੇਟ ਕਿੰਨੇ ਦਾ ਸੀਗਾ ਜੀ? 70000 ਨੂੰ ਲੈ ਕੇ। ਹੁਣ ਜੇ ਜਾ ਕੇ ਆਪਾਂ ਮੈਚ ਕਰੀਏ, ਇਹਦੇ ਵਿੱਚ ਲਿਖਿਆ ਜੀ ਕੰਟਰੀਜ਼ ਜਿੱਥੇ ਇਲੈਕਟ੍ਰਿਸਿਟੀ ਦਿਨੇ ਜ਼ਿਆਦਾ ਯੂਜ਼ ਹੁੰਦੀ ਹੈ, ਕਿਤੇ ਨਹੀਂ ਗੱਲ ਹੋਈ। ਅੱਗੇ ਜਾ ਕੇ ਲਿਖਿਆ ਜੀ ਡੀਟੇਲਡ ਡਿਸਕ੍ਰਿਪਸ਼ਨ ਦਿੱਤੀ ਆ ਕਿਹਦੀ ਜੀ? ਇੱਕ ਐਕਸਪੈਰੀਮੈਂਟ ਕੀਤਾ ਗਿਆ ਵਾ ਜਿਹਦੇ ਵਿੱਚ ਫੋਟੋਵੋਲਟਿਕ ਆ ਜਿਹੜਾ ਉਹ ਪ੍ਰਮੋਟ ਹੋ ਗਿਆ ਸੀ ਸਾਰੀ ਕੰਟਰੀ ਚ। ਸਾਰੀ ਕੰਟਰੀ ਵਿੱਚ ਪ੍ਰਮੋਟ ਹੋਇਆ, ਕਿਤੇ ਲਿਖਿਆ ਹੀ ਨਹੀਂ ਜੀ। ਉਹ ਤਾਂ ਨੈਗੇਟਿਵ ਪ੍ਰਭਾਵ ਲਿਖੇ ਹੀ ਨਹੀਂ ਕਿਤੇ। ਫੋਟੋਵੋਲਟਿਕ ਸਿਸਟਮ ਦੀ ਐਕਸਪਲੇਨੇਸ਼ਨ ਕਿਤੇ ਨਹੀਂ ਹੈਗੀ। ਲੌਂਗ ਟਰਮ ਬੈਨੀਫਿਟ ਕਿਤੇ ਨਹੀਂ ਹੈਗੇ। ਵੈਲਦੀ ਕੰਟਰੀਜ਼ ਦੇ ਬਾਰੇ ਤਾਂ ਲਿਖਿਆ ਹੀ ਨਹੀਂ ਹੋਇਆ ਜੀ ਉਹਦੇ ਵਿੱਚ। ਤਾਂ ਇਹਦਾ ਮਤਲਬ ਕੀ ਨਿਕਲਿਆ ਜੀ? ਇਹ ਮਿਲਿਆ ਕਿਸੇ ਨਾਲ ਜੀ? ਨਹੀਂ ਮਿਲਿਆ ਜੀ। ਇਹਦਾ ਮਤਲਬ ਇਹ ਚੋਂ ਟਰੂ ਫਾਲਸ ਲੱਭੇ ਸੀ ਆਪਾਂ ਨੂੰ, ਇਹ ਉਹਨਾਂ ਨੇ ਕਵਰ ਹੀ ਨਹੀਂ ਕੀਤਾ ਜੀ। ਆ ਦੇਖੋ ਇੱਥੇ ਆਪਾਂ ਕ੍ਰੋਸ ਮਾਰਤਾ ਜੀ। ਤੇ ਜਿਹੜਾ ਉੱਪਰ ਵਾਲਾ ਵਾ ਇਹਨੂੰ ਆਪਾਂ ਪੜ੍ਹ ਲੈਂਦੇ ਹਾਂ, ਬਹੁਤ ਛੋਟਾ ਜੀ। ਉੱਪਰ ਵਾਲਾ ਛੋਟਾ ਜਿਹਾ ਵਾ, ਆਪਾਂ ਇਹਨੂੰ ਪੜ੍ਹ ਲੈਂਦੇ। ਕੀ ਕਰੋ ਜਦੋਂ ਹੈਡਿੰਗ ਕਰਨ ਲੱਗੇ ਹੋ, ਛੋਟੇ ਪੈਰਾਗ੍ਰਾਫਸ ਨੂੰ ਪਹਿਲਾਂ ਪੜ੍ਹੋ ਜੀ, ਛੋਟੇ ਪੈਰਾਗ੍ਰਾਫਸ ਨੂੰ। ਕਹਿੰਦੇ ਜਰਮਨ ਨੇ ਸ਼ੁਰੂ ਕੀਤਾ ਸੀ ਜੀ ਇੱਕ ਇੰਪੋਰਟੈਂਟ, ਜਾਣੀ ਕਿ 1000 ਰੂਫ ਪ੍ਰੋਗਰਾਮ ਇਹਨੇ ਸ਼ੁਰੂ ਕੀਤਾ 1990 ਦੇ ਵਿੱਚ। ਤੇ ਇਹਦਾ ਜਿਹੜਾ ਟਾਰਗੇਟ ਸੀਗਾ ਉਹ ਕੀ ਸੀਗਾ? ਨੇ ਇੰਸਟਾਲ ਕਰਨੇ ਆ ਜਿਹੜੇ ਫੋਟੋਵੋਲਟਿਕ ਆ 1000 ਪ੍ਰਾਈਵੇਟ ਘਰਾਂ ਦੇ ਵਿੱਚ। ਜਿਹੜੀ ਇੱਥੋਂ ਦੀ ਫੈਡਰਲ ਸੀਗੀ ਤੇ ਰੀਜਨਲ ਗਵਰਨਮੈਂਟ ਸੀਗੀ, ਉਹਨਾਂ ਨੇ ਸਬਸਿਡੀਆਂ ਦਿੱਤੀਆਂ ਜੀ। ਬਿਲਕੁਲ ਕਿੰਨੀਆਂ ਦਿੱਤੀਆਂ? 70%। 70% ਯੋਗਦਾਨ ਪਾਇਆ ਜੀ ਇਹਨਾਂ ਨੇ ਕਾਸਟ ਵਿੱਚ। ਪ੍ਰੋਗਰਾਮ ਜਿਹੜਾ ਸੀਗਾ ਅਪਰੂਵਡ, ਪਪੂਲਰ ਹੋਇਆ ਜੀ ਇਹ ਬਹੁਤ ਜ਼ਿਆਦਾ। ਤੇ 2000 ਘਰਾਂ ਨੂੰ ਇਹਨੇ ਕੀ ਐਕਸਟੈਂਸ਼ਨ ਹੋਰ 2000 ਘਰ ਕਰ ਲਏ ਜੀ ਇਹਨੇ। ਉਹ ਜਿਹੜੇ 2000 ਘਰ ਫੈਲੇ ਆ, ਜਿਹੜੇ ਐਕਸਟੈਂਸ਼ਨ ਹੋਈ ਆ, ਉਹ ਕਿੱਥੇ ਹੋਈ? ਅਕ੍ਰੋਸ ਜਰਮਨੀ। ਜਰਮਨੀ ਕੰਟਰੀ ਦੇ ਵਿੱਚ ਉਹ ਫੈਲ ਗਏ ਜੀ ਹੋਰ। ਤੇ ਜਿਹੜੀ ਇਹ ਪ੍ਰੋਗਰਾਮ ਦੀ ਸਕਸੈਸ ਆ ਜੀ, ਉਹਨੇ ਕਹਿੰਦੇ ਸਟਿਮੂਲੇਟ ਕੀਤਾ। ਸਟਿਮੂਲੇਟ ਦਾ ਮਤਲਬ ਇਨਕਰੇਜ ਕੀਤਾ ਜੀ। ਕਿਹਨੂੰ ਇਨਕਰੇਜ ਕੀਤਾ? ਜਿਹੜੀਆਂ ਬਾਕੀ ਯੂਰਪ ਦੀਆਂ ਕੰਟਰੀਜ਼ ਸੀਗੀਆਂ ਜੀ, ਉਹਨਾਂ ਨੂੰ ਵੀ ਇਨਕਰੇਜ ਕੀਤਾ ਜੀ ਇਹਨੇ। ਚਲੋ ਜਾ ਕੇ ਮੈਚ ਕਰਦੇ ਆ ਜੀ। ਜਾ ਕੇ ਮੈਚ ਕਰਦੇ, ਕਹਿੰਦੇ ਜੀ ਉਹ ਪੈਰੇ ਦੇ ਵਿੱਚ ਕੰਟਰੀਜ਼ ਦੇ ਬਾਰੇ ਦੱਸਿਆ। ਬਿਲਕੁਲ ਜੀ, ਕੰਟਰੀਜ਼ ਉੱਤੇ ਕਿਹਾ ਯੂਰਪ ਦੀਆਂ ਕੰਟਰੀਜ਼, ਬਟ ਇਦਾਂ ਕਿਤੇ ਨਹੀਂ ਕਿਹਾ ਕਿ ਦਿਨ ਦੇ ਦੌਰਾਨ ਜ਼ਿਆਦਾ ਬਿਜਲੀ ਯੂਜ਼ ਹੁੰਦੀ ਹੈ, ਰਾਤ ਦੇ ਦੌਰਾਨ ਘੱਟ। ਕਹਿੰਦੇ ਜੀ ਇੱਕ ਡੀਟੇਲਡ ਡਿਸਕ੍ਰਿਪਸ਼ਨ ਦਿੱਤੀ ਹੈ ਜੀ। ਕਹਿੰਦੇ ਜਿਹੜੀ ਕਿੱਥੋਂ ਤੱਕ ਲੈ ਗਈ? ਫੋਟੋਵੋਲਟਿਕ ਤੱਕ, ਜਿਹਨੇ ਪ੍ਰਮੋਟ ਕੀਤਾ ਥਰੂ ਆਊਟ ਦਾ ਕੰਟਰੀ। ਇਹ ਹਾਂਜੀ ਇਕੱਲੀ ਕੰਟਰੀ ਕਹਿ ਰਹੇ ਆ ਜੀ, ਉੱਥੇ ਯੂਰਪ ਦੀਆਂ ਕੰਟਰੀਜ਼ ਕਿਹਾ ਵਾ। ਚਲੋ ਇਹਨੂੰ ਡਾਊਟ ਚ ਰੱਖ ਲਓ ਜੀ। ਤੁਸੀਂ ਉੱਥੇ ਕਾਲੀ ਵਿੱਚ ਸ਼ਾਇਦ ਇੱਕ ਚੀਜ਼ ਨੋਟ ਨਾ ਕਰੋ। ਇੱਥੇ ਇੱਕ ਸਿੰਗਲ ਕੰਟਰੀ ਕਿਹਾ, ਸਿਰਫ ਇੱਕ ਸਿੰਗਲ ਕੰਟਰੀ ਜਿਹੜੀ ਵਿੱਚ ਸੀਗਾ। ਉਹਦੀ ਲਾਸਟ ਲਾਈਨ ਕਹਿੰਦੀ ਵੀ ਇਹ ਪ੍ਰੋਗਰਾਮ ਬਾਕੀ ਕੰਟਰੀਆਂ ਨੂੰ ਵੀ ਇਨਕਰੇਜ ਕਰ ਗਿਆ ਸੀਗਾ। ਚਲੋ ਆਪਾਂ ਨੂੰ ਡਾਊਟ ਚ ਰੱਖ ਲਈ। ਨੈਗੇਟਿਵ ਪ੍ਰਭਾਵ ਕਿਤੇ ਨਹੀਂ ਲਿਖੇ ਜੀ। ਫੋਟੋਵੋਲਟਿਕ ਸਿਸਟਮ ਦੀ ਐਕਸਪਲੇਨੇਸ਼ਨ ਥੋੜ੍ਹਾ ਦਿੱਤੀ ਇਹਦੇ ਵਿੱਚ। ਲੌਂਗ ਟਰਮ ਬੈਨੀਫਿਟ ਥੋੜ੍ਹਾ ਦੱਸੀ ਹੈ ਜੀ। ਕਹਿੰਦੀ ਰੈਫਰੈਂਸ ਦੱਸੀ ਆ ਕਿਹਦੀ? ਵੈਲਦੀ ਕੰਟਰੀ ਬੀਇੰਗ ਪ੍ਰਪੇਅਰਡ। ਉਹ ਪ੍ਰਪੇਅਰ ਹੋ ਰਹੀਆਂ ਵਾ। ਸਟਾਰਟਿੰਗ ਚ ਦੱਸਿਆ ਸੀਗਾ ਕਿ ਉਹ ਆਪਣੇ ਆਪ ਨੂੰ ਪ੍ਰਪੇਅਰ ਕਰ ਰਿਹਾ ਜੀ। 1000 ਦਾ ਟਾਰਗੇਟ ਸੀਗਾ ਪ੍ਰਾਈਵੇਟ ਘਰਾਂ ਨੂੰ, ਉਹਨੇ ਚੀਜ਼ੋਂ ਕਰਨੀ ਸ਼ੁਰੂ ਕਰਤੀ। ਕਰਦੇ ਉਹ 2000 ਘਰਾਂ ਦੇ ਉੱਪਰ ਪਹੁੰਚ ਗਿਆ ਜੀ, ਯਾਨੀ ਕਿ ਪ੍ਰਪੇਅਰ ਹੋ ਰਿਹਾ ਵਾ। ਤੇ ਫਿਰ ਉਹਨੇ ਹੈਲਪ ਕੀਤੀ ਜੀ, ਕਹਿੰਦੇ ਕਿਹਦੀ? ਜਿਹੜੀਆਂ ਲੈਸ ਵੈਲਦੀ ਕੰਟਰੀ ਸੀਗੀਆਂ। ਹਾਂਜੀ, ਅਸੈਸ ਟੂ ਫੋਟੋਵੋਲਟਿਕ। ਅੱਛਾ, ਲੈਸ ਵੈਲਦੀ ਕੰਟਰੀਜ਼ ਜੀ, ਉਹਨਾਂ ਨੇ ਉਦੋਂ ਬਾਅਦ ਚੋਂ ਲਿਖਿਆ ਪਿਆ ਜੀ, ਉਹਨੇ ਬਾਅਦ ਚੋਂ ਹੈਲਪ ਕੀਤੀ। ਕਿਹਦੀ ਹੈਲਪ ਕੀਤੀ? ਜਿਹੜੀਆਂ ਹੋਰ ਕੰਟਰੀਜ਼ ਸੀਗੀਆਂ ਜੀ ਸਿਮਿਲਰ ਹਾਂਜੀ ਪ੍ਰੋਗਰਾਮ ਲਾਉਣ ਦੇ ਵਿੱਚ ਜੀ। ਤਾਂ ਇਹਦਾ ਹੁਣ ਤੁਸੀਂ ਮੈਨੂੰ ਦੱਸੋਗੇ ਜੀ ਐਗਜ਼ਾਮੀਨਰ ਕੀ ਕਰ ਰਿਹਾ ਜੀ ਇੱਥੇ? ਐਗਜ਼ਾਮੀਨਰ ਚੱਕਰਾਂ ਚ ਪਾ ਰਿਹਾ ਕੀ ਕਰਕੇ? ਆਹ ਵਾਲੀ ਚੀਜ਼ ਕਰਕੇ ਵੀ ਤੇ ਆਹ ਵਾਲੀ ਚੀਜ਼ ਕਰਕੇ ਵੀ। ਕੋਈ ਲੱਗ ਰਿਹਾ ਜੀ ਤੁਹਾਨੂੰ ਇਹਦੇ ਚ? ਇਹ ਚ ਆਪਣਾ ਕੋਈ ਟਰੂ ਫਾਲਸ ਨਹੀਂ ਸੀਗਾ ਜੀ। ਇਹਦੇ ਵਿੱਚ ਆਪਣਾ ਕੋਈ ਟਰੂ ਫਾਲਸ ਨਹੀਂ ਸੀ।
ਸਰ ਉਦੋਂ ਪੁੱਛਣਾ ਜਿਹੜਾ ਬੀ Second ਸੀ ਨਾ word, ਉਹਨੇ ਥਰੂ ਅਕ੍ਰੋਸ ਦਾ ਜਰਮਨੀ ਆਖਿਆ ਨਹੀਂ ਉਦੋਂ ਬਾਅਦ ਕੀਤੀ ਹੈ ਸਰ ਗੱਲ ਦੂਸਰੀ ਹੁੰਦੀ ਤਾਂ ਆਪਾਂ ਸਾਰੀ ਆਪਾਂ ਤਾਂ ਲਾਈਨ ਹੀ ਮੈਚ ਕਰਨੀ ਹੁੰਦੀ ਹੈ ਸਾਰਾ ਪੈਸੇਜ ਤਾਂ ਨਹੀਂ ਮੈਚ ਕਰਨਾ ਜੀ ਕਿਉਂਕਿ Double ਹੀ match ਸੈਕੰਡ ਕਰਨੀ ਹੁੰਦੀ। ਥਰੂ ਆਊਟ ਦਾ ਕੰਟਰੀ ਉੱਥੇ ਜਰਮਨੀ ਲਿਖਿਆ ਤਾਂ ਹੋਇਆ ਸਰ ਅਕ੍ਰੋਸ ਦਾ ਕੰਟਰੀ ਉਦੋਂ ਬਾਅਦ ਕੀਤੀ ਵੀ ਇਹਨੂੰ ਸਟਿਮੂਲੇਟ ਕਰਤਾ ਹੋਰ ਕੰਟਰੀਆਂ ਨੂੰ ਉਹ ਤਾਂ ਅਲੱਗ ਲਾਈਨ ਨਹੀਂ ਹੈਗੀ ਸਰ ਇੱਕ ਕਿਹੜੇ ਪੈਰੇ ਚ ਕਹਿ ਰਹੇ ਹੋ ਤੁਸੀਂ ਇਹ ਲਿਖੀ ਆ? ਜਿਹੜੇ ਚ ਆਪ ਪੜ੍ਹ ਕੇ ਨਹੀਂ ਆਏ ਸੀ ਹੁਣ ਸਰ ਮੈਨੂੰ ਇਹ ਚ ਲੱਗ ਇਹਦਾ ਮੈਨੂੰ ਸੈਕੰਡ ਲੱਗ ਰਿਹਾ ਵੀ ਪਤਾ ਨਹੀਂ ਕਿਉਂ ਸੈਕਿੰਡ ਲੱਗ ਰਿਹਾ ਜੀ? second ਹੀ ਹੈ sir। ਹਾਂਜੀ sir, ਹਾਂਜੀ। second ਹੀ ਹੈ। ਮੈਨੂੰ ਵੀ ਉਹੀ Europe ਲੱਗਦਾ। ਲਿਖਿਆ ਸਰ ਮੈਨੂੰ ਹਾਂਜੀ। 6 ਲੱਗ ਰਿਹਾ ਕਿਉਂਕਿ ਉਹਨਾਂ ਨੇ ਤਾਂ ਅਕ੍ਰੋਸ ਦਾ ਕੰਟਰੀ ਕਿਹਾ Sir, ਮੈਂ ਵੀ ਮੈਨੂੰ ਲੈ ਤਾਂ ਸਰ ਏਦਾਂ ਤਾਂ ਲੈਸ ਵੀ ਨਹੀਂ ਕਿਤੇ ਲਿਖਿਆ ਜੀ ਇਹ ਤਾਂ ਫਿਰ ਲੈਸ ਵੀ ਨਹੀਂ ਕਿਤੇ ਹਾਂਜੀ ਲਿਖਿਆ ਜੇ sir। ਆਪਾਂ ਇਹ ਦੇਖਣ ਬਹਿ ਜਾਾਂਗੇ ਆਪਾਂ ਨੂੰ ਕੀ ਪਤਾ ਉਹ ਹੈਗੀਆਂ ਨੇ ਲੈਸ ਕਿਹੜੀ? ਹੋ ਸਕਦੀ ਹੈ। ਕੰਟਰੀ ਚ ਲੈਸਵੈਲ ਦੀ? ਲੈਸਵੈਲ ਦੀ ਜੀ ਕੀ ਕਹਿ ਰਹੇ ਹੋ? ਹਾਂਜੀ ਆਪਾਂ ਨੂੰ ਯੂਰਪੀਅਨ ਮੂਰੇ ਲਿਖਿਆ ਨਹੀਂ ਆਪਾਂ ਨੂੰ ਕੀ ਪਤਾ ਉਹ ਵੀ ਲੈਸ ਆ ਕਿ ਕੁਝ ਹੋਰ ਹੈ ਇਦਾਂ ਆਪਾਂ ਹਾਂ। ਜੰਪਸ਼ਨ ਤਾਂ ਨਹੀਂ ਲਾ ਸਕਦੇ ਆਪਣੇ ਲੋਕ ਬਿਲਕੁਲ ਹੁਣ ਆਪਾਂ ਕੀ ਕਰਾਂਗੇ ਤਾਂ ਧਿਆਨ ਨਾਲ ਦੇਖਿਓ ਮੈਂ ਤੁਹਾਨੂੰ ਦੱਸਦਾ ਜੀ। ਅੱਛਾ ਤੁਹਾਨੂੰ ਦੋ ਤੇ ਭੁਲੇਖੇ ਪੈ ਰਹੇ ਆ ਕਿਉਂਕਿ ਹੁਣ ਇਹਦੀ ਜਸਟੀਫਿਕੇਸ਼ਨ ਫਾਈਨਲ ਦੇ ਵਿੱਚ ਨਹੀਂ ਹੋ ਸਕਦੀ ਤਾਂ ਆ ਮੈਂ ਸਹੀ ਲਾਇਆ ਇੱਕ ਫॉर द ਮੂਵਮੈਂਟ ਲਈ ਮੈਂ ਸਹੀ ਟਿਕ ਕੀਤਾ ਵਾ ਕਿਉਂਕਿ ਜੇ ਕੋਈ ਅਸਲੀ ਮਾਲਕ ਹੋਇਆ ਉਹ ਖੁਦ ਅੱਗੇ ਆ ਜਾਊਗਾ ਯੈਸ ਔਰ ਨੋ? ਹਾਂਜੀ sir। ਜੀ ਸਰ ਹਾਂਜੀ ਤੇ ਇਹਨਾਂ ਵਿੱਚੋਂ ਇੱਕ ਤੁਹਾਡਾ ਸਹੀ ਹੈ ਯੈਸ ਔਰ ਨੋ? ਯੈਸ ਸਰ ਇੱਕ ਤੁਹਾਡਾ ਸਹੀ ਆ ਇਹਦਾ ਮਤਲਬ ਹੁਣ ਇਹ ਡਿਸਾਈਡ ਕੌਣ ਕਰੂ? ਇਹ ਡਿਸਾਈਡ ਕਰੂਗਾ ਹੁਣ ਇੱਥੇ ਤੁਸੀਂ ਫਾਈਨਲ 'ਚ ਟਾਈਮ ਵੇਸਟ ਵਾਰੀ-ਵਾਰੀ ਨਹੀਂ ਕਰਨਾ ਕਿਉਂਕਿ ਜੇ ਤੁਸੀਂ ਪਹਿਲੀ ਵਾਰੀ ਪੜ੍ਹ ਲਿਆ ਤੁਹਾਨੂੰ ਨਹੀਂ ਪਤਾ ਲੱਗਿਆ ਤੁਸੀਂ ਭਾਵੇਂ 15 ਵਾਰ ਜਾ ਕੇ ਪੜ੍ਹ ਲਓ ਜੀ ਮੈਂ ਤੁਹਾਨੂੰ 2 ਵਾਰੀ ਫਿਰ ਪੜ੍ਹਾ ਦਿੰਦਾ ਪਰ ਤੁਸੀਂ ਫਿਰ ਵੀ ਕਹੋਗੇ ਸਰ ਦੂਜਾ ਨਹੀਂ ਸਰ 6ਵਾਂ ਮੈਂ ਕਹਿ ਰਿਹਾ ਜੀ ਦੋਨਾਂ ਤੇ ਲਿਖ ਦਿਓ ਜੀ ਜਿਹੜਾ ਅਸਲੀ ਮਾਲਕ ਹੋਇਆ ਖੁਦ ਬਖੁਦ ਅੱਗੇ ਆਓ ਚਲੋ ਜੀ ਆਪਾਂ ਲਿਖਤਾ ਜੀ ਹੁਣ ਧਿਆਨ ਨਾਲ ਦੇਖਿਓ ਹੁਣ ਆਪਾਂ ਥੋੜਾ ਸਪੀਡ 'ਚ ਕੰਮ ਕਰਾਂਗੇ ਆਪਾਂ ਗੈਸ ਲਾਏ ਸੀ ਕਿ ਲੌਂਗ ਟਰਮ ਬੈਨੀਫਿਟ ਗੱਲਾਂ ਫਿਊਚਰ ਦੀਆਂ ਹੁੰਦੀਆਂ ਜੀ ਯੈਸ ਔਰ ਨੋ? ਹਾਂਜੀ ਸਰ ਆਪਾਂ ਹੁਣ ਲਾਸਟ ਵਾਲੇ ਪੈਰੇ ਜਾ ਕੇ ਦੇਖਦੇ ਧਿਆਨ ਨਾਲ ਦੇਖੋ ਸਭ ਤੋਂ ਲਾਸਟ ਪੈਰੇ ਵਿੱਚ ਕਿਹਾ ਜੀ ਇਟ ਇਜ਼ ਲਾਈਕਲੀ ਦੈਟ ਇਨ ਦਾ ਫਿਊਚਰ ਕਹਿੰਦੇ ਜੀ ਇਹ ਸੰਭਾਵਨਾ ਹੈਗੀ ਆ ਫਿਊਚਰ ਦੇ ਵਿੱਚ ਕਾਦੀ ਜੀ ਗਵਰਨਮੈਂਟ ਕਹਿੰਦੇ ਡਿਵੈਲਪ ਕਰੂਗੀ ਜੀ ਕਹਿੰਦੇ ਕੀ ਜਿਹੜੀਆਂ ਹਾਂਜੀ એનર્ਜੀ ਡਿਮਾਂਡਸ ਜਿਹੜੀਆਂ ਹੈਗੀਆਂ ਜੀ ਨਿਊ ਘਰਾਂ ਦੇ ਵਿੱਚ ਕਹਿੰਦੇ ਜਿਹੜਾ ਯੂਜ਼ ਆਫ ਫੋਟੋਵੋਲਟਿਕ ਹੋਊਗਾ ਜੀ ਉਹ ਮੇ ਬੀ ਸਟਿਮੂਲੇਟਡ ਓਕੇ ਲੈਸ ਡਿਮਾਂਡ ਇਹਦੇ ਨਾਲ ਡਿਮਾਂਡ ਘਟ ਜਾਣੀ ਕਹਿੰਦੇ ਕਿਹਦੀ ਜਿਹੜੇ ਯਾਨੀ ਕਿ ਗ੍ਰਿਡ ਆਪਣੀ on ਦੁਨੀਆ ਤੇ ਜਿਹੜੇ ਇਲੈਕਟ੍ਰਿਸਿਟੀ ਪੈਦਾ ਕਰਦੇ ਇਹਨਾਂ ਦੀ ਡਿਮਾਂਡ ਘਟ ਜਾਣੀ ਹੈ ਜੀ ਤੇ ਫੋਸਲ ਫਿਊਲ ਵੀ ਕਹਿੰਦੇ ਕੀ ਹੋਣ ਲੱਗ ਗਏ ਨੇ ਜੀ ਉਹ ਵੀ ਕਹਿੰਦੇ ਰਿਡਿਊਸ ਹੋਣ ਲੱਗ ਗਏ ਨੇ ਜੀ ਗੱਲਾਂ ਕਿਹਦੀਆਂ ਕਰ ਰਹੇ ਆ ਫਿਊਚਰ ਦੀਆਂ ਯਾਨੀ ਕਿ ਕੀ ਆਉਣ ਵਾਲੇ ਜਿਹੜੇ ਸਾਲ ਆ ਜੀ ਉਹਨਾਂ ਦੀਆਂ ਗੱਲਾਂ ਕਰੀ ਜਾਂਦੇ ਆ ਜੀ ਤਾਂ ਇਹ ਜਿਹੜੇ ਪੈਰੇ ਦੀ ਹੁਣ ਵੇਟੇ ਤੋਂ ਜਾ ਰਹੀ ਹੈ ਜੀ ਕਿੱਧਰ ਜਾ ਰਹੀ ਹੈ ਕਿ ਆਪਾਂ ਨੂੰ ਫਾਇਦੇ ਕੀ ਹੋਣਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਯੈਸ ਔਰ ਨੋ? ਹਾਂਜੀ ਸਰ ਅੱਗੇ ਵੀ ਲਿਖਿਆ ਹੈ ਬੈਨੀਫਿਟ ਹੀ ਉਹਨਾਂ ਨੇ ਬਿਲਕੁਲ ਜੀ ਤੇ ਲੌਂਗ ਟਰਮ ਬੈਨੀਫਿਟ ਤੇ ਹੁਣੇ ਵੀ ਕਿਹਦੇ ਆ ਇਹਦੇ ਤੇ ਯੈਸ ਔਰ ਨੋ ਇਹਨੂੰ ਮੈਂ ਸਹੀ ਮਾਰਕ ਕੀਤਾ ਕਿ ਨਹੀਂ ਜੀ? ਹਾਂਜੀ ਸਰ ਇਹ ਸਹੀ ਹੈ ਜੀ ਜਦੋਂ ਲੌਂਗ ਟਰਮ ਲਾਈਕਲੀ ਫਿਊਚਰ ਇਦਾਂ ਦੀਆਂ ਚੀਜ਼ਾਂ ਹੋਣ ਤਾਂ ਤੁਸੀਂ ਲਾਸਟ ਪੈਰੇ ਟਾਰਗੇਟ ਕਰਨੇ ਆ ਜੀ ਤੁਸੀਂ ਉਹਨਾਂ ਨੂੰ ਸਟਾਰਟਿੰਗ ਪੈਰੇ ਚੋਂ ਨਹੀਂ ਲੱਭਣਾ ਤੇ ਹੁਣ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੀ ਚੀਜ਼ ਤੇ ਰੀਡਿੰਗ ਖੁਦ ਆ ਉਹ ਚੀਜ਼ ਦੀ ਡਿਸਕ੍ਰਿਪਸ਼ਨ ਐਕਸਪਲੇਨੇਸ਼ਨ ਸਟਾਰਟਿੰਗ ਵਿੱਚ ਕੀਤੀ ਹੋ ਕਿ ਲਾਸਟ ਵਾਲੇ ਪੈਰਿਆਂ 'ਚ ਕੀਤੀ ਹੋਊਗੀ? ਇਹਦਾ ਬੀਚ ਹੀ ਹੋਵੇਗਾ ਜੀ ਬੀਚ ਹੀ ਹੈ ਜੀ ਤਾਂ ਆਪਾਂ ਜਾ ਕੇ ਦੇਖਦੇ ਧਿਆਨ ਨਾਲ ਦੇਖਿਓ ਅੱਛਾ ਜਿਹੜਾ ਸਭ ਤੋਂ ਪਹਿਲਾ ਪੈਰਾ ਸੀ ਇਹ ਤਾਂ ਭੁੱਲ ਲਿਖਿਆ ਨਹੀਂ ਇਹਦਾ ਮਤਲਬ ਆਪਾਂ ਚੱਲਦੇ ਆ ਜੀ ਉਹਨੂੰ 20 ਦੇ ਉੱਪਰ ਇੱਥੇ ਕੀ ਲਿਖਿਆ ਜੀ ਕਹਿੰਦੇ ਜੀ ਜਿਹੜਾ ਫੋਟੋਵੋਲਟਿਕ ਪਾਵਰਡ ਹੈਗਾ ਜੀ ਉਹ ਕਹਿੰਦੇ ਕਨੈਕਟਡ ਹੁੰਦਾ ਕਿਹਦੇ ਨਾਲ ਜੀ ਪਾਵਰ ਲਾਈਨਸ ਨਾਲ ਬਟ ਇਹਦੇ ਵਿੱਚ ਕੋਈ એનર્ਜੀ ਸਟੋਰ ਵਗੈਰਾ ਨਹੀਂ ਹੁੰਦੀਗੀ ਕਹਿੰਦੇ ਸਿਰਫ ਇੱਕ ਬਾਕਸ ਹੁੰਦਾ ਵਾ ਜੀ ਇਹਦੇ ਵਿੱਚ ਅੱਗੇ ਜਾ ਕੇ ਲਿਖਿਆ ਬਾਕਸ ਇੰਟਰਫੇਸ ਬਟਵੀਨ ਅੱਗੇ ਜਾ ਕੇ ਲਿਖਿਆ ਜੀ ਫਿਗਰ 1 ਕੀ ਸ਼ੋ ਕਰਦੀ ਆ ਡਿਊਰਿੰਗ ਦਾ ਡੇ ਦਿਨ ਦੇ ਦੌਰਾਨ ਘਰ ਜਿਹੜੇ ਹੁੰਦੇ ਆ may not be using much electricity ਇਹਦੇ ਤੋਂ ਕਿਸੇ ਹੋਰ ਦਾ ਭੁਲੇਖਾ ਪੈ ਰਿਹਾ ਤੁਹਾਨੂੰ? ਹਾਂਜੀ sir, ਸਰ ਕਿਤੇ ਸਾਈਡ ਤੇ ਨਾਈਟ ਦਾ ਫਸਟ ਥੱਲੇ ਦਾ ਪੈ ਰਿਹਾ ਜੀ ਐਕਸਪਲੇਨੇਸ਼ਨ ਕਿਹਦੀ ਕੀਤੀ ਹੈ ਜੀ ਸਟਾਰਟਿੰਗ ਦੇ ਵਿੱਚ ਐਕਸਪਲੇਨੇਸ਼ਨ? ਸਰ ਸਟਾਰਟਿੰਗ ਤੋਂ ਇਹਨਾਂ ਨੇ ਦੋਨਾਂ ਦੇ ਧਿਆਨ ਨਾਲ ਦੇਖੋ ਜੀ ਦੋਨਾਂ ਹੁਣ ਚ ਧਿਆਨ ਨਾਲ ਵੀ ਦੇਖੋ ਮੈਂ ਤੁਹਾਨੂੰ ਦੱਸਦਾ ਦੇਖੋ ਡੇ ਟਾਈਮ ਵਾਲੇ ਦਾ ਤਾਂ ਕਨਫਰਮ ਹੋ ਗਿਆ ਆਪਾਂ ਨੂੰ ਕਿਹੜਾ ਵਾ ਜੀ ਬੀ ਯੈਸ ਔਰ ਨੋ ਜੀ ਹਾਂਜੀ ਤੇ ਉਹਦੀਆਂ ਸਟਾਰਟਿੰਗ ਲਾਈਨਾਂ ਵਿੱਚ ਸਾਰਾ ਇਦਾਂ ਵੀ ਤਾਂ ਦੱਸਿਆ ਪਿਆ ਨਾ ਕਿ ਉਹ ਕਿਵੇਂ ਕਿਹਦੇ ਨਾਲ ਜੁੜਿਆ ਵਾ ਗ੍ਰਿਡ ਦੇ ਨਾਲ ਇੰਟਰਫੇਅਰ ਕਰਦਾ ਇਦਾਂ ਤੇ ਇਹਦਾ ਵੀ ਕੀ ਹੈ ਜੀ ਬੀ ਯੈਸ ਔਰ ਨੋ ਜੀ ਯੈਸ ਤਾਂ ਆਪਣੇ ਕਿੰਨੇ ਸੋਲਵ ਹੋ ਗਏ ਜੀ ਧਿਆਨ ਨਾਲ ਦੇਖਿਓ ਜੀ ਸਾਰੇ ਜਾਣੇ ਕਿੰਨੇ ਸੋਲਵ ਹੋ ਗਏ ਅੱਛਾ ਆਪਣਾ ਪਹਿਲਾ ਵੀ ਹੋ ਗਿਆ ਦੂਜਾ ਵੀ ਹੋ ਗਿਆ ਚੌਥਾ ਵੀ ਹੋ ਗਿਆ हेलो ਪੰਜਵਾਂ ਵੀ ਹੋ सर ਗਿਆ। ਹਾਂਜੀ बैकग्राउंड नॉइज ज्यादा है सर
ਹਾਂਜੀ ਤਾਂ ਮੈਂ ਮਿਊਟ ਤੇ ਕਰ ਦੇ। ਤਾਂ ਦੇਖੋ ਆਪਣੇ ਅੱਧ ਤੋਂ ਜ਼ਿਆਦਾ ਤਾਂ ਸੌਟ ਆਊਟ ਹੋ ਗਏ ਜੀ, ਕਿਉਂਕਿ B2 ਤਾਂ ਹੈਗਾ ਵਾ, ਕਿਉਂਕਿ ਸਟਾਰਟਿੰਗ ਦੇ ਵਿੱਚ ਉਹਦੀ ਜਾਣੀ ਕਿ ਐਕਸਪਲੇਨੇਸ਼ਨ ਕੀਤੀ ਪਈ ਹੈ ਜੀ ਕਿ ਸਿਸਟਮ ਕਿੱਦਾਂ ਦਾ ਵਾ, ਕਿਵੇਂ ਕੰਮ ਕਰਦਾ ਵਾ। ਸਟਾਰਟਿੰਗ ਵਾਲੀਆਂ ਲਾਈਨਾਂ ਹੀ ਦੱਸੀ ਜਾਂਦੀਆਂ ਜੀ ਕਿਹਦੇ ਕਿਹਦੇ ਨਾਲ ਜੁੜਿਆ ਵਾ, ਕਿਹਦੇ ਕਿਹਦੇ ਨਾਲ ਕਨੈਕਟ ਆ। ਤਾਂ ਮੈਨੂੰ ਉਹ ਤੋਂ ਭੁਲੇਖਾ ਪਿਆ ਹੁੰਦਾ। ਮੈਂ ਜਦੋਂ ਗਾਂ ਵਾਲੀ ਲਾਈਨ ਜਾ ਕੇ ਪੜ੍ਹ ਕੇ ਦੇਖੀ ਤਾਂ ਕੀ ਹੋਇਆ ਜੀ, ਅੱਗੇ ਤਾਂ ਡੇ ਟਾਈਮ ਦੀਆਂ ਗੱਲਾਂ ਵੀ ਕਰੀ ਜਾਂਦੇ ਕਿ ਇਲੈਕਟ੍ਰਿਸਿਟੀ ਦਿਨੇ ਕਹਿੰਦੇ ਜੀ, ਰਾਤ ਨਾਲੋਂ ਜ਼ਿਆਦਾ ਉਹਦੀਆਂ ਗੱਲਾਂ ਕਰੀ ਜਾਂਦੇ। ਤਾਂ B ਇਹਦਾ ਵੀ B ਇਹਦਾ ਵੀ। ਹੁਣ ਕੀ ਰਹਿ ਗਿਆ ਜੀ, ਹੁਣ ਪਹਿਲੀ ਗੱਲ ਤਾਂ ਆਹ ਲੱਭਣਾ ਰਹਿ ਗਿਆ ਕਿ ਨੈਗੇਟਿਵ ਇਫੈਕਟ ਕੀ ਹੈ ਜੀ, ਕਿਹਦੇ, ਜਿਹੜੇ ਪੁਰਾਣੇ ਜਿਹੜੇ ਟ੍ਰੈਡੀਸ਼ਨਲ ਜਾਨੀ ਕਿ ਮੀਨਸ ਹੈ ਜੀ ਜਨਰੇਟਿੰਗ ਇਲੈਕਟ੍ਰਿਸਿਟੀ। ਤਾਂ ਹੁਣ ਮੈਂ ਨੈਗੇਟਿਵ ਪ੍ਰਭਾਵ ਲੱਭਣ ਚੱਲਿਆ ਜੀ। ਉਦੋਂ ਪਹਿਲਾਂ ਹੁਣ ਮੈਂ ਜਿਹੜੇ ਪੈਰੇ ਹੋ ਗਏ ਉਹਨਾਂ ਉੱਪਰ ਮੈਂ ਕ੍ਰਾਸ ਲਾ ਦੇਵਾਂ ਜੀ, ਤਾਂ ਕਿ ਮੈਨੂੰ ਭੁਲੇਖਾ ਨਾ ਪਵੇ, ਮੈਨੂੰ ਪਤਾ ਲੱਗ ਜੇ ਜੀ ਆਹ ਹੋ ਗਿਆ ਜੀ, ਇੱਥੇ ਹੈ ਹੀ ਨਹੀਂਗਾ। B ਵਾਲਾ ਹੋ ਗਿਆ ਜੀ, ਇਹਦੇ ਵਿੱਚ ਹੈ ਹੀ ਨਹੀਂਗਾ ਜੀ। C ਤੇ ਡਾਊਟ ਹੈ ਜੀ ਮੈਨੂੰ, D ਤੇ ਡਾਊਟ ਹੈ ਜੀ ਮੈਨੂੰ। ਅੱਗੇ ਜਾ ਕੇ ਦੇਖੋ ਜੀ ਤੁਸੀਂ, ਹਾਂਜੀ ਆਹ ਇਹ ਤਾਂ ਦੋ ਤੇ ਭੁਲੇਖਾ ਪਾ ਰਿਹਾ ਜੀ ਤੁਹਾਨੂੰ ਜੀ। ਅੱਗੇ ਜਾ ਕੇ ਪੜ੍ਹ ਕੇ ਦੇਖੀਏ ਕੋਈ ਮਿਲਿਆ ਹੀ ਨਹੀਂਗਾ ਜੀ। ਤੇ ਜੇ ਤੁਸੀਂ H ਵਾਲਾ ਪੜ੍ਹ ਕੇ ਦੇਖੋ, ਇਹ ਆਪਾਂ ਲਾਤਾ ਜੀ, ਤੇ ਕਿਹੜੇ ਰਹਿ ਗਏ ਜੀ ਤੁਹਾਡੇ ਕੋਲ? ਤਾਂ ਸਿਰਫ C D ਤੇ G ਰਹਿ ਗਏ ਜੀ, C D ਤੇ G। ਤੁਸੀਂ ਤਿੰਨਾਂ ਨੂੰ ਹੁਣ ਮਿੰਟੋ ਮਿੰਟੀ ਕਰਨਾ ਕਿ ਕਿਹਦੇ ਵਿੱਚ ਪੁਰਾਣੇ ਕੋਈ ਸੋਰਸ ਲਿਖਿਆ, ਸਾਧਨ ਲਿਖਿਆ। ਇਹਦੇ ਵਿੱਚ 1970 ਦੀਆਂ ਗੱਲਾਂ ਕਰੀ ਜਾਂਦੇ ਜੀ। ਸਟੇਸ਼ਨ ਸੀਗੇ ਜੀ, ਕਹਿੰਦੇ ਕੰਟੇਨਡ ਡਮੀ ਹਾਊਸ ਸੀਗੇ ਜੀ, ਇਹਦੇ ਵਿੱਚ એનર્ਜੀ ਮੈਚ ਹੁੰਦੀ ਸੀ। 1980 ਦੀਆਂ ਗੱਲਾਂ, ਉਹ ਪ੍ਰੋਗਰਾਮ ਹਾਲਟ ਹੋ ਗਿਆ ਸੀ। ਇਹਦੇ ਵਿੱਚ ਥੋੜੀ ਜੀ ਡਰਾਬੈਕ ਲਿਖੀਆਂ ਪਈਆਂ ਵਾ, ਇਹਦਾ ਮਤਲਬ ਇਹ ਕੈਂਸਲ ਹੋ ਗਿਆ ਜੀ। ਆਹ ਪੈਰਾ ਵੱਡਾ ਵਾ ਜੀ ਥੋੜਾ ਜਿਹਾ, ਵੱਡੇ ਨਾਲੋਂ ਮੈਂ ਪਹਿਲਾਂ ਛੋਟਾ ਪੜਿਆ ਵਾਂ ਜੀ। ਵੱਡੇ ਦੇ ਨਾਲੋਂ ਪਹਿਲਾਂ ਤਾਂ ਛੋਟਾ ਪੜ੍ਹ ਲਈਏ ਨਾ, ਟਾਈਮ ਕਦੋਂ ਵੇਸਟ ਕਰਨਾ। 10 ਸੈਕਿੰਡ ਵੀ ਸੇਵ ਹੋ ਗਏ, ਬਹੁਤ ਵੱਡੀ ਗੱਲ ਆ। ਤਾਂ ਮੈਂ D ਨੂੰ ਛੱਡ ਕੇ ਪਹਿਲਾਂ G ਤੇ ਆਇਆ। ਰੀਜ਼ਨ ਮੈਂ ਤੁਹਾਨੂੰ ਦੱਸਦਾ ਹੁੰਦਾ ਕੀ ਹੈ ਜੀ। ਇਹਦੇ ਵਿੱਚ ਆਪਾਂ ਜਾ ਕੇ ਦੇਖਣਾ ਕਿ ਪੁਰਾਣੇ ਸਾਧਨ ਲਿਖੇ ਆ ਜੀ। ਤੇ ਇਹਦੇ ਵਿੱਚ ਲਿਖਿਆ ਜੀ ਗੈਸਾਂ ਪ੍ਰੋਡਿਊਸ ਹੁੰਦੀਆਂ ਸੀਗੀਆਂ ਜੀ, ਕਿਹਦੇ ਰਾਹੀਂ? ਫੋਸਲ ਫਿਊਲ। ਤੇ ਫੋਸਲ ਫਿਊਲ ਤਾਂ ਇੱਕ ਕਨਵੈਨਸ਼ਨਲ ਹੈ ਜੀ, ਕਿਉਂਕਿ ਮਾਡਰਨ ਤਾਂ ਰੀਡਿੰਗ ਦੇ ਵਿੱਚ ਦੱਸਿਆ ਹੋਇਆ ਜੀ। ਇਹਨਾਂ ਨੇ ਕੀ ਕਿਹਾ, ਦੇਖਦੇ ਨੈਗੇਟਿਵ ਪ੍ਰਭਾਵ ਹੈਗੇ ਜੀ ਇਹਦੇ ਕੋਈ? ਕਹਿੰਦੇ ਜੀ ਜਿਹੜੇ ਫੋਸਲ ਫਿਊਲ ਦਾ ਯੂਜ਼ ਆ ਨਾ, ਉਹ ਕਹਿੰਦੇ ਇਲੈਕਟ੍ਰਿਸਿਟੀ ਜਨਰੇਟ ਕਰਦਾ, ਨਾ ਕਿ ਸਿਰਫ ਉਹ ਕੋਸਟਲੀ ਆ। ਇਹਦਾ ਮਤਲਬ ਇਹ ਤਾਂ ਇੱਕ ਡਰਾਬੈਕ ਹੈ ਜੀ, ਕੱਲੀ ਕੋਸਟਲੀ ਹੋਈ ਨਹੀਂ ਬਲਕਿ ਡੈਮੇਜ ਵੀ ਹੁੰਦਾ। ਇਹਦਾ ਮਤਲਬ ਇਹ ਤਾਂ ਨੈਗੇਟਿਵ ਪ੍ਰਭਾਵ ਲਿਖੇ ਪਏ ਜੀ। ਲਿਖੇ ਕਹਿੰਦੇ ਆ ਜੀ ਫੋਸਲ ਫਿਊਲ ਦੇ। ਫੋਸਲ ਫਿਊਲ ਕੀ ਹੁੰਦਾ ਜੀ? ਫੋਸਲ ਫਿਊਲ ਹੁੰਦੇ ਆ ਕਨਵੈਨਸ਼ਨਲ ਮੀਨਸ, ਪੁਰਾਣੇ ਸਾਧਨ। ਤਾਂ ਇਹਦਾ ਕੀ ਲੱਗ ਗਿਆ ਜੀ? ਇਹਦਾ G ਲੱਗ ਗਿਆ ਜੀ। ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਤੁਹਾਡੇ ਸਾਰੇ ਸਹੀ ਆ, ਇਹਦੇ ਵਿੱਚੋਂ ਜਸਟ ਇੱਕ ਸਿੰਗਲ ਗਲਤ ਹੈ ਜੀ ਤੁਹਾਡਾ, ਬਾਕੀ ਸਾਰੇ ਸਹੀ ਹੈ ਜੀ। 13 ਚੋਂ 12 ਸਹੀ ਕਰਤੇ ਤੁਸੀਂ, ਫਿਰ ਵੀ ਸਾਰੇ ਪੈਰੇ ਪੜਨ ਦੀ ਲੋੜ ਹੀ ਨਹੀਂ ਪਈ ਜੀ ਆਪਾਂ। ਇਸ ਨੂੰ ਜੀ ਲੱਗਿਆ ਪਤਾ G ਕਿਵੇਂ ਆਇਆ ਜੀ? ਹਾਂਜੀ ਦੁਬਾਰਾ ਐਕਸਪਲੇਨ ਕਰ ਦਿਓ। ਉਹਨਾਂ ਨੇ ਕਿਹਾ ਜੀ ਕਨਵੈਨਸ਼ਨਲ ਸਾਧਨਾਂ ਦੇ ਨੈਗੇਟਿਵ ਪ੍ਰਭਾਵ ਲਿਖੇ। ਕਨਵੈਨਸ਼ਨਲ ਦਾ ਮਤਲਬ ਟ੍ਰੈਡੀਸ਼ਨਲ। ਆਹ ਦੇਖੋ ਨੈਗੇਟਿਵ ਪ੍ਰਭਾਵ ਲਿਖਿਆ ਜੀ, ਕਹਿੰਦੇ ਜਿਹੜੇ ਫੋਸਲ ਫਿਊਲ ਦੇ ਰਾਹੀਂ ਬਿਜਲੀ ਪੈਦਾ ਹੁੰਦੀ ਆ, ਨਾ ਕਿ ਸਿਰਫ ਉਹ ਕੋਸਟਲੀ ਆ। ਇਹ ਇੱਕ ਡਰਾਬੈਕ ਨਹੀਂ ਦੱਸੀ ਜਾਂਦੇ ਜੀ ਇਹਦੀ, ਬਲਕਿ ਉਹ ਡੈਮੇਜ ਵੀ ਕਰਦੀ ਹੈ ਜੀ। ਇੱਕ ਨੈਗੇਟਿਵ ਪ੍ਰਭਾਵ ਨਹੀਂ। ਨੈਗੇਟਿਵ ਪ੍ਰਭਾਵ ਕਿਹਦਾ ਵਾ? ਫੋਸਲ ਫਿਊਲ ਦੇ ਰਾਹੀਂ ਬਿਜਲੀ ਪੈਦਾ ਕਰਨ ਦਾ। ਤੇ ਫੋਸਲ ਫਿਊਲ ਕੀ ਹੈ ਜੀ? ਇਹ ਟ੍ਰੈਡੀਸ਼ਨਲ ਸੋਰਸ ਹੀ ਹੈ ਨਾ, ਕਿਉਂਕਿ ਹੁਣ ਤਾਂ ਸੋਲਰ એનર્ਜੀ ਚੱਲ ਪਈ ਜੀ। ਯੈਸ অর ਨੋ? ਹਾਂਜੀ 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 ਹਾਂਜੀ। ਤਾਂ ਦੇਖੋ ਤੁਹਾਡਾ ਇਹਦੇ ਵਿੱਚੋਂ ਇੱਕ ਗਲਤ ਹੈ ਜੀ। ਹੁਣ ਤੁਹਾਨੂੰ ਡਾਊਟ ਪੈ ਹੀ ਗਿਆ ਉਹ ਵੀ ਕਿੰਨਾ ਵਿੱਚੋਂ ਇੱਕ ਗਲਤ ਹੋ ਸਕਦਾ। ਉਹ ਕਿਹਦੇ ਚ ਇੱਕ ਗਲਤ ਹੋ ਸਕਦਾ ਜੀ? ਸਰ E ਵਾਲਾ ਸੈਕਿੰਡ ਗਲਤ ਹੈ। ਜਾਂ ਤਾਂ ਦੂਜਾ ਗਲਤ ਹੋ ਸਕਦਾ ਜਾਂ ਛੇਵਾਂ ਹੋ ਸਕਦਾ। ਹੁਣ ਜੇ ਤਾਂ ਤੁਸੀਂ ਫਾਈਨਲ ਚ ਬੈਠੇ ਹੋ ਤਾਂ ਕੋਈ ਚੱਕਰ ਨਹੀਂ ਜੀ, 13 ਦੇ ਵਿੱਚੋਂ 12 ਸਹੀ ਹੋ ਗਏ, ਬਹੁਤ ਵੱਡੀ ਗੱਲ ਆ। ਇੱਕ ਨੂੰ ਹੁਣ ਵੈਰੀਫਾਈ ਕਰਨ ਦੇ ਲਈ ਨਾ ਜਾਓ, ਚੁੱਪ ਕਰਕੇ ਆਪਦਾ ਪੈਸੇਜ B ਦੇ ਉੱਪਰ ਜਾਓ ਜੀ, ਕਿਉਂਕਿ 13 ਦੇ ਵਿੱਚੋਂ 12 ਵੀ ਸਹੀ ਕਰ ਰਹੇ ਹੋ ਤਾਂ ਬਹੁਤ ਵੱਡੀ ਗੱਲ ਹੈ ਜੀ। ਬਾਕੀ ਤੁਹਾਡੇ ਸਾਰੇ ਸਹੀ ਹੈ ਜੀ। ਤੇ ਹੁਣ ਜੇ ਤੁਸੀਂ ਵੈਰੀਫਾਈ ਨੂੰ ਕਰਨਾ ਵੀ ਆ ਤਾਂ ਐਕਚੁਅਲ ਦੇ ਵਿੱਚ ਕੀ ਹੈ, ਕਿਤੇ ਨਾ ਕਿਤੇ ਥੋੜਾ ਇਹਨਾਂ ਨੇ ਧੱਕਾ ਵੀ ਕੀਤਾ ਜੀ। ਜਿਹੜਾ ਆਹ 6ਵੇਂ ਦਾ ਆਨਸਰ ਸੀਗਾ ਜੀ, ਕਿਉਂਕਿ ਉਹਦੇ ਵਿੱਚ ਲਿਖਿਆ ਕਿ ਉਹ ਕੀ ਕਰੀ ਜਾਂਦਾ ਜੀ, ਬਾਕੀ ਕੰਟਰੀਆਂ ਨੂੰ ਵੀ ਉਹ ਹੈਲਪ ਕਰਦਾ। ਬਾਕੀ ਕੰਟਰੀਆਂ ਨੂੰ ਵੀ ਉਹ ਲਾਸਟ ਲਾਈਨ ਉਹਦੀ ਇਹਨਾਂ ਨੇ ਸਪੋਰਟ ਕਰਵਾਤਾ। ਹੁਣ ਗੱਲ ਰਹੀ ਕਿ ਫਿਰ ਦੂਸਰਾ ਕਿਹਦਾ ਜੀ? ਗੱਲ ਇੱਥੇ ਇਹ ਹੈ ਜੀ ਕਿ ਹੁਣ ਦੂਸਰਾ ਕਿਹੜਾ ਜੀ? ਉਹ ਕਿਹੜੀ ਹੈ ਜਿਹਦੇ ਵਿੱਚ ਇੱਕ ਡੀਟੇਲਡ ਡਿਸਕ੍ਰਿਪਸ਼ਨ ਲਿਖੀ ਪਈ ਕਿਹਦੀ? ਇੱਕ ਐਕਸਪੈਰੀਮੈਂਟ ਦੀ। ਐਕਸਪੈਰੀਮੈਂਟ ਤੋਂ ਕਿੱਥੋਂ ਤੱਕ ਲੈ ਕੇ ਆਂਦਾ ਜੀ? ਪ੍ਰਮੋਟ ਕਰਦਾ ਥਰੂ ਆਊਟ ਦਾ ਕੰਟਰੀ। ਸਿਰਫ ਉਹ ਕੰਟਰੀ ਦੇ ਵਿੱਚ ਹੀ ਐਕਸਪੈਂਸ਼ਨ ਹੋ ਰਹੀ ਆ, ਨਾ ਕਿ ਬਾਕੀਆਂ ਚ। ਇਹਦੀ ਲਾਸਟ ਲਾਈਨ ਦੇ ਵਿੱਚ ਬਾਕੀਆਂ ਤੱਕ ਵੀ ਇਹ ਸਿਸਟਮ ਪਹੁੰਚ ਗਿਆ, ਲਾਂਚ ਹੋ ਗਿਆ ਜੀ ਬਾਕੀਆਂ ਚ, ਤਾਂ ਕਰਕੇ ਉਹ ਸਲਾਈਟ ਜਿਹੇ ਡਿਫਰੈਂਸ ਦੇ ਨਾਲ ਬਾਹਰ ਕੱਢਤਾ ਉਹਨਾਂ ਨੇ। ਤੇ ਜੇ ਆਪਾਂ ਦੇਖੀਏ ਕਿ ਉਹ ਫਿਰ ਕਿਹੜੀ
ਹੈਡਿੰਗ ਹੈ ਜੀ ਜਿਹਦੇ ਵਿੱਚ ਇੱਕ ਕੰਟਰੀ ਦੇ ਵਿੱਚ ਐਕਸਪੈਂਸ਼ਨ ਹੋ ਰਿਹਾ ਜੀ, ਇੱਕ ਕੰਟਰੀ ਦੇ ਡੀ ਵਿੱਚ ਚ ਆਊਗਾ ਸਰ। ਡੀ ਚ ਹੋਊਗਾ, ਬਿਲਕੁਲ ਜਾ ਕੇ ਦੇਖਦੇ ਹਾਂਜੀ ਪਰ sir। ਡੀ ਦੇ ਵਿੱਚ, ਡੀ ਚ ਜਾ ਕੇ ਦੇਖਦੇ ਹਾਂ ਜੀ ਆਪਾਂ। ਤੇ ਇੱਥੇ ਦੇਖਿਓ ਜੀ, ਇੱਥੇ ਜਾਪਾਨ ਜੈਪਨੀਜ਼ ਦੀ ਗੱਲ ਕੀਤੀ, ਜੈਪਨੀਜ਼ ਪ੍ਰੋਜੈਕਟ ਆਇਆ ਜੀ ਕਹਿੰਦੇ। ਇਹਨਾਂ ਨੇ ਕੀ ਕੀਤਾ, ਰੋਕੋ ਆਈਲੈਂਡ ਦੇ ਉੱਪਰ, ਆਹ ਤਾਂ ਸਾਰਾ ਪੜਿਆ ਆਪਣਾ, ਇਹਦੇ ਵਿੱਚ ਉਹਨਾਂ ਨੇ ਟੀਵੀ ਵਗੈਰਾ ਸਾਰੀਆਂ ਚੀਜ਼ਾਂ ਕਰਤੀਆਂ ਜੀ। ਅੱਗੋਂ ਜਾ ਕੇ ਪੜ੍ਹਦੇ ਆ ਜੀ, ਕਹਿੰਦੇ ਜੀ ਜਿਹੜਾ ਇਹ ਟੈਸਟ ਸੀਗਾ ਹੈਜ਼ ਅਲਾਉਡਡ ਬੀਇੰਗ ਐਕਸਪਲੋਰਡ ਇਨ ਅ ਸਿਸਟਮੈਟਿਕਲ ਵੇ, ਇਹ ਹੋਰ ਜ਼ਿਆਦਾ ਐਕਸਪਲੋਰਡ ਹੋਣਾ ਸ਼ੁਰੂ ਹੋ ਗਿਆ ਜੀ, ਹੋਰ ਜ਼ਿਆਦਾ ਇਹ ਤੇ ਜਾਣੀ ਕਿ ਵੈਲ ਕੰਟਰੋਲਡ ਜਿਹੜੀਆਂ ਕੰਡੀਸ਼ਨ ਸੀ ਉਹ ਲਾਗੂ ਹੋ ਗਈਆਂ ਜੀ, ਵਿਦ ਨੋ ਇਨ ਓਕੇ ਸਰਮਾਊਂਟੇਬਲ ਪ੍ਰੋਬਲਮ। ਜੈਪਨੀਜ਼ have used the experience gained from this station to begin their own, ਉਹਨਾਂ ਨੇ ਖੁਦ ਦੀ ਰੈਜ਼ੀਡੈਂਸ਼ੀਅਲ ਜਿਹੜੀ ਆ ਸੀਗੀ ਇਹ ਚੀਜ਼ ਇਹ ਵਧਾਉਣੀ ਸ਼ੁਰੂ ਕਰਤੀ, ਯਾਨੀ ਕਿ ਮੈਸਿਵ ਕਰਨੀ ਸ਼ੁਰੂ ਕਰਤੀ। ਇਹਦੇ ਵਿੱਚ ਕੱਲੀ ਜਾਪਾਨ ਕੰਟਰੀ ਤੇ ਜਾਪਾਨ ਹੀ ਕੱਲੀ ਗਰੋ ਹੋ ਰਹੀ ਹੈ, ਨਾ ਕਿ ਕੋਈ ਹੋਰ। ਸਮਝ ਪਾ ਰਹੇ ਹੋ ਜੀ ਉਹ ਹੈਡਿੰਗ ਕਾਹਤੋਂ ਲਾਈ ਇਹਦੀ? ਹਾਂਜੀ ਲੱਗਿਆ ਪਤਾ ਜੀ? ਹਾਂਜੀ ਇਹਦੇ ਵਿੱਚ ਲਿਖਿਆ ਨਾ ਕਿ ਇੱਕ ਕੰਟਰੀ ਦੇ ਵਿੱਚ ਡਿਸਕ੍ਰਿਪਸ਼ਨ ਦਿੱਤੀ ਐਕਸਪੈਰੀਮੈਂਟ ਦੀ। ਅੱਛਾ ਤਾਂ ਸਰ ਇਹਦੇ ਡਿਸਕ੍ਰਿਪਸ਼ਨ ਚ ਦਿੱਤੀ ਹੋਈ ਹੈ ਨਾ, ਇਹਦੇ ਚ ਐਕਸਪੈਰੀਮੈਂਟ ਕਿਹੜਾ ਹੋਇਆ? ਜਿਹੜਾ ਸਟੇਸ਼ਨ ਲਾਇਆ ਉਹਨਾਂ ਨੇ ਰੋਕੋ ਵਾਲਾ, ਜਿਹਦੇ ਵਿੱਚ ਟੀਵੀ ਲਾਏ, ਉਹ ਕੀਤਾ, ਸਮਝ ਗਏ ਸਾਰਾ ਕੁਝ। ਤੇ ਇਹ ਜਿਹੜੀ ਚੀਜ਼ ਫੈਲੀ ਆ ਇਹ ਸਿਰਫ ਉਹ ਕੰਟਰੀ ਦੇ ਵਿੱਚ ਫੈਲੀ ਆ। ਤੇ ਜਾ ਕੇ ਲਾਸਟ ਲਾਈਨਾਂ ਦੇਖੋ, ਕੱਲੀ ਜਾਪਾਨ ਦੇ ਵਿੱਚ ਹੀ ਵਧਿਆ ਵਾ ਨਾ ਸਿਸਟਮ, ਕੱਲੇ ਜਾਪਾਨ ਹਾਂਜੀ ਚ ਹੀ sir। ਵਧਿਆ ਨਾ ਜੀ, ਕਿਸੇ ਹੋਰ ਚ ਤਾਂ ਨਹੀਂ ਹਾਂਜੀ ਵਧਿਆ ਹਾਂਜੀ ਸੀ, ਹਾਂਜੀ ਕੱਲੇ ਜਾਪਾਨ ਚ no ਵਧਿਆ। sir। ਤੇ ਜੇ ਤੁਸੀਂ ਆਹ ਵਾਲੇ ਪੈਰੇ ਵਿੱਚ ਦੇਖ ਲਵੋ ਜੀ, ਤੇ ਲਾਸਟ ਲਾਈਨ ਦੇ ਵਿੱਚ ਤਾਂ ਇਹ ਸਿਸਟਮ ਬਾਕੀਆਂ ਦੇ ਵਿੱਚ ਵੀ ਲਾਂਚ ਹੋ ਗਿਆ ਜੀ। ਇਹਦਾ ਮਤਲਬ ਖੁਦ ਦੀ ਕੰਟਰੀ ਨੂੰ ਛੱਡ ਕੇ ਹੋਰ ਕਿਤੇ ਵੀ ਜਾ ਵੜਿਆ ਜੀ, ਤਾਂ ਕਰਕੇ ਇਹਨਾਂ ਨੇ ਸਿਲੈਕਟ। ਬਟ ਇਹਦੀ ਇੱਕ ਖੁਦ ਦੀ ਡਰੋਬੈਕ ਆ, ਉਹਨਾਂ ਨੇ ਕਿਤੇ ਲੈਸ ਜਾਨੀ ਕਿ ਵੈਲਦੀ ਜਾਂ ਉਹ ਲਿਖਣਾ ਚਾਹੀਦਾ ਸੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਬੱਚਾ ਏਦਾਂ ਵੀ ਜ਼ਿਆਦਾ ਨਹੀਂ ਆਪਾਂ ਸੋਚਦੇ ਹੁੰਦੇਗੇ। ਉਹ ਇਹਨਾਂ ਦੀ ਜ਼ਰੂਰ ਇੱਕ ਨਿੱਕੀ ਜਿਹੀ ਡਰੋਬੈਕ ਹੈ ਜੀ। ਬਾਕੀ ਤੁਹਾਨੂੰ ਮੇਨ ਕਾਰਨ ਪਤਾ ਲੱਗਿਆ ਜੀ ਕਿਵੇਂ ਲੱਗਾ ਹੁੰਦਾ, ਕਿਉਂਕਿ ਬਾਕੀ ਕੰਟਰੀਆਂ ਦੇ ਵਿੱਚ ਫੈਲ ਰਹੀ ਹੈ ਜੀ ਉਹ ਚੀਜ਼। ਕਲੀਅਰ ਹੈ ਜੀ? ਸਟਿਮੂਲੇਟ ਦਾ ਮਤਲਬ ਹੁੰਦਾ ਇਨਕਰੇਜ ਕਰਨਾ, ਬਾਕੀ ਕੰਟਰੀਆਂ ਨੂੰ ਵੀ ਕਹਿਣਾ ਵੀ ਤੁਸੀਂ ਵੀ ਇਹ ਸਿਮਿਲਰ ਪ੍ਰੋਗਰਾਮ ਲਾਓ। ਤੇ ਉਹਨਾਂ ਨੇ ਸਟਿਮੂਲੇਟ ਨੂੰ ਹੈਲਪ ਲਿਖਤਾ ਸੀਗੇ ਜੀ। ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ sir। ਤਾਂ ਇਹਦੇ ਵਿੱਚ ਕੀ ਸੀਗਾ ਜੀ, ਇਹਦੇ ਵਿੱਚ ਜਦੋਂ ਤੁਸੀਂ ਪਹਿਲਾਂ ਸਿੱਧੀਆਂ ਕਰਨ ਲੱਗੇ ਹੋ ਜੀ, ਮੰਨ ਕੇ ਚੱਲੋ ਹੈਡਿੰਗ